ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਪੰਜਾਬੀ ਵਿਦ ਜਗਜੀਤ ਸਰ ਇਸ ਚੈਨਲ ਤੇ ਅੱਜ ਫਿਰ ਦੂਜੇ ਦਿਨ ਅਸੀਂ ਉਹਨਾਂ ਸਾਰੇ ਬੱਚਿਆਂ ਦੇ ਰੂਬਰੂ ਹੋ ਰਹੇ ਹਾਂ ਜਿਹੜੇ CBSE ਵੱਲੋਂ 10ਵੀਂ ਜਮਾਤ ਦਾ ਟਰਮ 2 ਦਾ ਐਗਜ਼ਾਮ ਦੇ ਲਈ ਤਿਆਰ ਬੈਠੇ ਨੇ। ਔਰ ਉਹਨਾਂ ਦਾ ਜੋ 12 ਤਰੀਕ ਨੂੰ 12 ਮਈ ਨੂੰ ਪੇਪਰ ਹੈ, ਸਵੇਰੇ 10:30 ਤੋਂ ਲੈ ਕੇ 12:30 2 ਘੰਟੇ ਦਾ ਪੇਪਰ ਹੋਏਗਾ, 40 ਨੰਬਰ ਦਾ ਪੇਪਰ ਹੋਏਗਾ। ਉਸ ਪੇਪਰ ਵਿੱਚ ਬੱਚਿਆਂ ਨੇ ਕਿਸ ਤਰ੍ਹਾਂ ਕਰਨਾ ਉਸ ਬਾਰੇ ਅਸੀਂ ਗੱਲ ਕੱਲ ਕਰ ਚੁੱਕੇ ਹਾਂ। ਡੇ 1 ਯਾਨੀ ਕੱਲ ਅਸੀਂ ਕੀਤਾ ਸੀ ਵਿਆਕਰਣ ਦੀ ਗੱਲ ਕੀਤੀ ਸੀ, ਅਗੇਤਰਾਂ ਦੀ ਗੱਲ ਕੀਤੀ ਸੀ, ਪਿਛੇਤਰਾਂ ਦੀ ਗੱਲ ਕੀਤੀ, ਮੁਹਾਵਰੇ ਦੀ ਗੱਲ ਕੀਤੀ ਸੀ। ਔਰ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਆਪ ਜੀ ਸਾਡੇ ਟੈਲੀਗ੍ਰਾਮ ਦੇ ਜੋ ਗਰੁੱਪ ਹੈ ਲਰਨ ਪੰਜਾਬੀ ਵਿਦ ਜਗਜੀਤ ਸਰ, ਉਸ ਨੂੰ ਜ਼ਰੂਰ ਜੁਆਇਨ ਕਰੋ, ਕਿਉਂਕਿ ਕੱਲ ਉਸ ਗਰੁੱਪ ਤੇ ਮੈਂ ਜਿਹੜੇ ਸੀ ਨਾ ਇਹਨਾਂ ਸਾਰੇ ਬਾਰੇ ਨੋਟਸ ਭੇਜੇ। ਨੋਟਸ ਦੋ ਤਰੀਕੇ ਦੇ ਹੈ। ਇੱਕ ਤੇ ਉਹ ਨੋਟਸ ਹੈ ਜਿਹੜਾ ਨਾਲ ਮੈਂ ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ। ਇਹ ਜਿਹੜੇ ਨੋਟ ਨੇ ਟੌਪ ਸਕੋਰ SP ਪਬਲੀਕੇਸ਼ਨ ਦੇ ਨੇ, ਬਹੁਤ ਅੱਛੀਆਂ ਕਿਤਾਬਾਂ ਨੇ। ਪਿਛਲੀ ਵਾਰ ਇਹਨਾਂ ਕਿਤਾਬਾਂ ਦੇ ਜ਼ਰੀਏ ਜਦੋਂ ਅਸੀਂ ਪੜ੍ਹਾਇਆ ਸੀ ਤਾਂ ਬੱਚਿਆਂ ਦਾ ਬਹੁਤ ਅੱਛਾ ਰਿਸਪੌਂਸ ਆਇਆ ਸੀ। 40 ਵਿੱਚੋਂ 39 40 ਨਹੀਂ 39 40 ਨੰਬਰ ਬੱਚਿਆਂ ਦੇ ਬੜੇ ਆਰਾਮ ਨਾਲ ਆਏ ਸੀ। ਅਸੀਂ ਇਸ ਵਾਰ ਵੀ ਇਸ ਪਬਲੀਕੇਸ਼ਨ ਦੀਆਂ ਕਿਤਾਬਾਂ ਨੂੰ ਐਜ਼ ਅ ਗੈਸ ਯਾਨੀ ਗੈਸ ਦੇ ਤੌਰ ਤੇ ਲਿਆ। ਇਸ ਤੋਂ ਇਲਾਵਾ ਪਰਮ ਸਿੰਘ ਨਾਮ ਦੇ ਇੱਕ ਬੱਚੇ ਨੇ ਸਾਨੂੰ ਆਪਣੇ ਕੁਐਸਚਨ ਐਡਿਟ ਕਰਕੇ ਭੇਜੇ ਨੇ। ਅਸੀਂ ਉਹਨਾਂ ਕੁਐਸਚਨ ਨੂੰ ਵੀ ਕੱਲ ਆਪਣੇ ਉਸ ਗਰੁੱਪ ਤੇ ਪਾਇਆ। ਇਸ ਕਰਕੇ ਮੈਂ ਚਾਹੁੰਦਾ ਵੀ ਜੋ ਇਸ ਸਮੇਂ ਲਿੰਕ ਆ ਰਿਹਾ ਟੈਲੀਗ੍ਰਾਮ ਦਾ, ਉਸ ਟੈਲੀਗ੍ਰਾਮ ਦੇ ਲਿੰਕ ਤੋਂ ਤੁਸੀਂ ਸਾਡਾ ਗਰੁੱਪ ਜੁਆਇਨ ਕਰੋ ਤਾਂ ਜੋ ਅੱਜ ਦੇ ਵੀ ਜੋ ਤੁਹਾਡੇ ਪੁਸਤਕ ਵਾਲੇ ਜਿੰਨੇ ਵੀ ਮੈਟੀਰੀਅਲ ਹੈ ਤੁਹਾਨੂੰ ਅੱਜ ਮਿਲ ਜਾਵੇ। ਇਸ ਨੂੰ ਅੱਜ ਹੁਣੀ ਥੋੜੀ ਦੇਰ ਬਾਅਦ ਜਦੋਂ ਕਲਾਸ ਖਤਮ ਹੋਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਦੋਂ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ। ਲਓ ਜੀ, ਅਸੀਂ ਹੁਣ ਅੱਗੇ ਗੱਲ ਕਰਦੇ ਹਾਂ। ਜਿਹੜੀ ਗੱਲ ਅਸੀਂ ਕੱਲ ਕੀਤੀ ਸੀ, ਕੱਲ ਗੱਲ ਦੇ ਦੌਰਾਨ ਅਸੀਂ ਇਹ ਗੱਲ ਮਿਸ ਹੋ ਗਈ ਸੀ ਸਾਡੀ ਵੀ ਲੇਖ ਕਿਹੜੇ ਆਣਗੇ ਔਰ ਪੱਤਰ ਕਿਹੜੇ ਆਣਗੇ। ਜਦੋਂ ਅਸੀਂ ਆਪਣਾ ਸਿਲੇਬਸ ਦੇਖਦੇ ਹਾਂ ਤਾਂ ਸਿਲੇਬਸ ਹੀ ਸਾਨੂੰ ਪਤਾ ਹੈ ਵੀ ਅਗੇਤਰ ਪਿਛੇਤਰ 4 ਨੰਬਰ ਦੇ ਆਣਗੇ, ਮੁਹਾਵਰੇ 6 ਨੰਬਰ ਦੇ ਆਣਗੇ। ਜੋ ਲੇਖ ਰਚਨਾ ਹੈ 200 ਸ਼ਬਦਾਂ ਦੀ ਹੋਏਗੀ ਔਰ ਉਹ 8 ਨੰਬਰ ਦੀ ਹੋਏਗੀ। ਇਸ ਤਰ੍ਹਾਂ ਜੋ ਪੱਤਰ ਨੇ ਜਿਨ੍ਹਾਂ ਵਿੱਚ ਕਿ 2 ਪੱਤਰ ਨਿੱਜੀ ਜਾਂ ਦਫ਼ਤਰੀ ਹੋਣਗੇ, 2 ਪੱਤਰ ਹੋਣਗੇ ਉਹ 'ਚ ਹਿੰਟ ਦਿੱਤੇ ਹੋਣਗੇ, ਉਹ 'ਚ ਤੁਹਾਨੂੰ ਸੁਜੈਸ਼ਨ ਦਿੱਤੇ ਹੋਣਗੇ, ਉਹਨਾਂ ਦੇ ਆਧਾਰ ਤੇ 7 ਨੰਬਰ ਦਾ ਤੁਸੀਂ ਲਿਖਣਾ ਹੈ। ਔਰ ਪੂਰੇ 7 ਨਹੀਂ ਆਉਂਦੇ, ਲੇਖ ਵਿੱਚ ਪੂਰੇ 8 ਨਹੀਂ ਆਉਂਦੇ, ਥੋੜਾ ਬਹੁਤ ਘੱਟ ਜਾਂਦੇ ਆ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਔਰ ਜੋ ਲੇਖ ਨੇ, ਜੋ ਐਸੇ ਨੇ, ਉਹ ਵੀ ਜਿਹੜੇ 3 ਲੇਖ ਹੋਣਗੇ ਚੋਇਸ ਹੋਏਗੀ ਔਰ ਤਿੰਨਾਂ ਦੇ ਹਿੰਟ ਜ਼ਰੂਰ। ਜਿਹੜੇ ਨੁਕਤੇ ਨੇ ਇੱਕ ਨੁਕਤੇ ਦੇ ਆਧਾਰ ਤੇ ਇੱਕ ਪੈਰਾ ਲਿਖੋਗੇ, ਤੁਹਾਡਾ ਬਹੁਤ ਅੱਛਾ ਐਸੇ ਬਣ ਜਾਏਗਾ। ਹੁਣ ਲੇਖ ਕਿਹੜੇ ਕਿਹੜੇ ਹੋ ਸਕਦੇ? ਜਿਹੜੀ ਮੇਰੇ ਕੋਲ ਪੁਸਤਕ ਹੈ SP ਪਬਲੀਕੇਸ਼ਨ ਦੀ, ਉਹਦੇ 'ਚ ਬਹੁਤ ਸਾਰੇ ਲੇਖ ਹੈ, ਬੜੇ ਸੁੰਦਰ ਤਰੀਕੇ ਨਾਲ ਲਿਖੇ ਹੈ। ਜਿਵੇਂ ਕਿ ਗੁਰੂ ਨਾਨਕ ਦੇਵ ਜੀ, ਜਿਵੇਂ ਕਿ ਗੁਰੂ ਤੇਗ ਬਹਾਦਰ ਜੀ, ਜਿਵੇਂ ਕਿ ਸ਼ਹੀਦ ਭਗਤ ਸਿੰਘ, ਜਿਵੇਂ ਕਿ ਦੇਸ਼ ਪਿਆਰ, ਆਜ਼ਾਦੀ ਦਾ ਦਿਵਸ, ਵਿਸਾਖੀ, ਦੀਵਾਲੀ, ਸਾਡੀ ਮਾਤ ਭਾਸ਼ਾ ਪੰਜਾਬੀ, ਪੰਜਾਬ ਦੇ ਮੇਲੇ। ਫਿਰ ਵਿਚਾਰਾਤਮਕ ਆ ਜਾਂਦੇ ਨੇ, ਮਨ ਜੀਤੇ ਜਗਜੀਤ, ਨਾਨਕ ਦੁਖੀਆ ਸਭ ਸੰਸਾਰ, ਮਿੱਠਤ ਨੀਵੀਂ ਨਾਨਕਾ। ਇਹ ਸਾਰੇ ਵਿਚਾਰਾਤਮਕ ਨਿਬੰਧ ਨੇ। ਵਿਦਿਆਰਥੀਆਂ ਵਿੱਚ ਮੋਬਾਈਲ ਦਾ ਜਨੂਨ ਆ ਜਾਂਦਾ ਹੈ। ਨੌਜਵਾਨਾਂ ਵਿਦਿਆਰਥੀਆਂ 'ਚ ਵੱਧ ਰਹੀ ਨਸ਼ੇ ਦੀ ਵਰਤੋਂ ਆ ਰਹੀ ਹੈ। ਸਮੇਂ ਦੀ ਕਦਰ ਹੈ। ਪੜ੍ਹਾਈ ਵਿੱਚ ਖੇਡਾਂ ਦਾ ਸਥਾਨ ਹੈ। ਹਰਿਮੰਦਰ ਸਾਹਿਬ ਦੀ ਯਾਤਰਾ, ਇਹ ਆਮ ਵਿਸ਼ੇ ਵਾਲੇ ਨੇ। ਵਿਗਿਆਨ ਦੇ ਚਮਤਕਾਰ ਆਮ ਵਿਸ਼ੇ ਹੈ। ਵਿਗਿਆਨ, ਵਾਰਜਾਂ, ਸਰਾਪ, ਕੰਪਿਊਟਰ, ਇੰਟਰਨੈਟ, ਕੇਬਲ TV, ਇਹ ਸਾਰੇ ਆਮ ਵਿਸ਼ੇ ਨੇ। ਵੱਧਦੀ ਆਬਾਦਿਕ ਸਮੱਸਿਆ। ਸਭ ਤੋਂ ਇੰਪੋਰਟੈਂਟ ਹੈ ਭਰੂਣ ਹੱਤਿਆ। ਇਸ ਦੀ ਤੁਸੀਂ ਜ਼ਰੂਰ ਤਿਆਰੀ ਕਰਨੀ ਐਸੇ ਦੀ। ਭਰੂਣ ਹੱਤਿਆ ਕਿਸ ਨੂੰ ਕਹਿੰਦੇ, ਇਸ ਬਾਰੇ ਐਸੇ ਆ ਸਕਦਾ ਹੈ। ਪ੍ਰਦੂਸ਼ਣ, ਤੁਸੀਂ ਆਪਣੇ ਬਚਪਨ ਤੋਂ ਐਸੇ ਕਰਦੇ ਆ ਰਹੇ ਹੋ। ਇੱਕ ਪ੍ਰਦੂਸ਼ਣ ਦੇ ਪ੍ਰਕਾਰ ਤੇ ਇੱਕ ਤੁਸੀਂ ਪੈਰਾਗ੍ਰਾਫ ਲਿਖੋਗੇ ਤੇ ਇਸ ਦੀ ਬੜੀ ਸੰਭਾਵਨਾ ਹੋ ਸਕਦੀ ਹੈ ਭਰੂਣ ਹੱਤਿਆ ਦੀ ਔਰ ਨਾਲ ਪ੍ਰਦੂਸ਼ਣ ਦੀ ਸਮੱਸਿਆ ਦੀ। ਵੱਧਦੀ ਮਹਿੰਗਾਈ ਜਾਂ ਮਹਿੰਗਾਈ ਦੀ ਸਮੱਸਿਆ, ਗਲੋਬਲ ਵਾਰਮਿੰਗ, ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਇੰਪੋਰਟੈਂਟ ਐਸੇ ਦਾ ਟੌਪਿਕ ਹੈ। ਇਸ ਤੋਂ ਇਲਾਵਾ 21ਵੀਂ ਸਦੀ ਦਾ ਭਾਰਤ, ਵਿਸ਼ਵੀਕਰਨ, ਗਲੋਬਲਾਈਜੇਸ਼ਨ, ਇਸ ਦਾ ਵੀ ਬਹੁਤ ਇੰਪੋਰਟੈਂਟ ਹੋ ਸਕਦਾ ਹੈ। ਪਾਣੀ ਦੀ ਮਹੱਤਤਾ, ਪਾਣੀ ਦੀ ਸੰਭਾਲ, ਚੋਣਾਂ ਦਾ ਦ੍ਰਿਸ਼, ਇਹ ਮੁਸ਼ਕਿਲ ਲੱਗਦਾ ਮੈਨੂੰ। ਬੱਚਿਆਂ ਦੇ ਮਾਤਾ ਪਿਤਾ ਪ੍ਰਤੀ ਫਰਜ਼, ਕਿਸਾਨਾਂ ਦੀਆਂ ਖੁਦਕਸ਼ੀਆਂ। ਇਹ ਅਗਲਾ ਹੈ ਫਾਸਟ ਫੂਡ ਦੇ ਨੁਕਸਾਨ। ਇਹ ਤੁਹਾਡੇ ਲਈ ਕੁਝ ਖਾਸ ਇੰਪੋਰਟੈਂਟ ਵਾਲਾ ਹੋ ਸਕਦਾ ਹੈ। ਕੌਮੀ ਏਕਤਾ ਯਾਨੀ ਭਾਰਤੀ ਰਾਸ਼ਟਰੀ ਏਕਤਾ, ਇਹ ਵੀ ਆ ਸਕਦਾ ਹੈ। ਇਹਦੀ ਸੰਭਾਵਨਾ ਘੱਟ ਹੈ। ਵੱਧ ਰਹੀਆਂ ਰੇਲ ਦੁਰਘਟਨਾਵਾਂ
ਔਰ ਕੋਵਿਡ-19 ਤੋਂ ਕੁਝ ਸੰਭਾਵਨਾ ਲੈ ਸਕਦੇ ਹਾਂ, ਪਰ ਮੈਨੂੰ ਆਪਣੇ ਤੌਰ ਤੇ ਇਦਾਂ ਲੱਗਦਾ ਹੈ ਕਿ ਕੋਵਿਡ ਵਾਲਾ ਜਿਹੜਾ ਨੈਗੇਟਿਵਿਟੀ ਫੈਲਾਉਣ ਵਾਲਾ ਸਬਜੈਕਟ ਹੈ ਇਹ ਸ਼ਾਇਦ ਐਸੇ ਦੇ ਤੌਰ ਤੇ ਨਾ ਆਵੇ। ਇਹ ਮੇਰਾ ਆਪਣਾ ਜਿਹੜਾ ਇਹ ਵਿਚਾਰ ਹੈਗਾ। ਜਦੋਂ ਅਸੀਂ ਨਿਬੰਧਾਂ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਨਿੱਜੀ ਚਿੱਠੀਆਂ ਨੇ, ਇਸ ਵਿੱਚ ਅਸੀਂ ਨਿੱਜੀ ਚਿੱਠੀਆਂ ਲਿਖਦੇ ਹਾਂ ਆਪਣੇ ਭੈਣ ਨੂੰ, ਭਰਾ ਨੂੰ, ਮਿੱਤਰ ਨੂੰ, ਸਹੇਲੀ ਨੂੰ, ਦਾਦੇ ਨੂੰ, ਦਾਦੀ ਨੂੰ, ਪਿਤਾ ਨੂੰ, ਮਾਤਾ ਨੂੰ, ਯਾਨੀ ਜਿਹੜੇ ਸਾਡੇ ਕਲੋਜ਼ ਰਿਲੇਸ਼ਨ ਨੇ, ਇਹਨਾਂ ਦਾ ਪੈਟਰਨ ਅਲੱਗ ਹੈ। ਇਸ ਪੈਟਰਨ ਬਾਰੇ ਅਸੀਂ ਜਿਹੜੇ ਸਾਡੇ 7 ਪੱਤਰ ਨੇ ਉਹਨਾਂ ਵਿੱਚ ਦੱਸਿਆ ਹੈ। ਜੇ ਤੁਸੀਂ ਦਫ਼ਤਰੀ ਪੱਤਰ, ਕੰਮਕਾਜੀ ਪੱਤਰਾਂ ਦੀ ਗੱਲ ਕਰਦੇ ਹੋ, ਦਫ਼ਤਰੀ ਕੰਮਕਾਜੀ ਪੱਤਰ ਇੱਕੋ ਤਰੀਕੇ ਦੇ ਨੇ, ਉਹਨਾਂ ਦਾ ਪੈਟਰਨ ਥੋੜਾ ਅਲੱਗ ਹੈ। ਅਸੀਂ ਨਵੇਂ ਪੈਟਰਨ ਦੀ ਗੱਲ ਕੀਤੀ, ਪਰ ਜ਼ਿਆਦਾਤਰ ਜਿਹੜੇ ਅਧਿਆਪਕ ਨੇ ਆਪਣੇ ਸਕੂਲਾਂ ਵਿੱਚ ਉਹੀ ਪੁਰਾਣਾ ਪੈਟਰਨ ਪੜ੍ਹਾ ਰਹੇ ਨੇ, ਪਰੰਤੂ ਜੋ ਨਵਾਂ ਪੈਟਰਨ ਹੈ ਅੰਗਰੇਜ਼ੀ ਦੇ ਅਨੁਸਾਰ ਹੈ। ਉਸ ਵਿੱਚ ਜਿਹੜਾ ਨਾ ਉਸ ਵਿੱਚ ਪ੍ਰੀਖਿਆ ਭਵਨ ਦੀ ਗੱਲ ਹੁੰਦੀ ਹੈ, ਡੇਟ ਦੀ ਗੱਲ ਹੁੰਦੀ ਹੈ। ਇਸ ਵਾਰ ਸਾਰਾ ਇੱਦਾਂ ਵੀ ਇਹ ਨਵਾਂ ਜਿਹੜਾ ਪੈਟਰਨ ਹੈ ਪੱਤਰ ਦਾ, ਉਹ ਸਾਰਾ ਲੈਫਟ ਅਲਾਈਨ ਹੈ, ਇਸ ਪਾਸੇ ਲੱਗਾ ਹੁੰਦਾ ਹੈ। ਤੇ ਨਿੱਜੀ ਚਿੱਠੀਆਂ ਵਿੱਚ ਇਹ ਦੱਸੋ ਮਾਤਾ ਪਿਤਾ ਨੂੰ ਵੀ ਤੁਸੀਂ 10ਵੀਂ ਪਾਸ ਕਰਨ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ। ਆਪਣੇ ਮਹੀਨੇ ਦਾ ਖਰਚ ਵਧਾਉਣ ਲਈ ਆਪਣੇ ਪਿਤਾ ਜੀ ਨੂੰ ਲਿਖੋ। ਤੁਹਾਡੀ ਸਹੇਲੀਆਂ ਮਿੱਤਰ ਫਸਟ ਹੈ ਉਸ ਨੂੰ ਵਧਾਈ ਪੱਤਰ ਲਿਖੋ। ਤੇ ਭੈਣ ਦੇ ਹੋਣ ਵਾਲੇ ਵਿਆਹ ਵਿੱਚ ਫਜ਼ੂਲ ਖਰਚੀ ਰੋਕਣ ਦੀ ਆਪਣੇ ਪਿਤਾ ਨੂੰ ਲਿਖੋ। ਆਪਣੇ ਮਿੱਤਰ, ਆਪਣੇ ਸਹੇਲੀ ਇਸ ਤਰ੍ਹਾਂ ਲਿਖ ਸਕਦੇ ਹੋ। ਤੁਹਾਡਾ ਮਿੱਤਰ ਲੰਮੀ ਬਿਮਾਰੀ ਤੋਂ ਉਦਾਸ ਹੋ ਗਿਆ, ਉਸ ਨੂੰ ਉਤਸ਼ਾਹਿਤ ਕਰੋ। ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਭਰਾ ਨੂੰ ਮਾੜੀ ਸੰਗਤ ਤੋਂ ਬਚਣ ਦੇ ਕੁਝ ਜੋ ਵਿਚਾਰ ਦੱਸੋ। ਜਿਹੜੇ ਸਰਕਾਰੀ ਚਿੱਠੀਆਂ ਹੈ, ਸਰਕਾਰੀ ਜਾਂ ਦਫ਼ਤਰੀ ਜਾਂ ਕੰਮਕਾਜੀ ਚਿੱਠੀਆਂ ਵਿੱਚ ਅਸੀਂ ਗੱਲ ਕਰ ਸਕਦੇ ਹਾਂ। ਜਿਹੜੀਆਂ ਦਫ਼ਤਰੀ ਪੱਤਰ ਉਹਦੇ 'ਚ ਅਸੀਂ ਪ੍ਰਿੰਸੀਪਲ ਨੂੰ ਯਾਨੀ ਸਕੂਲੀ ਪੱਤਰ ਵੀ ਲਿਖ ਸਕਦੇ ਹਾਂ ਵੀ ਫੀਸ ਮਾਫੀ ਲਈ ਹੈ, ਜਾਂ ਸਕੂਲ ਵਿੱਚ ਲਾਇਬ੍ਰੇਰੀ ਦੀ ਜਿਹੜੇ ਅਖਬਾਰਾਂ ਮੰਗਾਉਣ ਲਈ ਹੈ, ਕਿਤਾਬਾਂ ਦੀ ਗਿਣਤੀ ਵਧਾਉਣ ਲਈ ਹੈ, ਰੋਜ਼ਾਨਾ ਅਖਬਾਰਾਂ ਮੰਗਾਉਣ ਲਈ ਹੈ, ਕੈਂਟੀਨ ਦਾ ਇੰਤਜ਼ਾਮ ਕਰਨ ਲਈ ਹੈ। ਇਸ ਤੋਂ ਇਲਾਵਾ ਸਿਹਤ ਮੰਤਰੀ ਨੂੰ ਮੁਹੱਲੇ ਵਿੱਚ ਹਸਪਤਾਲ ਖੋਲ੍ਹਣ ਲਈ ਹੈ। ਤੁਹਾਡਾ ਪੰਜਾਬੀ ਦਾ ਪ੍ਰਸ਼ਨ ਪੱਤਰ ਪਾਠਕ੍ਰਮ ਤੋਂ ਬਾਹਰ ਹੈ, CBSE ਦੇ ਬੋਰਡ ਨੂੰ ਲਿਖਣਾ ਹੈ। ਇਸ ਤੋਂ ਇਲਾਵਾ ਅਗਵਾ ਕੀਤੇ ਜਾ ਰਹੇ ਬੱਚਿਆਂ ਬਾਰੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਣਾ ਹੈ। ਕਲਰਕ ਦੀ ਅਸਾਮੀ ਯਾਨੀ ਪੋਸਟ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਅਧਿਕਾਰੀ ਨੂੰ ਪੱਤਰ ਆ ਸਕਦਾ ਹੈ। ਪੰਜਾਬ ਰਾਜ ਦੇ ਮੁੱਖ ਮੰਤਰੀ ਨੂੰ ਮਦਦੀ ਮਹਿੰਗਾਈ ਤੇ ਚਿੰਤਾ ਪ੍ਰਗਟ ਕੀਤੀ ਜਾ ਸਕਦੀ ਹੈ, ਜਾਂ ਕਿਸੇ ਪ੍ਰਕਾਰ ਦਾ ਵੀ ਇਸ ਤਰ੍ਹਾਂ ਦਾ ਪੱਤਰ ਆ ਸਕਦਾ ਹੈ, ਜਿਸ ਬਾਰੇ ਅਸੀਂ ਕੱਲ ਗੱਲ ਕਰਨੀ ਸੀ ਪਰ ਕੱਲ ਧਿਆਨ ਨਹੀਂ ਰਿਹਾ, ਪਰੰਤੂ ਅੱਜ ਅਸੀਂ ਗੱਲ ਕੀਤੀ ਹੈ। ਅਗੇਤਰ ਦੀ ਕੱਲ, ਪਿਛੇਤਰ ਦੀ ਕੱਲ, ਮੁਹਾਵਰੇ ਦੀ ਕੱਲ ਗੱਲ ਕੀਤੀ ਸੀ। ਅੱਜ ਅਸੀਂ ਲੇਖਾਂ ਦੀ ਔਰ ਪੱਤਰਾਂ ਦੀ ਗੱਲ ਕੀਤੀ ਹੈ। ਲਓ ਜੀ, ਅਸੀਂ ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਡੇ 2। ਪੁਸਤਕ ਨੇ ਸਾਡੀ ਸਾਹਿਤਮਾਲਾ ਭਾਗ 10, ਵੰਨਗੀ ਭਾਗ 10। ਇਸ ਦਾ ਮਟੀਰੀਅਲ ਜਿਵੇਂ ਮੈਂ ਕਿਹਾ ਹੈ ਕਿ ਉਹ ਸਾਡੇ ਟੈਲੀਗ੍ਰਾਮ ਦੇ ਲਿੰਕ ਤੇ ਜੁਆਇਨ ਕਰੋਗੇ ਤਾਂ ਤੁਹਾਨੂੰ ਮਟੀਰੀਅਲ ਅੱਜ ਹੀ ਮਿਲ ਜਾਏਗਾ। ਉਸ ਵਿੱਚ ਵੀ ਜੋ ਪਰਮ ਨਾਮ ਦਾ ਸਾਡਾ ਬੱਚਾ ਸਟੂਡੈਂਟ ਹੈ, ਸਾਥੀ ਹੈ ਸਾਡਾ, ਉਸਨੇ ਆਪਣੇ ਵੱਲੋਂ ਬੜੀ ਮਿਹਨਤ ਕਰਕੇ ਨੋਟਸ ਤਿਆਰ ਕੀਤੇ ਨੇ। ਲਓ ਜੀ, ਅਸੀਂ ਹੁਣ ਸਕਰੀਨ ਤੇ ਸ਼ੇਅਰ ਕਰ ਰਹੇ ਹਾਂ ਉਸ ਸਾਰੇ ਨੂੰ ਜਿਸ ਵਿੱਚੋਂ ਅਸੀਂ ਤਿਆਰੀ ਕਰਨੀ ਹੈ। ਲਓ ਜੀ, ਸ਼ੁਰੂ ਕਰਦੇ ਹਾਂ। ਮੇਰੇ ਨਾਲ ਹੈ ਗੁਰਪ੍ਰੀਤ ਸਿੰਘ ਖਾਲਸਾ, ਜਿਹੜੇ ਕਿ ਮੇਰੇ ਇਸ ਸਮੇਂ ਹੈਲਪ ਕਰ ਰਹੇ ਨੇ, ਸਟੂਡੈਂਟ ਨੇ, ਮੇਰੇ ਸਾਥੀ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਤੇ ਇਸ ਸਾਰੀ ਗੱਲਬਾਤ ਵਿੱਚ ਅਸੀਂ ਜੁੜੇ ਰਹਾਂਗੇ। ਆਪ ਜੀ ਨੂੰ ਕਿਸੇ ਪ੍ਰਕਾਰ ਦਾ ਕੋਈ ਪ੍ਰਸ਼ਨ ਹੈ, ਕੋਈ ਸੁਜੈਸ਼ਨ ਹੈ, ਜ਼ਰੂਰ ਕਰੋ। ਅਸੀਂ ਆਉਣ ਵਾਲਾ ਜੋ ਸੁਪਰ ਫਾਸਟ ਰਿਵੀਜ਼ਨ ਹੈ, ਜਿਸ ਵਿੱਚ ਅਸੀਂ ਸਿਰਫ ਸੈਂਪਲ ਪੇਪਰ ਹੀ ਕਰਾਂਗੇ, ਸਿਰਫ ਸੈਂਪਲ ਪੇਪਰ ਕਰਾਂਗੇ। ਜਿਵੇਂ ਪਿਛਲੀ ਵਾਰ ਕੀਤਾ ਸੀ, ਬੱਚਿਆਂ ਦੇ ਅੱਛੇ ਨੰਬਰ ਆਏ ਸੀ, ਉਸ ਨੂੰ ਅਸੀਂ YouTube ਤੇ ਹੀ ਲਾਈਵ ਕਰਾਂਗੇ। ਇਸ ਲਈ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਵੀ ਉਹ ਬਹੁਤ ਅੱਛਾ ਹੋਏਗਾ, ਜਿਸ ਦੇ ਰਾਹੀਂ ਤੁਸੀਂ ਚੰਗੇ ਨੰਬਰ ਪ੍ਰਾਪਤ ਕਰ ਸਕੋਗੇ। ਲਓ ਜੀ, ਅਸੀਂ ਹੁਣ ਸਕਰੀਨ ਸ਼ੇਅਰ ਕਰਦੇ ਹਾਂ, ਜਿਸ ਵਿੱਚ ਅਸੀਂ ਸਾਹਿਤਮਾਲਾ ਭਾਗ 10 ਵਿੱਚ ਜੋ ਕਵਿਤਾ ਭਾਗ ਹੈ, ਉਸ ਵਿੱਚੋਂ ਪਹਿਲਾ ਜੋ ਸ਼ਬਦ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਅਸੀਂ ਇਸ ਨੂੰ ਸਟੱਡੀ ਕਰਦੇ ਹਾਂ। ਇਸ ਵਿੱਚ ਸਾਡੇ ਕੋਲ ਬਹੁ ਵਿਕਲਪੀ ਯਾਨੀ MCQ ਪ੍ਰਸ਼ਨ ਨੇ, ਜਿਸ ਵਿੱਚ ਅਸੀਂ ਦੇਖਦੇ ਹਾਂ ਬਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿਸ ਦੀ ਰਚਨਾ ਹੈ? ਗੁਰੂ ਅਰਜਨ ਦੇਵ ਜੀ ਦੀ। ਕਿਉਂਕਿ ਸਾਡੇ ਕੋਲ ਦੋ ਹੀ ਸਾਹਿਤਕਾਰ ਨੇ ਗੁਰਮਤਿ ਵਾਲੇ, ਇੱਕ ਨੇ ਗੁਰੂ ਅਰਜਨ ਦੇਵ ਜੀ, ਦੂਜੇ ਭਾਈ ਗੁਰਦਾਸ ਜੀ। ਇਸ ਵਿੱਚ ਉਸ ਦਾ ਉਲਟਾ ਵੀ ਹੋ ਸਕਦਾ ਹੈ ਵੀ ਗੁਰੂ ਅਰਜਨ ਦੇਵ ਜੀ ਦੀ ਕਿਹੜੀ ਰਚਨਾ ਹੈ? ਅਸੀਂ ਲਿਖਾਂਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਕੋਈ ਕਨਫਿਊਜ਼ਨ ਨਹੀਂ ਹੋਣਾ, ਕਿਉਂਕਿ ਦੋ ਹੀ ਕਵਿਤਾਵਾਂ ਨੇ, ਗੁਰਬਾਣੀ ਦੇ ਕਾਵਿਬੰਦ ਨੇ, ਉਹਨਾਂ ਨੂੰ ਲਿਆ ਗਿਆ ਹੈ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਸ ਨੂੰ ਮਾਤਾ ਪਿਤਾ ਦੇ ਰੂਪ 'ਚ ਦੇਖਦੇ ਨੇ? ਸਾਨੂੰ ਪਤਾ ਹੈ ਗੁਰੂ ਨੂੰ ਨਹੀਂ, ਸੰਗਤ ਨੂੰ ਨਹੀਂ, ਜੀਵਾਂ ਨੂੰ ਨਹੀਂ, ਇੱਥੇ ਪਰਮਾਤਮਾ ਦੀ ਗੱਲ ਕਰਦੇ ਨੇ। ਸਭ ਥਾਵਾਂ ਤੇ ਕੌਣ ਰੱਖ ਹੈ? ਸਾਨੂੰ ਪਤਾ ਹੈ ਪਰਮਾਤਮਾ ਸਭ ਥਾਵਾਂ ਤੇ ਰੱਖ ਹੈ। ਸਾਰੇ ਜੀਵ ਜੰਤੂ ਕਿਸ ਦੇ ਪੈਦਾ ਕੀਤੇ ਨੇ? ਸਾਨੂੰ ਪਤਾ ਹੈ ਪਰਮਾਤਮਾ ਦੇ। ਫਿਰ ਇੱਥੇ ਲਿਖਿਆ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਯਾਨੀ ਜਨਮ ਕਦੋਂ ਹੋਇਆ? ਫਿਰ 1563 ਈਸਵੀ ਵਿੱਚ ਹੋਇਆ। ਜਦੋਂ ਅਸੀਂ ਉੱਪਰ ਚੱਲਦੇ ਹਾਂ, ਸ਼ਾਰਟ ਆਨਸਰ ਨੇ ਇਸ ਵਿੱਚ। ਸ਼ਾਰਟ ਆਨਸਰ ਵਿੱਚ ਅਸੀਂ ਦੇਖਦੇ ਹਾਂ ਨੰਬਰ 1, ਗੁਰੂ ਰਾਮਦਾਸ ਜੀ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ? ਅਸੀਂ ਲਿਖਾਂਗੇ ਪਿਤਾ ਲੱਗਦੇ ਸੀ, ਪਰੰਤੂ ਆਪਣੇ ਪਿਤਾ ਨੂੰ ਉਹ ਪਰਮਾਤਮਾ, ਉਹ ਮੁਰਾਰੀ,
ਉਹ ਸੰਤ, ਉਹ ਸਭ ਰੂਪ ਜੋ ਸ੍ਰੇਸ਼ਟ ਰੂਪ ਨੇ ਉਸ ਦੇ ਰੂਪ ਵਿੱਚ ਦੇਖਦੇ ਨੇ। ਫਿਰ ਦੂਸਰਾ ਪ੍ਰਸ਼ਨ ਸੀ ਵੀ ਗੁਰੂ ਰਾਮਦਾਸ ਜੀ ਦੇ ਕਿਤਨੇ ਪੁੱਤਰ ਹੈ? ਸਾਨੂੰ ਪਤਾ ਹੈ ਉਹਨਾਂ ਦੇ 3 ਪੁੱਤਰ ਨੇ। ਇੱਕ ਨੇ ਪ੍ਰਿਥੀ ਚੰਦ ਜੀ, ਦੂਸਰੇ ਮਹਾਦੇਵ, ਉਹ ਤੀਸਰੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ। ਅਗਲਾ ਪ੍ਰਸ਼ਨ ਹੈ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਕਿਹੜੀ ਹੈ? ਉਹ ਸੁਖਮਨੀ ਸਾਹਿਬ ਦੀ ਰਚਨਾ ਹੈ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਣੀ ਅਨੁਸਾਰ ਸਭ ਥਾਵਾਂ ਤੇ ਸਾਡਾ ਰਾਖਾ ਕੌਣ ਹੈ? ਅਸੀਂ ਗੱਲ ਕਰ ਚੁੱਕੇ ਹਾਂ ਪਰਮਾਤਮਾ। ਸਾਡਾ ਆਸਰਾ ਔਰ ਮਾਣ ਕੌਣ ਹੈ? ਸਾਨੂੰ ਪਤਾ ਉਹ ਪਰਮਾਤਮਾ ਦੀ ਗੱਲ ਚੱਲ ਰਹੀ ਹੈ। 6ਵਾਂ ਪ੍ਰਸ਼ਨ ਇਸ ਕਰ ਰਹੇ ਹਾਂ, ਜੀਵ ਕਿਸ ਦੀ ਕਿਰਪਾ ਨਾਲ ਪ੍ਰਭੂ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਸਕਦਾ ਹੈ? ਜੇ ਪਰਮਾਤਮਾ ਕਿਰਪਾ ਕਰ ਦੇਵੇ ਤਾਂ ਹੀ ਪਰਮਾਤਮਾ ਨਾਲ ਡੂੰਗੀ ਸਾਂਝ ਬਣ ਸਕਦੀ ਹੈ। 8ਵਾਂ ਪ੍ਰਸ਼ਨ ਹੈ ਵੀ ਪ੍ਰਭੂ ਜਾਂ ਪਰਮਾਤਮਾ ਦਾ ਨਾਮ ਸਿਮਰ ਕੇ ਕਿਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ? ਅਸੀਂ ਇੱਥੇ ਆਤਮਿਕ ਆਨੰਦ ਦੀ ਗੱਲ ਕਰ ਰਹੇ ਹਾਂ। 9ਵਾਂ ਪ੍ਰਸ਼ਨ ਹੈ ਇਸ ਸੰਸਾਰ ਵਿੱਚ ਸਭ ਕੁਝ ਕਰਨ ਵਾਲਾ ਕੌਣ ਹੈ? ਅਸੀਂ ਕਹਾਂਗੇ ਪਰਮਾਤਮਾ ਹੈ। ਇਸ ਜਗਤ ਤਮਾਸ਼ੇ ਤੇ ਜਗਤ ਅਖਾੜੇ ਨਹੀਂ, ਖੇਲ ਅਖਾੜੇ ਦਾ ਸਿਰਜਕ ਯਾਨੀ ਬਣਾਉਣ ਵਾਲਾ, ਉਸ ਨੂੰ ਕ੍ਰੀਏਟ ਕਰਨ ਵਾਲਾ ਪ੍ਰਭੂ ਪਰਮਾਤਮਾ। ਪ੍ਰਭੂ ਦੇ ਗੁਣ ਗਾਉਣ ਨਾਲ ਮਨ ਨੂੰ ਕੀ ਮਿਲਦੀ ਹੈ? ਸੀਤਲਤਾ ਮਿਲਦੀ ਹੈ। 12ਵਾਂ ਪ੍ਰਸ਼ਨ ਹੈ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ? ਉਹਨਾਂ ਦੇ ਪਿਤਾ ਦੇ ਨਾਮ ਜਿਵੇਂ ਅਸੀਂ ਪਹਿਲੇ ਪ੍ਰਸ਼ਨ 'ਚ ਕੀਤਾ ਗੁਰੂ ਰਾਮਦਾਸ ਜੀ, ਮਾਤਾ ਦਾ ਨਾਮ ਹੈ ਬੀਬੀ ਭਾਨੀ ਜੀ। 13ਵਾਂ ਪ੍ਰਸ਼ਨ ਹੈ, ਇਹ ਇਸ ਤੋਂ ਐਕਸਟਰਾ ਆ ਗਿਆ ਕਿਉਂਕਿ ਇਸ ਵਿੱਚ ਜਦੋਂ ਅਸੀਂ ਲੇਖਕ ਬਾਰੇ ਜਾਂ ਕਵੀ ਬਾਰੇ ਜਾਣ ਪਛਾਣ ਕਰਦੇ ਹਾਂ ਉਹਦੇ ਵਿੱਚ ਇਹ ਜਿਹੜੇ ਲਿੰਕ ਇਹ ਹਿੰਟ ਦਿੱਤੇ ਹੁੰਦੇ ਆ ਵੀ ਉਹਨਾਂ ਨੇ ਹਰਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ਸੀ। 13ਵਾਂ ਪ੍ਰਸ਼ਨ ਹੈ ਸਾਈਂ ਮੀਆਂ ਮੀਰ ਜੀ ਤੋਂ ਕਿਸ ਗ੍ਰੰਥ ਦੀ ਸੰਪਾਦਨਾ ਕੀਤੀ, ਐਡੀਟਿੰਗ ਕੀਤੀ? ਉਹ ਨੇ ਸ਼੍ਰੀ ਆਦਿ ਗ੍ਰੰਥ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿਸ ਦੀ ਹੈ? ਜਿਨ੍ਹਾਂ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਹੈ, ਸੰਪਾਦਨਾ, ਯਾਨੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਹੀ ਸਭ ਤੋਂ ਵੱਧ ਬਾਣੀ ਹੈ। ਔਰ ਸਭ ਤੋਂ ਵੱਧ ਰਾਗ ਕਿਹੜਾ ਹੈ? ਉਹ ਰਾਗ ਹੈ ਗੌੜੀ ਰਾਗ। ਇਸ ਵਿੱਚ ਨਹੀਂ ਲਿਖਿਆ ਹੋਇਆ। ਮਹਾ ਸੁਖ ਦੀ ਪ੍ਰਾਪਤੀ ਪ੍ਰਭੂ ਦੇ ਸਿਮਰਨ ਨਾਲ ਹੁੰਦੀ ਹੈ। ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਇੱਥੇ ਬੰਧਵ ਦਾ ਮਤਲਬ ਹੈ। 19ਵਾਂ ਪ੍ਰਸ਼ਨ ਹੈ ਸੰਬੰਧੀ ਔਰ ਰਿਸ਼ਤੇਦਾਰ। ਹੁਣ ਇਹ ਜੋ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਇਹ ਬਹੁਤ ਇੰਪੋਰਟੈਂਟ ਹੈ। ਕਿਸੇ ਵੀ ਰਚਨਾ, ਕਿਸੇ ਵੀ ਕਹਾਣੀ, ਕਿਸੇ ਵੀ ਇਕਾਂਗੀ ਦਾ ਜੋ ਸਭ ਤੋਂ ਇੰਪੋਰਟੈਂਟ ਪਾਰਟ ਹੈ ਉਹ ਹੈ ਕੇਂਦਰੀ ਭਾਵ। ਜਦੋਂ ਅਸੀਂ ਕੇਂਦਰੀ ਭਾਵ ਨੂੰ ਕਰ ਲਾਂਗੇ ਉਸ ਪਾਠ, ਉਸ ਕਵਿਤਾ, ਉਸ ਇਕਾਂਗੀ ਦੇ ਤਕਰੀਬਨ ਸਾਰੇ ਪ੍ਰਸ਼ਨਾਂ ਦੀ ਜੋ ਆਤਮਾ ਉਸ ਕੇਂਦਰੀ ਭਾਵ ਵਿੱਚ ਆ ਜਾਏਗੀ। ਇਸ ਕਰਕੇ ਮੇਰੀ ਸੁਜੈਸ਼ਨ ਹੈ ਬੱਚੋ ਤੁਹਾਨੂੰ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਹੈ ਜਾਂ ਕਹਾਣੀਆਂ ਜਾਂ ਇਕਾਂਗੇ, ਉਸ ਦਾ ਸਭ ਦਾ ਕੇਂਦਰੀ ਭਾਵ, ਸੈਂਟਰਲ ਆਈਡੀਆ, ਥੀਮ ਜ਼ਰੂਰ ਕਰਨਾ। ਇੱਥੇ ਲਿਖਿਆ ਕੇਂਦਰੀ ਭਾਵ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਸ ਦਾ ਕੇਂਦਰੀ ਭਾਵ ਹੈ ਕਿ ਪ੍ਰਭੂ ਨਾਲ ਸਾਡਾ ਰਿਸ਼ਤਾ ਸਾਰੇ ਰਿਸ਼ਤਿਆਂ ਤੋਂ ਵੱਡਾ ਰਿਸ਼ਤਾ ਹੈ ਕਿਉਂਕਿ ਉਹ ਮਾਤਾ ਪਿਤਾ ਭਰਾ ਸਮਾਨ ਹੈ। ਹਰ ਥਾਂ ਸਾਡਾ ਰਖਵਾਲਾ ਹੈ, ਹਰ ਥਾਂ ਸਾਡਾ ਮਦਦਗਾਰ ਹੈ। ਸਾਨੂੰ ਉਸੇ ਦਾ ਆਸਰਾ, ਉਸੇ ਦਾ ਮਾਣ ਹੈ। ਉਸ ਵਰਗਾ ਸਾਡੇ ਲਈ ਹੋਰ ਕੋਈ ਨਹੀਂ। ਜਿਤਨੇ ਵੀ ਸੰਸਾਰ ਵਿੱਚ ਜੀਵ ਪੈਦਾ ਕੀਤੇ ਨੇ ਉਸ ਪਰਮਾਤਮਾ ਨੇ ਉਹਨਾਂ ਸਭ ਨੂੰ ਵੱਖ-ਵੱਖ ਕੰਮਾਂ ਵਿੱਚ ਲਾਇਆ। ਸਭ ਕੁਝ ਪਰਮਾਤਮਾ ਦਾ ਕੀਤਾ ਹੋਇਆ ਹੈ ਤੇ ਉਸ ਪਰਮਾਤਮਾ ਜੋ ਸਭ ਦਾ ਸਿਰਜਕ ਹੈ, ਪਾਲਣ ਵਾਲਾ ਹੈ, ਸਭ ਨੂੰ ਚਲਾਉਣ ਵਾਲਾ ਹੈ, ਉਸ ਦਾ ਨਾਮ ਸਿਮਰ ਕੇ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਅਸੀਂ ਇਸ ਤਰ੍ਹਾਂ ਇਸ ਦਾ ਕੇਂਦਰੀ ਭਾਵ ਕਰ ਲਿਆ। ਪ੍ਰਸ਼ਨ ਦੂਸਰਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨਾਲ ਕਿਹੜੇ ਰਿਸ਼ਤੇ ਸਥਾਪਿਤ ਕਰਕੇ ਸਤਿਕਾਰ ਪ੍ਰਗਟ ਕੀਤਾ ਹੈ? ਅਸੀਂ ਮਾਤਾ ਪਿਤਾ ਭਰਾ ਦਾ, ਸੰਬੰਧੀਆਂ ਦਾ, ਦੋਸਤਾਂ ਮਿੱਤਰਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਆਦਰ ਕਰਦੇ ਹਾਂ। ਇਸ ਕਰਕੇ ਕਿਉਂਕਿ ਸਭ ਤੋਂ ਵੱਡਾ ਪਰਮਾਤਮਾ, ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਜੀਵ ਰੂਪ ਵਿੱਚ ਪਰਮਾਤਮਾ ਨਾਲ ਮਾਤਾ ਦਾ, ਪਿਤਾ ਦਾ, ਭਰਾ ਦਾ ਇਹ ਸੰਬੰਧ ਸਤਿਕਾਰ ਸਹਿਤ ਪ੍ਰਗਟਾਇਆ ਹੈ। ਪਰਮਾਤਮਾ ਨੂੰ ਕਹਿੰਦੇ ਨੇ ਕਿ हे ਪ੍ਰਭੂ ਤੁਸੀਂ ਮੇਰੇ ਮਾਤਾ ਹੋ, ਪਿਤਾ ਹੋ, ਯਾਨੀ ਮਾਤਾ ਪਿਤਾ ਦੀ ਥਾਂ ਹੋ, ਪਾਲਣਾ ਹੋ, ਜਨਮ ਦੇਣ ਵਾਲੇ ਹੋ। ਜਿਵੇਂ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦਾ ਹੈ ਨਾ, ਉਸੇ ਤਰ੍ਹਾਂ ਤੁਸੀਂ ਸਾਰੇ ਸੰਸਾਰ ਦੀ ਪਾਲਣਾ ਕਰਦੇ ਹੋ। ਜਿਵੇਂ ਮਾਂ ਬੱਚਿਆਂ ਦਾ ਫਿਕਰ ਕਰਦੀ ਹੈ, ਪਾਲਣਾ ਪੋਸ਼ਣ ਕਰਦੀ ਹੈ, ਤੁਸੀਂ ਵੀ ਸਾਰੇ ਸੰਸਾਰ ਨੂੰ ਆਪਣਾ ਬੱਚਾ ਜਾਣ ਕੇ ਪਾਲਣਾ ਕਰਨ ਵਾਲੇ ਹੋ। ਰਿਸ਼ਤੇਦਾਰ ਹੋ, ਮੇਰੇ ਭਰਾ ਹੋ, ਕਿਉਂਕਿ ਰਿਸ਼ਤੇਦਾਰ ਔਰ ਭਰਾ ਦੁੱਖ ਸੁੱਖ ਵਿੱਚ ਕੰਮ ਆਉਂਦੇ ਨੇ। ਔਰ ਤੂੰ ਜਿਹੜਾ ਨਾ ਪਰਮਾਤਮਾ ਜੀ ਹਰ ਥਾਂ ਤੂੰ ਸਹਾਈ ਹੈ ਔਰ ਜਗਤ ਦੇ ਦੁੱਖਾਂ ਤੋਂ ਵੀ ਛੁਟਕਾਰਾ ਦਿਵਾਉਣ ਵਾਲਾ ਹੈ। ਸਾਰੇ ਰਿਸ਼ਤੇ ਪਰਮਾਤਮਾ ਦਾ ਸਤਿਕਾਰ ਕਰਨ ਵਾਸਤੇ ਇਸ ਵਿੱਚ ਵਰਤੇ ਨੇ। ਇਹਦਾ ਵਿਸ਼ਾ ਕੀ ਹੈ?
ਜਦੋਂ ਅਸੀਂ ਵਿਸ਼ੇ ਦੀ ਪ੍ਰਸ਼ਨ ਤੀਜੇ ਦੀ ਗੱਲ ਕਰਦੇ ਹਾਂ, ਇਸ ਦਾ ਵਿਸ਼ਾ ਹੈ ਵੀ ਪਰਮਾਤਮਾ ਨੂੰ ਮਾਤਾ ਪਿਤਾ ਭਰਾ ਰਿਸ਼ਤੇਦਾਰ ਵੱਖ-ਵੱਖ ਰਿਸ਼ਤਿਆਂ ਦੇ ਰੂਪ ਵਿੱਚ ਦੇਖਣ ਨਾਲ ਸੰਬੰਧਿਤ ਹੈ ਕਿ ਪਰਮਾਤਮਾ ਸਾਡੇ ਸਾਰੇ ਰਿਸ਼ਤਿਆਂ ਤੋਂ ਵੱਡਾ ਰਿਸ਼ਤਾ ਹੈ। ਉਹ ਪੈਦਾ ਕਰਨ ਵਾਲਾ ਹੈ, ਉਹ ਹਰ ਥਾਂ ਕੰਮ ਆਉਣ ਵਾਲਾ ਹੈ, ਹਰ ਥਾਂ ਰਾਖੀ ਕਰਨ ਵਾਲਾ ਹੈ, ਉਹ ਸਾਡਾ ਆਸਰਾ ਸਾਡਾ ਮਾਣ ਹੈ। ਸਾਰੇ ਜੀਵ ਉਸਦੇ ਪੈਦਾ ਕੀਤੇ ਨੇ, ਸਾਰੀ ਸੰਸਾਰ ਦੀ ਖੇਡ ਉਸਦੀ ਹੈ। ਇਸ ਕਰਕੇ ਉਹ ਜੋ ਪਰਮਾਤਮਾ ਹੈ ਉਹੀ ਸਾਡਾ ਮਾਤਾ ਪਿਤਾ, ਸਾਰਾ ਰਿਸ਼ਤੇਦਾਰ ਉਹੀ ਹੈ। ਇੱਥੇ ਲਿਖਿਆ तो चौथा प्रश्न, तुझ बिन दूजा अवर ना कोई सब तेरा खेल अखाड़ा जियो। भी जिन्ने भी दुनिया 'ਚ तमाशे चल रहे हैं, जिन्ना भी संसार ਦਾ ਪ੍ਰਬੰਧ ਚੱਲ ਰਿਹਾ ਨਾ, ਉਸ ਨੂੰ ਚਲਾਉਣ ਵਾਲਾ ਤੂੰ ਆਪ ਹੈ, ਤੇਰੇ ਤੋਂ ਬਿਨਾ ਹੋਰ ਕੋਈ ਨਹੀਂ। ਜੋ ਸੰਸਾਰ ਦਾ ਖੇਲ ਅਖਾੜਾ ਚੱਲ ਰਿਹਾ, ਜੋ ਵੀ ਕਿਰਿਆਵਾਂ ਚੱਲ ਰਹੀਆਂ ਨੇ, ਉਹ ਸਾਰਾ ਪਰਮਾਤਮਾ ਦੇ ਕਰਕੇ ਹੀ ਚੱਲ ਰਹੀਆਂ ਨੇ। ਉਹ ਅਖਾੜਾ ਜੋ ਸੰਸਾਰ ਹੈ, ਇਹ ਜੋ ਹਰ ਜੀਵ ਆਉਂਦਾ ਆਪਣਾ ਆਪਣਾ ਕਾਰਜ ਕਰਕੇ ਚੱਲ ਜਾਂਦਾ, ਇਹ ਅਖਾੜਾ ਤੇਰਾ ਬਣਾਇਆ ਹੈ। ਹੁਣ ਇਸ ਵਿੱਚ ਪ੍ਰਸ਼ਨ ਪੰਜਵਾਂ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਰਚਨਾਵਾਂ ਦੀ ਸਾਹਿਤਕ ਵਿਸ਼ੇਸ਼ਤਾ ਬਾਰੇ ਦੱਸਣਾ। ਫਿਰ ਉਹੀ ਗੱਲ ਆ ਜਾਏਗੀ ਵੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਸ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਐਸੀ ਗੱਲ ਕਰ ਰਹੇ ਪੰਜਵੇਂ ਪ੍ਰਸ਼ਨ ਦੀ। ਪ੍ਰਭੂ ਪਰਮਾਤਮਾ ਨੂੰ ਮਾਤਾ ਦੱਸਿਆ, ਪਿਤਾ ਦੱਸਿਆ, ਰਿਸ਼ਤੇਦਾਰ ਦੱਸਿਆ, ਭਰਾ ਦੱਸਿਆ, ਸੰਬੰਧੀ ਦੱਸਿਆ। ਅਧਿਆਤਮਿਕ ਮਹੱਤਵ ਵਾਲੀ ਰਚਨਾ ਹੈ, ਪਰੰਤੂ ਰਿਸ਼ਤੇ ਸਾਰੇ ਵਰਤੇ ਨੇ ਕਿਉਂਕਿ ਇਹਨਾਂ ਸੰਸਾਰ ਦੇ ਸਾਰੇ ਰਿਸ਼ਤਿਆਂ ਤੋਂ, ਕਿਉਂਕਿ ਸਾਰੇ ਰਿਸ਼ਤੇ ਖਤਮ ਹੋਣ ਵਾਲੇ ਨੇ, ਨਸ਼ਟ ਹੋ ਜਾਣ ਵਾਲੇ ਨੇ। ਸਿਰਫ ਇੱਕ ਰਿਸ਼ਤਾ ਜਿਹੜਾ ਹੈ ਉਹ ਸਦੀਵ ਕਾਲ ਲੋਕ ਪਰਲੋਕ ਰਹੇਗਾ। ਇਸ ਕਰਕੇ ਮਾਤਾ ਪਿਤਾ ਭਰਾ ਬੰਧਵ ਉਹ ਸਾਰਾ ਪਰਮਾਤਮਾ ਹੀ ਹੈ। ਇੱਥੇ ਉਹਨਾਂ ਨੇ ਸੰਬੋਧਨ ਦਾ ਸ਼ਬਦ ਵਰਤਿਆ, ਤੂੰ ਜਿਤ ਤਿਤ ਕਿਸ ਇਹ ਦੁਹਰਾਵ ਸੰਗੀਤ ਪੈਦਾ ਕਰਦੇ ਨੇ। ਮధుਰ ਸੰਗੀਤ ਇਸ ਰਚਨਾ ਦੀ ਵਿਸ਼ੇਸ਼ਤਾ ਹੈ। ਇਸ ਨੂੰ ਗਾਇਆ ਜਾ ਸਕਦਾ ਕਿਉਂਕਿ ਬਾਣੀ ਹੈ ਨਾ, ਔਰ ਰਾਗ ਆਧਾਰਿਤ ਇਸ ਨੂੰ ਗਾਇਆ ਜਾ ਸਕਦਾ ਹੈ। ਤੁਕਾਂਤ, ਤੁਕਾਂਤ ਦਾ ਮਤਲਬ ਤੁਕ ਦਾ ਅੰਤ, ਯਾਨੀ ਰਾਈਮਿੰਗ ਵਰਡਸ ਮਿਲਦੇ ਜੁਲਦੇ ਨੇ, ਜਿਸ ਨਾਲ ਮਾਤਾ ਪਿਤਾ ਪਛਾਣਾ ਮਾਣਾ ਉਪਾਏ ਲਾਏ ਪਾਇਆ ਸੀਤ ਲਾਇਆ, ਇਹ ਤੁਕਾਂਤ ਮਿਲਦੇ ਹੈ ਔਰ ਸੁੰਦਰ ਬਣਾਉਂਦੇ ਨੇ। ਸ਼ੈਲੀ ਬੜੀ ਪ੍ਰਭਾਵਸ਼ਾਲੀ ਹੈ। ਹੁਣ ਅਸੀਂ ਜਦੋਂ ਅੱਗੇ ਕਰਦੇ ਹਾਂ, ਭਾਈ ਗੁਰਦਾਸ ਜੀ ਜਿਹੜੇ ਕਿ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਸੀ, ਉਹਨਾਂ ਨੇ ਗੁਰੂਆਂ ਦੇ ਜੀਵਨ ਕਾਲ ਬਾਰੇ, ਜੀਵਨ ਬਾਰੇ, ਜੀਵਨ ਦੇ ਖੇਡਾਂ ਬਾਰੇ, ਜੀਵਨ ਦੇ ਕੌਤਕਾਂ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ ਨੇ। ਉਸ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਨੇ ਇੱਕ ਰਚਨਾ ਨੂੰ ਯਾਨੀ ਲਿਖੀ ਹੈ, ਜਿਸ ਨੂੰ ਇਸ ਕਿਤਾਬ ਵਿੱਚ ਆਧਾਰ ਬਣਾਇਆ, ਸਤਿਗੁਰੂ ਨਾਨਕ ਪ੍ਰਗਟਿਆ। ਵੀ ਜਦੋਂ ਗੁਰੂ ਸਾਹਿਬ ਪ੍ਰਗਟ ਹੋਏ ਉਸ ਸਮੇਂ ਭਾਈ ਗੁਰਦਾਸ ਜੀ ਦੱਸਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਸੀ। ਪ੍ਰਸ਼ਨ ਉਹੀ ਨੇ ਵੀ ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਨਕ ਪ੍ਰਗਟਿਆ ਕਿਸਨੇ ਰਚਨਾ ਲਿਖੀ ਹੈ? ਸਾਨੂੰ ਪਤਾ ਹੈ ਭਾਈ ਗੁਰਦਾਸ ਜੀ। ਫਿਰ ਦੂਸਰਾ ਪ੍ਰਸ਼ਨ ਹੈ ਵੀ ਭਾਈ ਗੁਰਦਾਸ ਨੇ ਕਿਹੜੀ ਰਚਨਾ ਲਿਖੀ ਹੈ? ਸਾਨੂੰ ਪਤਾ ਹੈ ਸਤਿਗੁਰੂ ਨਾਨਕ ਪ੍ਰਗਟਿਆ। ਤੀਸਰਾ ਪ੍ਰਸ਼ਨ ਹੈ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਵੀ ਜਿੱਦਾਂ ਸੂਰਜ ਨਿਕਲਦਾ ਹੈ ਤਾਰੇ ਛੁਪ ਜਾਂਦੇ ਨੇ, ਹਨੇਰ ਭੱਜ ਜਾਂਦਾ ਹੈ। ਕਿਸ ਦੀ ਰਚਨਾ ਹੈ? ਤੁਕ ਕਿਸ ਦੀ ਹੈ? ਅਸੀਂ ਦੱਸਾਂਗੇ ਭਾਈ ਗੁਰਦਾਸ ਦੀ। ਸਰ ਬਹੁਤ ਈਜ਼ੀ ਹੈ ਕਿਉਂਕਿ ਦੋ ਹੀ ਤੁਕਾਂ ਹੋ ਸਕਦੀਆਂ, ਜਾਂ ਤਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਜਾਂ ਫਿਰ ਭਾਈ ਗੁਰਦਾਸ ਦੀ ਸਤਿਗੁਰੂ ਨਾਨਕ ਪ੍ਰਗਟਿਆ। ਜੋ ਉਹਨਾਂ ਦਾ ਸਟਾਈਲ ਹੈ ਗੁਰੂ ਅਰਜਨ ਦੇਵ ਜੀ ਦਾ, ਔਰ ਜੋ ਸਟਾਈਲ ਲਿਖਤੀ ਸਟਾਈਲ ਹੈ ਭਾਈ ਗੁਰਦਾਸ ਜੀ ਦਾ, ਉਸ ਨੂੰ ਅਸੀਂ ਸਹਿਜ ਹੀ ਪਛਾਣ ਸਕਦੇ ਹਾਂ। ਇੱਥੇ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਹਾਡੀ ਕਿਤਾਬ ਦੇ ਇੰਟਰੋਡਕਸ਼ਨ ਵਿੱਚ ਹੈ। ਚੌਥਾ ਪ੍ਰਸ਼ਨ, ਭਾਈ ਗੁਰਦਾਸ ਨੇ ਕਿਤਨੀਆਂ ਵਾਰਾਂ ਦੀ ਰਚਨਾ ਕੀਤੀ? ਉਹਨਾਂ ਨੇ 40 ਵਾਰਾਂ ਦੀ ਰਚਨਾ ਕੀਤੀ ਹੈ। ਜਨਮ ਕਦੋਂ ਹੋਇਆ? 1569। ਦੇਹਾਂਤ ਕਦੋਂ ਹੋਇਆ? 1637 ਵਿੱਚ। ਜਦੋਂ ਅਸੀਂ ਇੱਕ ਲਾਈਨ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਲੱਗਦਾ ਹੈ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਦੇ ਰਿਸ਼ਤੇ 'ਚ ਭਤੀਜੇ ਲੱਗਦੇ ਸੀ, ਯਾਨੀ ਭਰਾ ਦੇ ਬੇਟੇ ਸਨ। ਕਿਸ ਘਰਾਣੇ ਵਿੱਚ ਸਨ? ਉਹ ਭੱਲਾ ਖਾਨਦਾਨ, ਯਾਨੀ ਭੱਲਾ ਜਾਤ ਭੱਲਾ ਗੋਤ ਦੇ ਨਾਲ ਸੰਬੰਧਿਤ ਸੀ ਭਾਈ ਗੁਰਦਾਸ ਜੀ। ਕਿਉਂਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਏ। ਭੱਟਾਂ ਨੇ ਉਹਨਾਂ ਦੀ ਜਾਤ ਨੂੰ, ਉਹਨਾਂ ਦੇ ਗੋਤ ਨੂੰ ਆਦਰ ਸਹਿਤ ਬੋਲਦਿਆਂ ਹੋਇਆ ਲਿਖਿਆ ਭੱਲੇ ਅਮਰਦਾਸ ਗੁਣ ਤੇਰੇ। ਇਸ ਨੂੰ ਅਸੀਂ ਭਲੇ ਅਮਰਦਾਸ ਗੁਣ ਤੇਰੇ ਵੀ ਕਹਿ ਸਕਦੇ ਹਾਂ ਵੀ ਤੇਰੇ ਗੁਣ ਬਹੁਤ ਭਲੇ ਨੇ। ਭੱਲੇ ਜਾਤ ਨੂੰ ਯਾਨੀ ਗੋਤ ਨੂੰ ਸੰਬੰਧਿਤ ਹੈ। ਦੋਨੋਂ ਤਰੀਕੇ ਨਾਲ ਜਿਹੜੇ ਰਾਗੀ ਨੇ ਉਚਾਰਨ ਕਰਦੇ ਨੇ। ਤੀਸਰਾ ਪ੍ਰਸ਼ਨ ਹੈ ਸੰਖੇਪ ਵਿੱਚ, ਭਾਈ ਗੁਰਦਾਸ ਜੀ ਕਿਸ ਮਤ ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ ਤੇ ਗਏ? ਕਿਉਂਕਿ ਸਿੱਖ ਸਨ, ਗੁਰੂ ਸਾਹਿਬ ਦੇ ਅਨੰਨ ਵਿਦਵਾਨ ਸਿੱਖ ਸਨ, ਇਸ ਕਰਕੇ ਸਿੱਖ ਮਤ ਦੇ ਪ੍ਰਚਾਰ ਲਈ ਗਏ। ਕਿੰਨੀਆਂ ਵਾਰਾਂ? ਅਸੀਂ ਕਰ ਚੁੱਕੇ ਹਾਂ 40। ਕਿਹੜੀ ਭਾਸ਼ਾ? ਕਿਹੜੀ ਪੰਜਾਬੀ ਵਿੱਚ ਨੇ? ਟਕਸਾਲੀ। ਪੰਜਾਬ ਦੀਆਂ ਭਾਸ਼ਾ ਉਪਭਾਸ਼ਾ ਬਹੁਤ ਸਾਰੀਆਂ ਨੇ।
ਪੁਆਂਦੀ ਹੈ, ਮਲਵਈ ਹੈ, ਦੁਆਬੀ ਹੈ, ਜਿਹੜੀ ਮਾਝੇ ਦੀ ਭਾਸ਼ਾ ਇਸ ਨੂੰ ਟਕਸਾਲੀ ਭਾਸ਼ਾ ਕਹਿੰਦੇ ਆ। ਇਹ ਸ਼ੁੱਧ ਵਿਆਕਰਣ ਵਾਲੀ ਭਾਸ਼ਾ ਪੰਜਾਬੀ ਹੈ, ਇਸ ਕਰਕੇ ਇਸ ਨੂੰ ਟਕਸਾਲੀ ਭਾਸ਼ਾ, ਕੇਂਦਰੀ ਭਾਸ਼ਾ ਕਹਿ ਸਕਦੇ ਹਾਂ। 6ਵਾਂ ਪ੍ਰਸ਼ਨ ਹੈ, ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਕਿਸ ਪੱਖ ਦੀ ਵਿਆਖਿਆ ਕੀਤੀ ਹੈ? ਉਹਨਾਂ ਨੇ ਕੋਈ ਸਾਖੀਆਂ, ਕੋਈ ਹੋਰ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਸੁਣਾਈਆਂ, ਉਹਨਾਂ ਨੇ ਜੋ ਗੁਰਬਾਣੀ ਦਾ ਸਿਧਾਂਤਕ ਪੱਖ ਹੈ, ਜੋ ਪ੍ਰਿੰਸੀਪਲਸ ਨੇ ਗੁਰਬਾਣੀ ਦੇ ਸਿਧਾਂਤ ਨੇ, ਉਹਨਾਂ ਦੀ ਵਿਆਖਿਆ ਕੀਤੀ ਹੈ। 7ਵਾਂ ਪ੍ਰਸ਼ਨ ਹੈ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਕਿਸ ਦੀ ਸਿੱਖਿਆ ਦਿੱਤੀ ਹੈ? ਉਹਨਾਂ ਨੇ ਆਪਣੀਆਂ ਸਾਰੀਆਂ ਵਾਰਾਂ ਵਿੱਚ ਸਦਾਚਾਰ ਦੀ ਸਿੱਖਿਆ ਦਿੱਤੀ ਹੈ। ਕਿੱਥੋਂ ਪਤਾ ਲੱਗੇਗਾ? ਜਦੋਂ ਅਸੀਂ ਭਾਈ ਗੁਰਦਾਸ ਜੀ ਬਾਰੇ ਆਪਣੀ ਕਿਤਾਬ ਵਿੱਚ ਲਿਖੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਨੂੰ ਪੜਾਂਗੇ, ਉਸ ਵਿੱਚ ਲਿਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੇ ਅਗਿਆਨਤਾ ਦਾ ਕੀ ਦੂਰ ਹੋ ਗਿਆ? ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਜਿਵੇਂ ਕਿ ਅਸੀਂ ਦੇਖਿਆ ਸੀ ਨਾ ਬਈ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ। ਜਿੱਦਾਂ ਸ਼ੇਰ ਮਿਰਗਾਂ ਦੇ ਝੁੰਡ ਤੇ ਗਰਜਦਾ, ਉਹ ਭੱਜੀ ਜਾਂਦੀ ਹੈ ਧੀਰਜ ਦੀ ਧਰਦੀ, ਇਸ ਤਰ੍ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸਮੇਂ ਪਾਪਾਂ ਦਾ ਹਾਲ ਹੋ ਗਿਆ, ਪਾਪ ਦਾ ਹਨੇਰਾ ਦੂਰ ਹੋ ਗਿਆ। 9ਵਾਂ ਪ੍ਰਸ਼ਨ ਸਾਡਾ, ਸੂਰਜ ਚੜ੍ਹਨ ਨਾਲ ਕੀ ਦੂਰ ਹੁੰਦਾ ਹੈ? ਸਾਨੂੰ ਪਤਾ ਹੈ ਸੂਰਜ ਚੜ੍ਹਦਾ ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਗੁਰੂ ਸਾਹਿਬ ਨੇ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕੀਤਾ, ਘਰ ਘਰ ਅੰਦਰ ਕੀ ਬਣ ਗਿਆ? ਕਹਿੰਦੇ ਘਰ ਘਰ ਅੰਦਰ ਧਰਮਸਾਲ। ਕੀ ਹੁੰਦਾ? ਹੋਵੇ ਕੀਰਤਨ ਸਦਾ ਵਿਸਵਾ। ਆਨੰਦ ਹੀ ਆਨੰਦ ਹੈ, ਕੀਰਤਨ ਹੀ ਕੀਰਤਨ ਹੈ। ਗੁਰੂ ਸਾਹਿਬ ਦੇ ਆਉਣ ਨਾਲ ਸੰਸਾਰ ਤੇ ਘਰ ਘਰ ਵਿੱਚ ਧਰਮਸ਼ਾਲਾ ਬਣ ਗਈਆਂ। 11ਵਾਂ ਪ੍ਰਸ਼ਨ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਤਨੀਆਂ ਦਿਸ਼ਾਵਾਂ ਦੇ ਲੋਕਾਂ ਨੂੰ ਤਾਰ ਦਿੱਤਾ? ਕਹਿੰਦੇ ਆ ਭਾਈ ਗੁਰਦਾਸ ਜੀ, ਬਾਬੇ, ਤਾਰੇ, ਚਾਰ, ਚੱਕ ਯਾਨੀ ਦਿਸ਼ਾਵਾਂ। ਗੁਰੂ ਨਾਨਕ ਦੇਵ ਜੀ ਨੇ 4 ਦਿਸ਼ਾਵਾਂ ਯਾਨੀ ਸਾਰੀ ਧਰਤੀ ਦਾ ਭਲਾ ਕਰ ਦਿੱਤਾ। 11ਵਾਂ ਪ੍ਰਸ਼ਨ ਸੀ। 12ਵਾਂ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ? ਕਹਿੰਦੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਯਾਨੀ ਆਹ ਜੋ ਗੁਰੂ ਨਾਨਕ ਦੇਵ ਜੀ ਗੁਰਮੁਖ ਸੀ, ਉਹ ਕਲਯੁਗ ਵਿੱਚ ਪ੍ਰਗਟ ਹੋਏ। ਫਿਰ ਤੁਹਾਡੀ ਇੰਟਰੋਡਕਸ਼ਨ ਵਿੱਚ ਲਿਖਿਆ ਹੈ ਭਾਈ ਗੁਰਦਾਸ ਜੀ ਕਿਹੜੀਆਂ ਭਾਸ਼ਾ ਦੇ ਵਿਦਵਾਨ ਸੀ? ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਔਰ ਪੰਜਾਬੀ, ਟਕਸਾਲੀ ਪੰਜਾਬੀ ਦੇ ਵਿਦਵਾਨ ਸੀ। 14ਵਾਂ ਪ੍ਰਸ਼ਨ ਹੈ, ਭਾਈ ਗੁਰਦਾਸ ਜੀ ਸਿੱਖ ਮਤ ਦੇ ਪ੍ਰਚਾਰ ਲਈ ਕਿਹਨਾਂ ਥਾਵਾਂ ਤੇ ਗਏ? ਇੱਥੇ ਮੈਂ ਦੇਖ ਰਿਹਾ ਜਪਨੂਰ ਸਿੰਘ ਸਾਡੇ ਨਾਲ ਮਿਲ ਕੇ ਦੇਖ ਰਹੇ ਨੇ। ਪ੍ਰੀਤ ਸਿੰਘ ਗੁੱਡ ਈਵਨਿੰਗ ਕਹਿ ਰਹੇ ਨੇ। ਬਹੁਤ 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 ਧੰਨਵਾਦ ਬੇਟਾ। ਤੁਹਾਨੂੰ ਮੇਰੀ ਆਵਾਜ਼, ਮੇਰੀ ਗੱਲ ਸਭ ਸਮਝ ਆ ਰਹੀ ਹੈ ਬੇਟਾ? ਜਿਹੜੇ ਬੱਚਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ, ਪ੍ਰੀਤ ਸਿੰਘ, ਜਪਨੂਰ ਸਿੰਘ, ਤੁਸੀਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ ਕਿ ਮੇਰਾ ਪੜ੍ਹਾਇਆ ਹੋਇਆ ਔਰ ਜੋ ਦਿਖਾਇਆ ਹੋਇਆ ਤੁਹਾਨੂੰ ਸਮਝ ਆ ਰਿਹਾ ਹੈ, ਦਿਖ ਰਿਹਾ ਹੈ। ਫਿਰ ਅਸੀਂ ਇਸ ਨੂੰ ਹੋਰ ਕੰਟੀਨਿਊ ਕਰਦੇ ਹਾਂ। ਅਗਲੀ ਵਾਰ ਹੋਰ ਵਧੀਆ ਤਰੀਕੇ ਨਾਲ ਅਸੀਂ ਲੈ ਕੇ ਆਵਾਂਗੇ। ਹਾਂਜੀ ਪ੍ਰੀਤ ਸਿੰਘ, ਜਪਨੂਰ ਸਿੰਘ ਜੀ, ਕਿੱਦਾਂ ਚੱਲ ਰਿਹਾ ਜੀ? ਅੱਗੇ 14ਵਾਂ ਪ੍ਰਸ਼ਨ, ਭਾਈ ਗੁਰਦਾਸ ਜੀ ਸਿੱਖ ਮਤ ਦੇ ਪ੍ਰਚਾਰ ਲਈ ਕਿਹਨਾਂ ਥਾਵਾਂ ਤੇ ਗਏ? ਥੈਂਕ ਯੂ ਰਮਨਦੀਪ ਕੌਰ, ਥੈਂਕ ਯੂ ਬੇਟਾ। ਇਸ ਨੇ ਦੱਸਿਆ ਕਿ ਸਮਝ ਆ ਰਹੀ ਹੈ, ਬਹੁਤ ਵਧੀਆ। ਹੁਣ ਅਸੀਂ ਗੱਲ ਕਰ ਰਹੇ ਹਾਂ ਵੀ ਭਾਈ ਗੁਰਦਾਸ ਜੀ ਸਿੱਖ ਮਤ ਦੇ ਪ੍ਰਚਾਰ ਲਈ ਕਿਹੜੀਆਂ ਥਾਵਾਂ ਤੇ ਗਏ। ਇਹ ਵੀ ਇੰਟਰੋਡਕਸ਼ਨ ਦਾ ਪੈਰਾ ਜੋ ਕਵਿਤਾ ਤੋਂ ਯਾਨੀ ਇਸ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਪਹਿਲਾਂ ਉਸ ਵਿੱਚ ਲਿਖਿਆ ਹੈ ਵੀ ਆਗਰਾ, ਬਨਾਰਸ ਔਰ ਉਜੈਨ ਦੇ ਇਲਾਕੇ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਗਏ। 15ਵਾਂ, ਕਿਸ ਗ੍ਰੰਥ ਨੂੰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ? ਜਦੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਜੋ ਰਾਮਸਰ ਸਾਹਿਬ ਸਰੋਵਰ ਹੈ ਉਸ ਦੇ ਕਿਨਾਰੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਗੁਰੂ ਸਾਹਿਬ ਨੇ ਉਸ ਨੂੰ ਐਡਿਟ ਕੀਤਾ, ਸੰਪਾਦਿਤ ਕੀਤਾ, ਤਾਂ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਬੜੀ ਸੁੰਦਰ ਲਿਖਾਈ ਨਾਲ ਉਸ ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਿਆ, ਜਿਸ ਨੂੰ ਹੁਣ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ ਤੇ ਆਪਣੇ 11ਵੇਂ ਆਪਣੇ ਪ੍ਰਗਟ ਗੁਰਾਂ ਯਾਨੀ ਪ੍ਰੈਜ਼ੈਂਟ ਗੁਰੂ ਮੰਨਦੇ ਹਾਂ। 16ਵਾਂ ਪ੍ਰਸ਼ਨ ਹੈ, ਸਤਿਗੁਰੂ ਨਾਨਕ ਪ੍ਰਗਟਿਆ ਰਚਨਾ ਅਨੁਸਾਰ ਜਿਨ੍ਹਾਂ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਰਸੇ ਉਹ ਥਾਵਾਂ ਕੀ ਕਰਨ ਯੋਗ ਹੋ ਗਈਆਂ? ਉੱਥੇ ਲਿਖਿਆ ਹੈ ਵੀ ਉਹ ਥਾਵਾਂ ਪੂਜਣ ਯੋਗ ਹੋ ਗਈਆਂ ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਆ। ਉਹ ਜਿਹੜੀਆਂ ਸਾਰੀਆਂ ਸਥਾਨ ਨੇ, ਰੋਮਾ ਪਟੇਲ ਥੈਂਕ ਯੂ ਬੇਟਾ, ਉਹ ਸਾਰੀਆਂ ਜਿਹੜੀਆਂ ਥਾਵਾਂ ਨੇ ਉਹ ਪੂਜਣ ਯੋਗ ਹੋ ਗਈਆਂ ਨੇ। ਫਿਰ ਲਿਖਿਆ ਸਤਿਗੁਰੂ ਨਾਨਕ ਪ੍ਰਗਟਿਆ। 17ਵਾਂ ਪ੍ਰਸ਼ਨ ਹੈ, ਰਚਨਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਘਰ ਘਰ ਅੰਦਰ ਬਣਾਈ ਧਰਮਸ਼ਾਲਾ ਵਿੱਚ ਕੀ ਹੁੰਦਾ ਹੈ? ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ, ਯਾਨੀ ਕੀਰਤਨ ਹੁੰਦਾ ਹੈ ਔਰ ਕੀਰਤਨ ਕਰਕੇ ਸਦਾ ਵਿਸੋਏ ਨਹੀਂ ਸਦਾ ਆਨੰਦ ਹੀ ਆਨੰਦ ਫੈਲਿਆ। ਹੁਣ ਅਸੀਂ ਵੱਡੇ ਉੱਤਰ ਕਰਦੇ ਹਾਂ ਜਿਹੜੇ ਕਿ 25 ਤੋਂ 30 ਸ਼ਬਦਾਂ ਵਿੱਚ ਨੇ। ਉਹ ਪਹਿਲਾ ਹੈ, ਭਾਈ ਗੁਰਦਾਸ ਨੇ ਸਤਿਗੁਰੂ ਨਾਨਕ ਪ੍ਰਗਟਿਆ ਪੌੜੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਕਿਹੜੇ ਪਰਿਵਰਤਨਾਂ ਦਾ ਵਰਣਨ ਕੀਤਾ ਹੈ, ਇਸ ਨੂੰ ਅਸੀਂ ਹੁਣ ਕਰ ਰਹੇ ਹਾਂ। ਇੱਥੇ ਅਸੀਂ ਲਿਖਾਂਗੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਅਗਿਆਨਤਾ ਦੀ ਧੁੰਦ ਮਿਟ ਗਈ, ਗਿਆਨ ਦਾ ਚਾਨਣ ਹੋ ਗਿਆ, ਪਖੰਡ ਵਹਿਮ ਭਰਮ ਦੂਰ ਹੋ ਗਏ,
ਪਾਪੀ ਔਰ ਜਿਹੜੇ ਧਾਰਮਿਕ ਪਖੰਡੀ ਸੀ ਉਹਨਾਂ ਨੂੰ ਭਾਜੜ ਪੈ ਗਈ। ਇਸ ਤਰ੍ਹਾਂ ਭਾਜੜ ਪੈ ਗਈ ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਛੁਪ ਜਾਂਦੇ ਨੇ, ਹਨੇਰਾ ਭੱਜ ਜਾਂਦਾ ਹੈ, ਜਿਵੇਂ ਸਿੰਘ ਦੇ ਸ਼ੇਰ ਦੇ ਗਰਜਨ ਨਾਲ ਜੋ ਹਿਰਨ ਨੇ ਕਮਜ਼ੋਰ ਦਿਲ ਵਾਲੇ ਉਹ ਭੱਜ ਜਾਂਦੇ ਨੇ। ਔਰ ਇਸ ਤਰ੍ਹਾਂ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਚਰਨ ਪੈਂਦੇ ਨੇ ਉਹ ਪਵਿੱਤਰ ਸਥਾਨ ਬਣ ਜਾਂਦੇ ਨੇ। ਜੋ ਸਿੱਧਾਂ ਦੇ ਆਸਣ ਨੇ ਉਹ ਨਾਨਕ ਮਤੇ ਬਣ ਜਾਂਦੇ ਨੇ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਜੋ ਸਿੱਧਾਂ ਦੇ ਆਸਣ ਸੀ ਉਹ ਸਾਰੇ ਨਾਨਕ ਦੇ ਆਸਣ ਬਣ ਗਏ, ਉਹ ਨਾਨਕ ਮਤੇ ਬਣ ਗਏ। ਇਸ ਤਰ੍ਹਾਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਗੁਰੂ ਸਾਹਿਬ ਨੇ ਦੀ ਕਿਰਪਾ ਨਾਲ ਘਰ ਘਰ ਧਰਮਸ਼ਾਲਾ ਬਣ ਗਈ, ਕੀਰਤਨ ਹੋਣ ਲੱਗਾ ਔਰ ਸਾਰੇ ਪਾਸੇ ਲੋਕਾਂ ਦਾ ਕਲਿਆਣ ਹੋ ਗਿਆ। ਹੁਣ ਫਿਰ ਇੰਪੋਰਟੈਂਟ ਕੁਐਸਚਨ ਮੈਂ ਦੱਸ ਰਿਹਾ, ਉਹ ਹੈ ਦੂਸਰਾ ਵਾਲਾ, ਸਤਿਗੁਰੂ ਨਾਨਕ ਪ੍ਰਗਟਿਆ ਦੇ ਕੇਂਦਰੀ ਭਾਵ। ਕੇਂਦਰੀ ਭਾਵ ਸੈਂਟਰਲ ਆਈਡੀਆ ਥੀਮ, ਇਸ ਨੂੰ ਤੁਸੀਂ ਇੱਕਦਮ ਰੱਟ ਲੈਣਾ ਹੈ। ਉਹ ਹੈ ਸਤਿਗੁਰੂ ਨਾਨਕ ਪ੍ਰਗਟਿਆ ਦਾ ਕੇਂਦਰੀ ਭਾਵ। ਜਦੋਂ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੇ ਅਵਤਾਰ ਧਾਰਿਆ, ਜਿੱਥੇ ਅਗਿਆਨਤਾ ਸੀ, ਪਾਪ ਸੀ, ਉਹਨਾਂ ਦੇ ਪ੍ਰਕਾਸ਼ ਨਾਲ ਅਗਿਆਨਤਾ ਦੀ ਧੁੰਦ ਮਿਟ ਗਈ, ਹਨੇਰਾ ਦੂਰ ਹੋ ਗਿਆ ਔਰ ਸੰਸਾਰ ਵਿੱਚ ਗਿਆਨ ਦਾ ਚਾਨਣ ਹੋ ਗਿਆ। ਪਖੰਡ ਵਹਿਮ ਭਰਮ ਦੂਰ ਹੋ ਗਏ, ਪਾਪੀ ਔਰ ਧਾਰਮਿਕ ਪਖੰਡੀ ਉਹ ਭੱਜ ਗਏ। ਇਸ ਤਰ੍ਹਾਂ ਚਾਰੋਂ ਦਿਸ਼ਾਵਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ, ਆਪਣੇ ਉਪਦੇਸ਼ ਦੁਆਰਾ ਕਲਿਆਣ ਕਰ ਦਿੱਤਾ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਉਹ ਸਾਰੇ ਪੂਜਾ ਦੇ ਸਥਾਨ ਬਣ ਗਏ। ਇਸ ਰਚਨਾ ਦਾ ਕੇਂਦਰੀ ਭਾਵ ਇਹ ਹੈ। ਵਿਸ਼ੇ ਵਸਤੂ ਦੀ ਗੱਲ ਕਰਦੇ ਹਾਂ, ਯਾਨੀ ਥੀਮ ਦੀ ਗੱਲ ਕਰਦੇ ਹਾਂ, ਤਾਂ ਵੀ ਇਹੀ ਗੱਲ ਕਰਾਂਗੇ ਜੋ ਅਸੀਂ ਉੱਤੇ ਕੀਤੀ ਹੈ। ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਸਾਹਿਤਕ ਵਿਸ਼ੇਸ਼ਤਾਵਾਂ, ਇਹ ਤੁਹਾਨੂੰ ਸ਼ਾਇਦ ਹੀ ਆਵੇਗਾ, ਕਿਉਂਕਿ ਇਸ ਵਿੱਚ ਤੁਸੀਂ ਇਸ ਰਚਨਾ ਦੇ ਜੋ ਸੋਹਜ ਹੈ, ਜੋ ਐਸਥੈਟੀਕਲ ਵੈਲਿਊ ਹੈ, ਸਿਧਾਂਤ ਦੀ ਗੱਲ ਕਰਨੀ ਹੈ। ਉਸ ਵਿੱਚ ਅਸੀਂ ਦੱਸ ਸਕਦੇ ਹਾਂ ਪਹਿਲੀ ਵਾਰ ਵਿੱਚੋਂ ਹੈ, ਗੁਰੂ ਨਾਨਕ ਦੇਵ ਦੀ ਸ਼ਖਸੀਅਤ ਨਾਲ ਸੰਬੰਧਿਤ ਹੈ। ਜਦੋਂ ਗੁਰੂ ਸਾਹਿਬ ਸੰਸਾਰ ਤੇ ਪ੍ਰਗਟ ਹੋਏ ਉਸ ਸਮੇਂ ਅਗਿਆਨਤਾ ਦਾ ਹਨੇਰਾ ਸੀ, ਪਾਪ ਫੈਲਿਆ ਸੀ, ਉਹਨਾਂ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਗਿਆਨ ਦਾ ਚਾਨਣ ਫੈਲ ਗਿਆ। ਇਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰ, ਜਿਹੜਾ ਪੰਜਵਾਂ ਪ੍ਰਸ਼ਨ ਹੈ ਇੰਪੋਰਟੈਂਟ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੀ ਰਚਨਾ ਬਾਰੇ ਲਿਖਣਾ ਹੈ। 40 ਵਾਰਾਂ ਨੇ, 556 ਕਵਿਤ ਸਵਈਏ ਨੇ। ਇਹ ਸਾਰੀ ਗੱਲ ਜਿਹੜੀ ਇਸ ਵਾਰ ਤੁਹਾਨੂੰ ਨਹੀਂ ਆਏਗੀ, ਕਿਉਂਕਿ ਇਹ ਆਊਟ ਆਫ ਵੇ ਜਾ ਕੇ ਇਸ ਦਾ ਉੱਤਰ ਦਿੱਤਾ ਹੈ। ਹੁਣ ਜੋ ਉਸ ਤੋਂ ਅਗਲਾ, ਯਾਨੀ ਸਾਡੀ ਸਾਹਿਤਮਾਲਾ ਵਿੱਚ ਜੋ ਅਗਲਾ ਸਾਡਾ ਲੇਖ ਹੈ, ਇੱਥੇ ਤੱਕ ਅਸੀਂ ਕਾਵਿ ਰੂਪਾਂ ਦੀ ਗੱਲ ਕੀਤੀ। ਲੱਕੀ ਭਾਜੀ ਗੁੱਡ ਇਵਨਿੰਗ ਬੇਟਾ। ਪ੍ਰੀਤ ਸਿੰਘ ਟੈਲੀਗ੍ਰਾਮ ਲਿੰਕ ਵਰਕ ਨਹੀਂ ਕਰ ਰਿਹਾ। ਕੋਈ ਨਹੀਂ ਬੇਟਾ, ਕੱਲ ਤੁਸੀਂ ਕੀਤਾ ਸੀ ਮੇਰੇ ਖਿਆਲ, ਇਸ ਨੂੰ ਜੁਆਇਨ ਕੀਤਾ ਸੀ ਤੁਸੀਂ, ਅੱਜ ਫਿਰ ਉਸ ਲਿੰਕ ਨੂੰ ਗੁਰਪ੍ਰੀਤ ਉਸ ਲਿੰਕ ਹੈ ਕਰ ਰਿਹਾ ਹੈ, ਸਾਡੇ ਵੱਲੋਂ ਇਹ ਕਰ ਰਿਹਾ ਹੈ। ਰੋਮਾ ਪਟੇਲ ਤੁਸੀਂ ਵੀ ਬੇਟਾ ਇਸ ਲਿੰਕ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ, ਲਰਨ ਪੰਜਾਬੀ ਜਗਜੀਤ ਸਰ ਪੱਪਾ ਲਿਖਿਆ ਉਸ ਉੱਤੇ। ਓਕੇ, ਹੁਣ ਅਸੀਂ ਅੱਗੇ ਕਰਦੇ ਹਾਂ। ਪ੍ਰਾਰਥਨਾ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਬਹੁਤ ਇੰਪੋਰਟੈਂਟ ਚੈਪਟਰ ਹੈ, ਜਿਸ ਵਿੱਚ ਅਰਦਾਸ ਬਾਰੇ ਜ਼ਿਕਰ ਕੀਤਾ ਹੈ। ਇਸ ਵਿੱਚ ਕੁਝ ਨਾਮ ਆਏ ਨੇ। ਭਾਈ ਵੀਰ ਸਿੰਘ ਦੀ ਗੱਲ ਚੱਲੀ ਹੈ, ਇਸ ਵਿੱਚ ਆਸਕਰ ਵਾਈਲਡ ਦੀ ਗੱਲ ਚੱਲੀ ਹੈ, ਅਰਸਤੂ ਦੀ ਗੱਲ ਚੱਲੀ ਹੈ, ਸਭ ਤੋਂ ਸਿਆਣਾ ਪੁਰਖ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਜ਼ਿਹਨ, ਆਪਣੇ ਦਿਮਾਗ ਵਿੱਚ ਰੱਖਣਾ, ਤਾਂ ਕਿ ਪ੍ਰਸ਼ਨ ਕਿਸੇ ਤਰੀਕੇ ਨਾਲ ਘੁੰਮ ਫਿਰ ਕੇ ਆ ਜਾਵੇ, ਤੁਸੀਂ ਇਸ ਨੂੰ ਕਰ ਸਕੋ। ਜਦੋਂ ਅਸੀਂ ਪ੍ਰਾਰਥਨਾ ਦੇ MCQ ਕਰਦੇ ਹਾਂ, ਵੈਸੇ MCQ ਸ਼ਾਇਦ ਹੀ ਆਉਣਗੇ, ਕਿਉਂਕਿ ਇਸ ਸਮੇਂ ਤੁਹਾਡਾ ਸਬਜੈਕਟਿਵ ਚੱਲ ਰਿਹਾ ਹੈ, ਇਸ ਕਰਕੇ ਹਾਂ, ਪਰੰਤੂ ਜਿਹਦੇ ਇੱਕ ਨੰਬਰ ਦੇ 4 ਪ੍ਰਸ਼ਨ ਹੋਣਗੇ ਉਸ ਵਿੱਚ ਆ ਸਕਦਾ ਹੈ। ਇੱਥੇ ਲਿਖਿਆ ਹੈ ਪਹਿਲਾ ਪ੍ਰਸ਼ਨ, ਡਾਕਟਰ ਬਲਬੀਰ ਸਿੰਘ ਦਾ ਜਨਮ ਕਦੋਂ ਹੋਇਆ? ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਵੀ ਡਾਕਟਰ ਬਲਬੀਰ ਸਿੰਘ ਔਰ ਭਾਈ ਵੀਰ ਸਿੰਘ ਇਹ ਦੋਨੋਂ ਭਰਾ ਸੀ, ਸਕੇ ਭਰਾ ਸਨ, ਬਹੁਤ ਵੱਡੇ ਸਾਹਿਤਕਾਰ ਮਹਾਪੁਰਸ਼ ਸਨ, ਤੇ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਚਰਨ ਸਿੰਘ ਸੀ। ਜਨਮ ਹੋਇਆ 10 ਦਸੰਬਰ 1896 1896। ਜਨਮ ਕਿੱਥੇ ਹੋਇਆ? ਅੰਮ੍ਰਿਤਸਰ ਵਿੱਚ। ਪਿਤਾ ਦਾ ਨਾਮ ਸਰਦਾਰ ਚਰਨ ਸਿੰਘ। ਚੌਥਾ ਪ੍ਰਸ਼ਨ ਹੈ ਦੇਹਾਂਤ ਕਦੋਂ ਹੋਇਆ? 1974। ਇਹ ਕਿੱਥੇ ਲਿਖਿਆ ਹੈ? ਇਹ ਤੁਹਾਡੀ ਇੰਟਰੋਡਕਸ਼ਨ ਹੈ। ਜਦੋਂ ਅਸੀਂ ਪ੍ਰਾਰਥਨਾ ਪੜ੍ਹਦੇ ਉਸ ਤੋਂ ਇੱਕ ਪੇਜ ਪਹਿਲੇ ਉਸ ਕਵੀ, ਉਸ ਸਾਹਿਤਕਾਰ ਬਾਰੇ ਪੂਰੀ ਡਿਟੇਲ ਦਿੱਤੀ, ਉਸ ਵਿੱਚ ਦਿੱਤਾ ਹੋਇਆ ਹੈ। ਕਿਸ ਕਾਲਜ ਪ੍ਰੋਫੈਸਰ ਹੈ? DAV ਕਾਲਜ ਵਿੱਚ ਪ੍ਰੋਫੈਸਰ ਰਹੇ, ਅੰਮ੍ਰਿਤਸਰ ਦੇ। ਕਿਸ ਸਕੂਲ ਵਿੱਚ ਕੁਝ ਸਮੇਂ ਲਈ ਪ੍ਰਿੰਸੀਪਲ ਹੈ? ਕੈਂਬਰਿਜ ਪ੍ਰੈਪਰੇਟਰੀ ਸਕੂਲ ਦੇਹਰਾਦੂਨ ਵਿਖੇ। ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ? 7ਵਾਂ ਪ੍ਰਸ਼ਨ ਹੈ D.Litt, ਡਾਕਟਰ ਆਫ ਲਿਟਰੇਚਰ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪੁਰਸਕਾਰ ਕਿਹੜਾ ਦਿੱਤਾ? ਭਾਸ਼ਾ ਵਿਭਾਗ ਪੰਜਾਬ ਨੇ ਦਿੱਤਾ। ਲੰਮੀ ਨਜ਼ਰ ਵੀ ਇਸੇ ਡਾਕਟਰ ਬਲਬੀਰ ਸਿੰਘ ਜੀ ਦੀ ਹੈ। ਪ੍ਰਾਰਥਨਾ ਕਿਸ ਦਾ ਲਿਖਿਆ ਹੈ? ਉਹ ਵੀ ਤੁਹਾਨੂੰ ਪਤਾ ਹੈ, ਡਾਕਟਰ ਬਲਬੀਰ ਸਿੰਘ ਜੀ ਦਾ। ਜਦੋਂ ਲੇਖਕ ਦੀ ਗੱਲ ਹੈ, ਤੁਹਾਡੇ ਕੋਲ ਸਿਰਫ ਲੈ ਦੇ ਕੇ 4 ਲੇਖਕ ਨੇ, 2 ਕਵੀ ਨੇ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ, ਔਰ 2 ਹੀ ਲੇਖਕ ਨੇ, ਬਲਬੀਰ ਸਿੰਘ ਔਰ ਇੱਕ ਜਿਸ ਤੋਂ ਅੱਗੇ ਜਿਹੜੇ ਚੱਲਣਗੇ ਉਹਨਾਂ ਵਿੱਚ ਅਸੀਂ ਮੇਰੇ ਵੱਡੇ ਵਡੇਰੇ ਗਿਆਨੀ ਗੁਰਦਿੱਤ ਸਿੰਘ। ਬਸ 4 ਹੀ ਆਪਸ਼ਨ ਤੁਸੀਂ ਲੈਣੇ ਆ। ਜਦੋਂ ਅਸੀਂ ਗੱਲ ਕਰਦੇ ਹਾਂ ਬਲਬੀਰ ਸਿੰਘ ਦਾ ਲਿਖਿਆ ਲੇਖ, ਉਹ ਪ੍ਰਾਰਥਨਾ ਹੈ।
ਖਾਲਸਾ ਟਰੈਕਟ ਸੁਸਾਇਟੀ ਦਾ ਮੁੱਢ ਕਦੋਂ ਪੁੱਜਾ ਹੈ? ਪਹਿਲੇ ਪੈਰੇ ਵਿੱਚ ਹੈ ਸ਼ੁਰੂਆਤ ਹੋਈ, ਯਾਨੀ ਇਸ ਚੈਪਟਰ ਦੇ ਪਹਿਲੇ ਪੈਰੇ ਵਿੱਚ ਹੈ 1893। ਕਿਸ ਦੇ ਯਤਨਾਂ ਦਾ ਸਿੱਟਾ ਹੈ, ਯਾਨੀ ਕਿਸ ਦੇ ਹਿੰਮਤ ਕਰਕੇ ਖਾਲਸਾ ਟਰੈਕਟ ਸੁਸਾਇਟੀ ਬਣੀ? ਉਹ ਸੀ ਭਾਈ ਵੀਰ ਸਿੰਘ। ਹੁਣ ਟਰੈਕਟ ਕੀ ਹੁੰਦਾ ਹੈ? ਟਰੈਕਟ ਹੁੰਦਾ ਹੈ ਵੀ ਅਸੀਂ ਗੁਰਦੁਆਰੇ ਦੇਖਦੇ ਹਾਂ 3-3 4-4 6-6 ਪੇਜ ਦੀਆਂ ਛੋਟੀਆਂ ਪਤਲੀਆਂ ਕਿਤਾਬਾਂ, ਉਸ ਨੂੰ ਟਰੈਕਟ ਕਿਹਾ ਜਾਂਦਾ ਹੈ। ਛੋਟੀ ਜਿਹੀ ਗੱਲ, ਇੱਕ ਥੀਮ ਨੂੰ ਉਸ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਸ ਨੂੰ ਅਸੀਂ ਟਰੈਕਟ ਕਹਿੰਦੇ ਹਾਂ। ਭਾਈ ਗੁਰਦਾਸ ਨੇ ਛੋਟੇ ਵਿਚਾਰਾਂ ਵਾਲੀਆਂ ਛੋਟੀਆਂ ਪਤਲੀਆਂ 2-2 4-4 6-6 ਪੇਜਾਂ ਵਾਲੀਆਂ ਜੋ ਟਰੈਕਟ ਛਾਪੇ ਉਸ ਸਮੇਂ, ਉਹ ਅਸੀਂ ਖਾਲਸਾ ਟਰੈਕਟ ਸੁਸਾਇਟੀਜ਼ ਗਰੁੱਪ ਨੇ ਕੱਢੇ ਸੀ। ਹੈਡ ਸੀ ਭਾਈ ਵੀਰ ਸਿੰਘ ਜੀ। ਪਹਿਲੇ ਟਰੈਕਟ ਦਾ ਨਾਮ ਹੈ ਪ੍ਰਾਰਥਨਾ, ਇਹ ਤੁਹਾਡੇ ਪਹਿਲੇ ਪੈਰੇ ਵਿੱਚ ਲਿਖਿਆ ਹੈ। ਸਿੱਖ ਦੀ ਅਰਦਾਸ ਕਿਸ ਦੇ ਭਲੇ ਦੀ ਮੰਗ ਤੇ ਖਤਮ ਹੁੰਦੀ ਹੈ? ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਯਾਨੀ ਸਰਬੱਤ ਦੇ ਭਲੇ ਦੀ ਅਰਦਾਸ ਤੇ ਖਤਮ ਹੁੰਦੀ ਹੈ ਸਿੱਖ ਦੀ ਅਰਦਾਸ। 16ਵਾਂ ਪ੍ਰਸ਼ਨ ਹੈ, ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਰੋਹਤਾਸ ਦੇ ਕਿਲੇ ਵਿੱਚ ਬੰਦ ਕੀਤਾ ਸੀ? ਇੱਥੇ ਪ੍ਰਸ਼ਨ ਚੈਪਟਰ ਵਿੱਚ ਧਾੜਵੀ ਕੈਦੀ ਨੂੰ, ਯਾਨੀ ਇੱਕ ਧਾੜਵੀ ਯਾਨੀ ਇੱਕ ਲੁਟੇਰਾ ਡਾਕੂ ਸੀ, ਉਸ ਨੂੰ ਮਹਾਰਾਜ ਨੇ ਕਬਜ਼ੇ ਵਿੱਚ ਕੀਤਾ, ਫਿਰ ਉਸੇ ਦਇਆ ਕਰਕੇ ਉਹਨੂੰ ਇੱਕ ਇਲਾਕੇ ਦਾ ਹਾਕਮ ਯਾਨੀ ਰਾਜਾ ਬਣਾ ਦਿੱਤਾ। ਉਹ ਮਹਾਰਾਜ ਨਾਲ ਫਿਰ ਬਗਾਵਤ ਕਰ ਬੈਠਾ, ਮਹਾਰਾਜ ਨੇ ਫਿਰ ਉਸ ਨੂੰ ਪਕੜਿਆ ਔਰ ਕੈਦ ਕਰ ਦਿੱਤਾ। ਬਹੁਤ ਬੁਰੇ ਸੁਭਾਅ ਦਾ ਸੀ, ਪਰੰਤੂ ਉਸ ਨੂੰ ਗੁਰਬਾਣੀ ਦੀ ਪੋਥੀ ਮਿਲੀ, ਉਸ ਨੂੰ ਪੜ੍ਹ ਕੇ ਉਹਦਾ ਜੀਵਨ ਬਦਲ ਗਿਆ ਔਰ ਇੱਕ ਧਾੜਵੀ ਤੋਂ ਮਹਾਪੁਰਸ਼ ਬਣ ਗਿਆ। ਧਾੜਵੀ ਕੈਦੀ ਕਿਸ ਨੂੰ ਇੱਕੋ ਸਾਹ ਇੱਕ ਸਾਹ ਵਿੱਚ ਹਜ਼ਾਰ ਗਾਲ ਸੁਣਾਉਂਦਾ ਸੀ? ਉਹ ਮਹਾਰਾਜਾ ਰਣਜੀਤ ਸਿੰਘ ਨੂੰ ਗਾਲਾਂ ਕੱਢਦਾ ਸੀ। ਇੱਕ ਦਿਨ ਬੜਾ ਉਦਾਸ ਸੀ, ਬਾਰਿਸ਼ ਹੋ ਰਹੀ ਸੀ, ਉਹ ਉਦਾਸ ਬੈਠਾ ਕੁੱਟੀਆਂ ਦੇ ਜਾਲੇ ਫਰੋਲ ਰਿਹਾ ਸੀ ਆਪਣੀ ਕੋਠੜੀ ਦੇ, ਜੇਲ੍ਹ ਕੋਠੜੀ ਦੇ। ਉਹ 'ਚ ਉਸ ਨੂੰ ਗੁਰਬਾਣੀ ਦੀ ਪੁਰਾਣੀ ਪੋਥੀ ਲੱਭੀ। ਰਾਤ ਨੀਂਦ ਕਿਉਂ ਨਹੀਂ? 19ਵਾਂ ਪ੍ਰਸ਼ਨ ਹੈ। ਰਾਤ ਮੀਂਹ ਤੇ ਹਨੇਰੀ ਬਹੁਤ ਸੀ। 20ਵਾਂ ਪ੍ਰਸ਼ਨ ਹੈ, ਕੈਦੀ ਕਿਸ ਨੂੰ ਬੁਲਵਾ ਕੇ ਸਦਵਾ ਕੇ ਸ਼ਬਦਾਂ ਦੇ ਅਰਥ ਸਮਝਦਾ ਸੀ? ਇੱਕ ਗ੍ਰੰਥੀਆਂ ਸਦਵਾਉਂਦਾ ਸੀ। ਹੁਣ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਪਹੁੰਚੇ ਰੋਹਤਾਸ ਦੇ ਕਿਲੇ, ਜਿੱਥੇ ਧਾੜਵੀ ਬੰਦ ਸੀ। ਹੁਣ ਧਾੜਵੀ ਤਾਂ ਆਨੰਦ ਵਿੱਚ ਸੀ, ਉਹ ਤਾਂ ਗੁਰਬਾਣੀ ਨਾਲ ਰਚ ਮਿਚ ਗਿਆ ਸੀ, ਬਹੁਤ ਆਨੰਦ ਵਿੱਚ ਸੀ, ਉਸਦਾ ਕਾਇਆ ਪਲਟ ਹੋ ਗਈ ਸੀ। ਪਰੰਤੂ ਉਸ ਕਿਲੇ ਵਿੱਚ ਐਸਾ ਕੌਤਕ ਵਰਤਿਆ ਵੀ ਉਸਦਾ ਛੁਟਕਾਰਾ ਗੁਰਬਾਣੀ ਨੇ ਕਰਾਉਣਾ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਬੜੇ ਬੇਚੈਨ, ਰਾਤੀ ਨੀਂਦਰ ਨਹੀਂ ਆਈ, ਜਦੋਂ ਬਹੁਤ ਨੀਂਦ ਨਹੀਂ ਆਈ, ਦਵਾਈਆਂ ਖਾਧੀਆਂ ਨਹੀਂ ਨੀਂਦ ਆਈ। ਫਿਰ ਉਹਨੇ ਅਰਦਾਸ ਕੀਤੀ, ਪਰਮਾਤਮਾ ਇਹਨੂੰ ਨੀਂਦ ਬਖਸ਼ੋ। ਉਸੇ ਸਮੇਂ ਨੀਂਦ ਆ ਗਈ। ਹੁਣ ਸਵੇਰੇ ਉੱਠੇ ਤੰਦਰੁਸਤ, ਬਿਲਕੁਲ ਫਿੱਟ ਸੀ। ਕਿਹਾ ਵੀ ਪਰਮਾਤਮਾ ਨੇ ਮੇਰੀ ਅਰਦਾਸ ਸੁਣੀ, ਹੁਣ ਮੈਂ ਇਸ ਕਿਲੇ ਵਿੱਚ ਬੰਦ ਇੱਕ ਸਭ ਤੋਂ ਵੱਡੇ ਕੈਦੀ ਨੂੰ ਛੱਡਾਂਗਾ। ਸਭ ਤੋਂ ਵੱਡਾ ਕੈਦੀ ਉਹੀ ਧਾੜਵੀ ਸੀ, ਜਿਹੜਾ ਕਿ ਹੁਣ ਮਹਾਪੁਰਸ਼ ਬਣ ਗਿਆ। ਗੁਰਬਾਣੀ ਨੂੰ ਸੁਣ ਕੇ ਉਹਦੀ ਕਾਇਆ ਪਲਟ ਹੋ ਗਈ ਸੀ, ਅਵਸਥਾ ਬਦਲ ਗਈ ਸੀ। ਹੁਣ ਉਸ ਨੂੰ ਛੱਡਣ ਲੱਗੇ। ਉਹਨੇ ਕਿਹਾ ਚਲੋ ਤੈਨੂੰ ਰਾਜਾ ਬਣਾ ਦਿੰਦੇ ਹਾਂ। ਕਿ ਨਹੀਂ, ਹੁਣ ਜੋ ਮੈਨੂੰ ਪ੍ਰਾਪਤ ਹੋਇਆ ਨਾ ਸਭ ਤੋਂ ਵੱਡਾ ਰਾਜ ਹੈ ਗੁਰਬਾਣੀ, ਆਨੰਦ, ਸਹਿਜ ਸਭ ਤੋਂ ਵੱਡਾ ਹੈ ਮੇਰੇ ਲਈ। ਉਸ ਤੋਂ ਬਾਅਦ ਹੁਣ 26ਵਾਂ ਪ੍ਰਸ਼ਨ ਹੈ। ਹੁਣ 24ਵਾਂ ਪ੍ਰਸ਼ਨ ਧਿਆਨ ਨਾਲ ਦੇਖੋ, ਬਹੁਤ ਇੰਪੋਰਟੈਂਟ ਹੈ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਦੇ ਕਹਿਣ ਤੇ ਧਾੜਵੀ ਕੈਦੀ ਨੂੰ ਕੈਦ ਤੋਂ ਛੁਟਕਾਰਾ ਦਿੱਤਾ? ਇੱਥੇ ਵਜ਼ੀਰ ਧਿਆਨ ਸਿੰਘ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਵਜ਼ੀਰ ਧਿਆਨ ਸਿੰਘ ਕਿਸ ਦੀ ਕਿਰਪਾ ਨਾਲ ਉਹ ਧਾੜਵੀ ਤੋਂ ਸਰਦਾਰ ਬਣਿਆ ਸੀ ਕੈਦੀ? ਮਹਾਰਾਜਾ ਰਣਜੀਤ ਸਿੰਘ ਦੀ। ਜਿਨ ਪ੍ਰੇਮ ਕੀਓ ਤਿਨਿ ਪ੍ਰਪਾਇ, ਇਹ ਵੀ ਜੋ ਤੁਕ ਹੈ ਬਾਣੀ ਦੀ, ਗੁਰੂ ਗੋਬਿੰਦ ਸਿੰਘ ਜੀ ਦੀ, ਇਹ ਵੀ ਇਸ ਪਾਠ ਵਿੱਚ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਤੁਕ ਹੈ। ਜੂਨਾਂ ਦੀ ਗਿਣਤੀ ਕਿੰਨੀ ਹੈ? 84 ਲੱਖ। ਅੰਤ ਵਿੱਚ ਮਨੁੱਖ ਨੇ ਕਿੱਥੇ ਪੇਸ਼ ਹੋਣਾ? ਇੱਥੇ ਲਿਖਿਆ ਰੱਬ ਦੀ ਦਰਗਾਹ ਵਿੱਚ। ਹੁਣ ਅਗਲਾ ਪੇਜ ਹੈ 104 ਸਾਡੇ ਕੋਲ ਪੇਜ ਹੈ, ਉਹ ਹੈ ਪਹਿਲਾ ਪ੍ਰਸ਼ਨ। ਇਹ ਬਹੁਤ ਇੰਪੋਰਟੈਂਟ ਹੈ। ਸਭ ਤੋਂ ਸਿਆਣਾ ਆਦਮੀ ਲੇਖਕ ਕਿਹਨੂੰ ਮੰਨਦਾ? ਬਲਬੀਰ ਸਿੰਘ ਕਹਿੰਦੇ ਸੁਕਰਾਤ ਨੂੰ ਮੰਨਦਾ। ਯੂਨਾਨ ਦਾ ਇੱਕ ਯੂਨਾਨੀ ਸੰਤ ਮਹਾਪੁਰਸ਼ ਸੀ ਸੁਕਰਾਤ, ਬਹੁਤ ਪੜ੍ਹਿਆ ਲਿਖਿਆ ਸਿਆਣਾ ਬੰਦਾ ਸੀ। ਫਿਰ ਲਿਖਿਆ ਕਿਸ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ? ਅਸੀਂ ਲਿਖਾਂਗੇ ਸਿੱਖ ਧਰਮ ਵਿੱਚ। ਵੀ ਹਰ ਸੰਸਾਰਿਕ ਮੌਕੇ, ਖੁਸ਼ੀ ਗਮੀ, ਜੰਗ, ਜਨਮ ਵੇਲੇ ਹਰ ਸਮੇਂ ਅਰਦਾਸ ਦੀ ਬਹੁਤ ਮਹੱਤਵਤਾ ਹੈ। ਖਾਲਸਾ, ਚੌਥਾ ਪ੍ਰਸ਼ਨ ਹੈ, ਖਾਲਸਾ ਟਰੈਕਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪਹਿਲੇ ਟਰੈਕਟ ਦਾ ਨਾਮ ਕੀ ਸੀ? ਅਸੀਂ ਹੁਣੇ ਕੀਤਾ ਹੈ ਪ੍ਰਾਰਥਨਾ। ਹੁਣ 5ਵਾਂ ਪ੍ਰਸ਼ਨ ਬਹੁਤ ਇੰਪੋਰਟੈਂਟ। ਇੱਕ ਤੇ ਪਹਿਲਾ, ਇੱਕ 5ਵਾਂ। ਕਿਸ ਨੇ ਕਿਹਾ ਸੀ ਵੀ ਅਰਦਾਸ ਦਾ ਉੱਤਰ ਨਹੀਂ ਮਿਲਣਾ ਚਾਹੀਦਾ? ਉਹ ਸੀ ਆਸਕਰ ਵਾਈਲਡ, ਇੱਕ ਪੱਛਮੀ ਵਿਦਵਾਨ ਸੀ ਆਸਕਰ ਵਾਈਲਡ। ਉਸਨੇ ਕਿਹਾ ਸੀ ਜੇ ਜਵਾਬ ਮਿਲੇਗਾ ਨਾ ਫਿਰ ਉਹ ਚਿੱਠੀ ਪੱਤਰੀ ਵਾਂਗ ਹੋ ਜਾਏ, ਕਿਸ ਨੇ ਚਿੱਠੀ ਲਿਖੀ ਉਹਦਾ ਉੱਤਰ ਆਇਆ, ਫਿਰ ਚਿੱਠੀ ਲਿਖੀ ਫਿਰ ਉੱਤਰ ਆ ਗਿਆ। ਵੀ ਅਰਦਾਸ ਕੀਤੀ ਜਾਂਦੀ, ਉਹਦਾ ਜਵਾਬ ਆਵੇ ਜਾਂ ਨਾ ਆਵੇ, ਇਹ ਪ੍ਰਮਾਤਮਾ ਦੀ ਮਰਜ਼ੀ। ਫਿਰ ਕਿਹੜੇ ਕਿਲੇ ਵਿੱਚ ਧਾੜਵੀ ਯਾਨੀ ਡਾਕੂ ਨੂੰ ਕੈਦ ਕੀਤਾ? ਉਹ ਸੀ ਰੋਹਤਾਸ ਦਾ ਕਿਲਾ। ਕਰਤਾਰ ਤੇ ਭਰੋਸਾ ਰੱਖਣਾ ਕਿਹੜੇ ਸੁੱਖਾਂ ਦੀ ਖਾਣ ਹੈ? 7ਵਾਂ ਪ੍ਰਸ਼ਨ ਹੈ ਵੀ ਸਾਰੇ ਸੁੱਖਾਂ ਦੀ। ਸਾਡੇ ਨਾਲ ਕੌਣ ਪ੍ਰੇਮ ਕਰਦਾ? 8ਵਾਂ ਪ੍ਰਸ਼ਨ ਹੈ ਪਰਮਾਤਮਾ। ਫਿਰ ਅਸੀਂ ਅੱਗੇ ਚੱਲਦੇ ਹਾਂ। ਇਹ ਸਾਰੇ
प्रश्न उत्तर आप जी ਨੂੰ ਮੁਹੱਈਆ कराए जाएंगे। 14वां प्रश्न बहुत इंपोर्टेंट है, डॉक्टर बलबीर सिंह की किसी एक पुस्तक का नाम लिखो, है लम्मी नदर। इस तो इलावा ਅਸੀਂ ਹੋਰ ਵੀ ਪ੍ਰਸ਼ਨਾਂ ਦੇ ਹੋਰ ਵੀ ਕਿਤਾਬਾਂ ਦੇ ਨਾਮ ਦੱਸੇ ਹੈ ਸ਼ੁਰੂ ਵਿੱਚ, ਉਹ ਵੀ ਤੁਸੀਂ ਧਿਆਨ ਨਾਲ ਦੇਖ ਲੈਣਾ। ਮਹਾਰਾਜਾ ਰਣਜੀਤ ਸਿੰਘ ਨੂੰ ਨੀਂਦ ਨਹੀਂ ਆ ਰਹੀ ਸੀ, ਨੀਂਦ ਲਈ ਉਹਨਾਂ ਨੇ ਕੀ ਕੀਤਾ, ਜਸਕਰਨ ਸਿੰਘ ਨਰਵਾਲ, ਇਸ ਤੋਂ ਬਾਅਦ ਸ਼ੁਭਮ ਸਿੰਘ, ਇੱਥੇ ਲਿਖਿਆ ਹੈ ਚੈਪਟਰ ਦੀ ਰਿਵੀਜ਼ਨ ਕਰਾ ਦਿਓ। ਜਦੋਂ ਅਸੀਂ ਚੈਪਟਰ ਦੀ ਰਿਵੀਜ਼ਨ ਕਰਾਂਗੇ ਤਾਂ ਸਾਡੀ ਇਹ ਰਿਵੀਜ਼ਨ ਨਹੀਂ ਹੋ ਪਾਏਗੀ। ਚੈਪਟਰ ਦੀ ਰਿਵੀਜ਼ਨ ਤੁਸੀਂ LPO ਤੁਸੀਂ ਉੱਥੇ ਜਾਓਗੇ, ਤੁਹਾਨੂੰ ਇਹ ਪੂਰਾ ਚੈਪਟਰ ਅਰਦਾਸ ਵਾਲਾ ਮਿਲ ਜਾਏਗਾ, ਪ੍ਰਾਰਥਨਾ ਵਾਲਾ। ਤੁਸੀਂ ਜ਼ਰੂਰ ਉੱਥੇ ਦੇਖੋ, ਪੂਰੇ ਡਿਟੇਲ 'ਚ ਬੇਟੇ ਉੱਥੇ ਸ਼ੁਭਮ ਬੇਟਾ ਉੱਥੇ ਸਮਝਾਇਆ ਗਿਆ ਪੂਰੇ ਡਿਟੇਲ 'ਚ, ਤੁਸੀਂ ਉੱਥੇ ਦੇਖੋ। ਗੁਰਪ੍ਰੀਤ ਸਿੰਘ ਸਾਡੇ ਨਾਲ ਨੇ, ਉਸ ਤੋਂ ਇਲਾਵਾ ਹੋਰ ਬੱਚੇ ਨਾਲ ਜੁੜੇ ਹੋਏ ਨੇ, ਇਹਨਾਂ ਸਾਰਿਆਂ ਦਾ ਧੰਨਵਾਦ। ਅਸੀਂ ਇਸ ਨੂੰ ਹੋਰ ਲਾਈਵ ਕਰਨ ਜਾ ਰਹੇ ਹਾਂ, ਔਰ ਇਸ ਤੋਂ ਅੱਗੇ ਜੋ ਕਲਾਸਾਂ ਹੋਣਗੀਆਂ, ਜੋ ਸਾਡੀਆਂ ਫਾਸਟ ਸੁਪਰ ਫਾਸਟ ਰਿਵੀਜ਼ਨ ਹੋਏਗੀ, ਤੁਸੀਂ ਉਸ ਨੂੰ YouTube ਤੇ ਵੀ ਦੇਖ ਸਕਦੇ ਹੋ। ਅਸੀਂ ਉਸ ਬਾਰੇ ਬਾਅਦ 'ਚ ਗੱਲ ਕਰਾਂਗੇ। ਲਓ ਜੀ, ਅਸੀਂ ਵੱਡੇ ਪ੍ਰਸ਼ਨ ਕਰਦੇ ਹਾਂ। ਉਹੀ ਗੱਲ ਮੈਂ ਦੱਸੀ ਸੀ ਵੀ ਇਸ ਦਾ ਵਿਸ਼ਾ ਵਸਤੂ ਕੀ ਹੈ, ਜ਼ਰੂਰ ਤੁਸੀਂ ਧਿਆਨ ਰੱਖਣਾ। ਪਹਿਲਾ ਪ੍ਰਸ਼ਨ ਹੈ, ਪ੍ਰਾਰਥਨਾ ਨਾਂ ਦੇ ਲੇਖ ਦੇ ਵਿਸ਼ੇ ਬਾਰੇ ਦੱਸੋ, ਜਾਂ ਪ੍ਰਾਰਥਨਾ ਲੇਖ ਵਿੱਚ ਜਿਹੜੇ ਮਹੱਤਵਪੂਰਨ ਵਿਚਾਰ ਪ੍ਰਗਟਾਏ ਗਏ ਨੇ ਉਹਨਾਂ ਨੂੰ ਸੰਖੇਪ ਕਰਕੇ ਸ਼ਾਰਟ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। ਅਸੀਂ ਲਿਖਾਂਗੇ ਡਾਕਟਰ ਬਲਬੀਰ ਸਿੰਘ ਨੇ ਆਪਣੇ ਲੇਖ ਪ੍ਰਾਰਥਨਾ ਵਿੱਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਵੀ ਸਿੱਖ ਧਰਮ ਵਿੱਚ ਨਹੀਂ, ਹਰੇਕ ਵਿਅਕਤੀ ਲਈ ਅਰਦਾਸ ਬਹੁਤ ਜ਼ਰੂਰੀ ਹੈ। ਸਿੱਖ ਧਰਮ ਵਿੱਚ ਅਰਦਾਸ ਦਾ ਬਹੁਤ ਮਹੱਤਵ ਹੈ, ਔਰ ਅਰਦਾਸ ਦੀ ਜੋ ਲੋੜ ਹੈ ਨਾ ਹਰ ਸੰਸਾਰਕ ਮੌਕੇ 'ਤੇ ਹੈ। ਸਿੱਖ ਲਈ ਤਾਂ ਕੋਈ ਅਜਿਹਾ ਮੌਕਾ ਨਹੀਂ ਕਿ ਜੋ ਬਿਨਾਂ ਅਰਦਾਸ ਦੇ ਹੋਵੇ। ਸੈਕਿੰਡ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ, ਧਿਆਨ ਰੱਖੋ। ਸੁਕਰਾਤ ਕੌਣ ਹੈ, ਉਸਨੇ ਕੀ ਅਰਦਾਸ ਕੀਤੀ? ਇੱਥੇ ਲਿਖਿਆ ਹੈ ਸੁਕਰਾਤ ਸੰਸਾਰ ਦਾ ਸਭ ਤੋਂ ਸਿਆਣਾ ਵਿਅਕਤੀ ਗਿਣਿਆ ਜਾਂਦਾ ਹੈ। ਇਹ ਵੀ ਲਿਖ ਸਕਦੇ ਹੋ ਵੀ ਸੁਕਰਾਤ ਇੱਕ ਯੂਨਾਨੀ ਦਾਰਸ਼ਨਿਕ ਸੀ। ਯੂਨਾਨੀ ਇਹ ਥੱਲੇ ਦੋ ਮਾਤਰਾ, ਯੂਨਾਨੀ ਦਾਰਸ਼ਨਿਕ ਸੀ ਜਿਸਨੇ ਅਰਦਾਸ ਕੀਤੀ, ਉਸਨੂੰ ਜ਼ਹਿਰ ਦਾ ਪਿਆਲਾ ਦਿੱਤਾ, ਔਰ ਜ਼ਹਿਰ ਦੇ ਪਿਆਲੇ ਤੋਂ ਪਹਿਲੇ ਉਹਨੇ ਅਰਦਾਸ ਕੀਤੀ ਵੀ ਹੇ ਪੈਨ ਦੇਵਤਾ, ਕਲਮ ਦੇਵਤਾ, ਔਰ ਇਸ ਥਾਂ 'ਤੇ ਜਿੰਨੇ ਵੀ ਹਾਜ਼ਰ ਦੇਵਤਾ ਹੋ, ਮੇਰੀ ਬੇਨਤੀ ਮੰਨੋ कि मेरी अंदरली रूह सुंदर बन जाए, और जितनी भी बाहर दी चीज़ां ने वो सारियां इस नाल एक सुर, यानी मैं आप भी अंदरों सुंदर हाँ, मैनू सारी संसार सोहना लगे। यह अरदास उसने की क्योंकि अरदास का कायल सी। ध्यान रखो, सैकेंड प्रश्न बहुत जरूरी है। जो असी सुपरफास्ट रिविजन करांगे, असी उस सैंपल पेपर करांगे, असी इस हुण चैप्टर वाइज सारे आंसर कर रहे हैं, इंपोर्टेंट क्वेश्चन कर रहे हैं, और यह जो क्वेश्चन है यह आधारित ने टॉप स्कोर पंजाबी क्वेश्चन बैंक और SP पब्लिकेशन वालों जिन्होंने पिछली बार भी सानू पहुँचाए सी, और इन्हां दे गैस यानी इन्हां दे संभावना करके ही, इन्हां दे अनुमान करके पिछली बार बच्चे ने बहुत चंगे नंबर आए सी। इन्हां दा मैं बहुत धन्यवाद करदा पंकज जी का, इन्हां दी पूरी टीम का भी, इन्हां ने सानू यह किताबां मुहैया कराइयां। ते उस तो बाद असीं गल करदे हां, तीसरा बहुत इंपोर्टेंट क्वेश्चन है, खालसा ट्रैक्ट सोसाइटी हुणी गल कीती है, की जानते हो? इसकी शुरुआत हुई 1893 1893 भाई वीर सिंह के जतनों द्वारा हुई। पहला जो ट्रैक्टर यानी पहला जो पैम्फलेट छपे उसका नाम सी प्रार्थना। इसे दसिया सी अरदास की सिर्फ जरूरत ही नहीं, यह दसिया भी किसी भी काम की शुरुआत अरदास तो होनी चाहिए है। इसका जो खालसा ट्रैक्ट सोसाइटी का जो आरंभ है, मुढ़ है, वह भी अरदास तो ही बजदा है, क्योंकि प्रार्थना इसका पहला ट्रैक्ट है। चौथा है, यह बहुत इंपोर्टेंट है, सिख की अरदास किदां निराली है। सिख की अरदास परसनल तौर पर मंगती है, निजी व्यक्तिगत तौर पर मंग करती है, परंतु यह अपने निज के प्राइवेट लैवल तो उपर होकर सरबत के भले की मंग ते खत्म होंदी है। सिख की अरदास ताई है सफल है जे अपनी छोटी मंग, छोटी हस्ती, छोटियां जरूरतां तो उठ के उच्चा उठ के सरबत के भले विच लीन हो जाए। तो यह जो लीनता है अपने आप एक फल है भी अरदास करदा करदा सिख अपनी मंग एक पासे रख के सरबत का भला मंगदा मंगदा उस अरदास विच लीन हो जाए। यह इसका सब तो सुंदर फल है, सब तो चंगा रिजल्ट है। फिर एल दसना है भी सिख की अरदास, पंजवां प्रश्न असीं कर रहे हैं, सिख की अरदास चढ़दी कला का साधन किवें है? असीं कहांगे भी सिख लई अरदास ही चढ़दी कला या चंगे हौसले का साधन है। छोटे तो वड्डे होने का सहज जतन है।
ਅਰਦਾਸ ਦੁਆਰਾ ਅਸੀਂ ਜਿੱਦਾਂ ਹੀ ਵੱਡੇ ਹੁੰਦੇ ਆਪਣੀ ਸੋਚ ਕਰਕੇ ਸਾਡੇ ਜਿੰਨੇ ਵੀ ਦੋਸ਼ ਨੇ ਉਹ ਛੋਟੇ, ਜਿੱਦਾਂ ਕੋਈ ਬੰਦਾ ਵੱਡਾ ਹੁੰਦਾ ਸਾਰੇ ਛੋਟੇ ਕੱਪੜੇ ਹੋ ਜਾਂਦੇ ਨੇ, ਬੇਕਾਰ ਹੋ ਜਾਂਦੇ ਨੇ। ਇਸੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਸਭ ਦਾ ਭਲਾ ਮੰਗਦੇ ਹਾਂ, ਸਾਡੇ ਅੰਦਰਲੇ ਦੋਸ਼ ਠੀਕ ਹੋ ਜਾਂਦੇ ਆ, ਅਸੀਂ ਵੱਡੇ ਹੋ ਜਾਂਦੇ ਹਾਂ। ਸਾਡਾ ਨਿਕੰਮਾਪਨ, ਕਮੀਨਾਪਨ, ਛੋਟੇ ਦਿਲ ਵਾਲਾ, ਛੁੱਟ ਦਿਲਾਪਨ, ਵੱਖਰਾਪਨ, ਇਹ ਸਭ ਪਿੱਛੇ ਛੁੱਟ ਜਾਂਦੇ ਨੇ। ਜਿੱਦਾਂ ਕਿਸੇ ਵੱਡੇ ਹੋਣ ਤੇ ਕਿਸੇ ਬੱਚੇ ਦੇ ਉਸਦੇ ਕੱਪੜੇ ਪੁਰਾਣੇ ਔਰ ਬੇਕਾਰ ਹੋ ਜਾਂਦੇ ਨੇ, ਇਸ ਤਰ੍ਹਾਂ ਜੋ ਵਿਕਾਰ ਨੇ, ਬੁਰਾਈਆਂ ਨੇ, ਅਰਦਾਸ ਕਰਦੇ ਕਰਦੇ ਦੂਰ ਹੋ ਜਾਂਦੀਆਂ ਨੇ। ਹੁਣ ਅਸੀਂ ਗੱਲ ਕਰਾਂਗੇ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ 6ਵਾਂ। ਜੋ ਧਾੜਵੀ ਕੈਦੀ ਸੀ, ਰੋਹਤਾਸ ਦੇ ਕਿਲੇ ਵਿੱਚ ਬੰਦ ਸੀ, ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਸੀ? ਲਿਖਾਂਗੇ ਉਸ ਦਾ ਧਾੜਵੀ ਕੈਦੀ ਦਾ ਵਿਵਹਾਰ ਬਹੁਤ ਮਾੜਾ ਸੀ। ਉਹ ਪਰਮਾਤਮਾ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ ਔਰ ਦੂਜੇ ਮਨੁੱਖਾਂ ਨੂੰ ਸਦਾ ਗਾਲਾਂ ਕੱਢਦਾ ਸੀ। ਜੋ ਮੂੰਹ ਤੇ ਆਉਂਦਾ ਬਕਦਾ ਰਹਿੰਦਾ ਸੀ, ਪਰ ਪਰਮੇਸ਼ਰ ਤੇ ਉਸਨੂੰ ਕੋਈ ਵਿਸ਼ਵਾਸ ਨਹੀਂ ਸੀ ਵੀ ਜੋ ਪਰਮੇਸ਼ਰ ਹੈ, ਅਰਦਾਸ ਹੈ, ਸਭ ਸੁੱਖਾਂ ਦਾ ਖਜ਼ਾਨਾ ਹੈ, ਇਸ ਤੋਂ ਬਿਲਕੁਲ ਕੋਰਾ ਸੀ। ਇਸ ਤਰ੍ਹਾਂ ਦੀ ਅੱਗ ਵਿੱਚ ਸੜਦਾ ਸੀ। ਦਿਨ ਰਾਤ ਆਪਣੀ ਇਸ ਦੁੱਖ ਦੀ, ਇਸ ਗੁੱਸੇ ਦੀ ਅੱਗ ਵਿੱਚ ਸੜਦਾ ਸੀ। ਇਸ ਤਰ੍ਹਾਂ ਦਾ ਕੈਦੀ ਦਾ ਵਿਹਾਰ ਸੀ। ਅਗਲਾ ਪ੍ਰਸ਼ਨ ਹੈ ਵੀ ਅਰਦਾਸ ਦਾ ਕੀ ਲਾਭ ਹੈ? ਫਿਰ ਅਸੀਂ ਗੱਲ ਕਰ ਚੁੱਕੇ ਹਾਂ, ਇਸ ਨੂੰ ਦੁਬਾਰਾ ਨਹੀਂ ਕਰਾਂਗੇ। ਫਿਰ ਅੱਗੇ ਹੈ ਅਰਦਾਸ ਕਦੋਂ ਕੀਤੀ ਜਾਂਦੀ ਹੈ? ਅਰਦਾਸ ਹਰ ਸਮੇਂ ਕੀਤੀ ਜਾਂਦੀ ਹੈ, ਹਰ ਸੰਸਾਰਿਕ ਮੌਕੇ। ਇਹ ਵੱਡੇ ਆਨਸਰ ਨੇ 50 ਤੋਂ 60 ਸ਼ਬਦਾਂ ਵਾਲੇ। ਹਰ ਸੰਸਾਰਿਕ ਮੌਕੇ, ਜਨਮ, ਵਿਆਹ, ਮੌਤ, ਜੰਗ। ਵੀ ਸਿੱਖ ਲਈ ਇੱਦਾਂ ਦਾ ਕੋਈ ਮੌਕਾ ਕੋਈ ਹੈ ਹੀ ਨਹੀਂ ਜਿਹੜਾ ਬਿਨਾਂ ਅਰਦਾਸ ਦੇ ਹੋਵੇ, ਕਿਉਂਕਿ ਅਰਦਾਸ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ, ਮਨ ਨੂੰ ਸ਼ਾਂਤੀ ਦਿੰਦੀ ਹੈ, ਆਤਮਿਕ ਆਨੰਦ ਪ੍ਰਦਾਨ ਕਰਦੀ ਹੈ। ਦੁੱਖ ਔਰ ਕਸ਼ਟ ਸਾਨੂੰ ਦੁਖਦਾਈ ਨਹੀਂ ਲੱਗਦੇ ਅਰਦਾਸ ਨਾਲ। ਫਿਰ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਹਵਾਲਾ ਦਿੱਤਾ ਹੈ, ਜਿੱਦਾਂ ਅਰਦਾਸ ਕਰਨ ਨਾਲ ਉਹਨਾਂ ਦਾ ਦੁੱਖ ਦੂਰ ਹੋਇਆ। ਦੂਜਾ ਪ੍ਰਸ਼ਨ ਵੱਡਾ 50 ਤੋਂ 60 ਸ਼ਬਦਾਂ ਵਾਲਾ ਬਹੁਤ ਇੰਪੋਰਟੈਂਟ ਹੈ। ਆਸਕਰ ਵਾਈਲਡ ਅਰਦਾਸ ਬਾਰੇ ਕੀ ਕਹਿੰਦਾ? ਉਹ ਕਹਿੰਦਾ ਵੀ ਅਰਦਾਸ ਸੁਣੀ ਜਾਂਦੀ ਹੈ, ਅਰਦਾਸ ਦਾ ਜਵਾਬ ਆਉਣਾ ਜ਼ਰੂਰੀ ਨਹੀਂ ਹੈ। ਕਹਿੰਦਾ ਆਸਕਰ ਵਾਈਲਡ ਵੀ ਅਰਦਾਸ ਨਹੀਂ, ਪ੍ਰੇਅਰ ਦਾ ਉੱਤਰ ਮਿਲਣਾ ਨਹੀਂ ਚਾਹੀਦਾ। ਜੇ ਇੱਦਾਂ ਹੁੰਦਾ ਨਾ ਵੀ ਅਰਦਾਸ ਕੀਤੀ ਉੱਤਰ ਹੋ ਗਿਆ, ਅਰਦਾਸ ਕੀਤੀ ਫਿਰ ਉੱਤਰ ਆ ਗਿਆ, ਫਿਰ ਹੋ ਗਿਆ ਖਤੋ ਕਿਤਾਬੇ ਨੇ, ਚਿੱਠੀ ਪੱਤਰੀ ਦਾ ਜ਼ਰੀਆ ਹੋ ਜਾਂਦਾ ਹੈ, ਉਹ ਸਿਲਸਿਲਾ ਬਣ ਜਾਂਦਾ ਹੈ। ਫਿਰ ਉਹ ਅਰਦਾਸ ਨਹੀਂ ਰਹਿੰਦੀ, ਫਿਰ ਉਹ ਗੱਲਬਾਤ ਹੋ ਜਾਂਦੀ ਹੈ। ਅਰਦਾਸ ਇੱਕ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ। ਉਸ ਦਾ ਜਵਾਬ ਆਵੇ ਕਿ ਨਾ ਆਵੇ, ਇਹ ਪ੍ਰਸ਼ਨ ਹੀ ਗੈਰ ਜ਼ਰੂਰੀ ਹੈ। ਫਿਰ ਅਗਲਾ ਪ੍ਰਸ਼ਨ ਵੀ ਅਸੀਂ ਤਕਰੀਬਨ ਕਰ ਹੀ ਚੁੱਕੇ ਹਾਂ। ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ? ਵੀ ਅਰਦਾਸ ਦੀ ਵਿਸ਼ੇਸ਼ ਮਹੱਤਤਾ ਹੈ। ਤੇ ਲਿਖਾਂਗੇ ਵੀ ਸਾਰੇ ਰਸਮਾਂ ਰਿਵਾਜਾਂ ਦੀ ਥਾਂ ਸਿੱਖ ਦੀ ਅਰਦਾਸ ਹੀ ਕਾਫੀ ਹੈ। ਆਤਮਿਕ ਗਿਆਨ ਸੰਬੰਧੀ ਸਾਧਨਾ ਦੀ ਥਾਂ ਸਿਰਫ ਅਰਦਾਸ ਹੀ ਲੋੜੀਂਦੀ ਹੈ, ਰਿਕੁਆਇਰਡ ਹੈ। ਹਰ ਸਮੇਂ ਸੰਸਾਰਿਕ ਮੌਕੇ ਤੇ ਕੀਤੀ ਜਾ ਸਕਦੀ, ਕੋਈ ਮੌਕਾ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਦੇ ਹੋਵੇ। ਬਿਲਕੁਲ ਨਿਰਾਲਾ ਹੈ। ਇਸ ਵਿੱਚ ਆਪਣੀ ਮੰਗ ਕਰਦੇ ਹਾਂ, ਅਸੀਂ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਾਂ, ਚੜ੍ਹਦੀ ਕਲਾ ਵੀ ਜਾਂਦੇ ਹਾਂ, ਸਾਡੇ ਵਿਕਾਰ ਜਿਹੜੇ ਆ ਉਹ ਛੋਟੇ ਹੋ ਜਾਂਦੇ ਆ। ਫਿਰ ਇੱਥੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਪ੍ਰਾਰਥਨਾ ਕਰਨ ਦੇ ਨਾਲ ਕੈਦੀ ਦੇ ਮਨ ਵਿੱਚ ਕਿਹੋ ਜਿਹੀ ਤਬਦੀਲੀ ਹੈ? ਜਦੋਂ ਉਸਨੇ ਪੜ੍ਹਿਆ ਨਾ ਪੁਸਤਕ ਵਿੱਚ ਵੀ ਸਦਬਖਸ਼ੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਵੀ ਪ੍ਰਮਾਤਮਾ ਸਦਾ ਬਖਸ਼ਣ ਵਾਲਾ ਹੈ, ਸਭ ਨੂੰ ਮਾਫ ਕਰਨ ਦਾ। ਉਹਨੂੰ ਹੋਇਆ ਕਿ ਮੈਂ ਤੇ ਬੜੇ ਬੰਦੇ ਕਤਲ ਕੀਤੇ, ਬੜੇ ਬੱਚੇ ਜਿਹੜੇ ਅਨਾਥ ਕੀਤੇ, ਬੜੀਆਂ ਔਰਤਾਂ ਨੂੰ ਮੈਂ ਵਿਧਵਾ ਕਰ ਦਿੱਤਾ, ਕਿ ਮੇਰੇ ਪਾਪ ਬਖਸ਼ੇ ਜਾਣਗੇ, ਕਿ ਮੈਂ ਨਰਕਾਂ ਤੋਂ ਬਚ ਸਕਾਂਗਾ। ਉਹਦਾ ਬਹੁਤ ਜ਼ਿਆਦਾ ਪਛਤਾਤਾਪ ਹੋਇਆ। ਫਿਰ ਜਦੋਂ ਉਸਨੇ ਬਾਣੀ ਹੋਰ ਪੜ੍ਹੀ ਉਹਦਾ ਮਨ ਬਦਲ ਗਿਆ। ਹੁਣ ਉਹ ਇੱਕ ਮਾੜੇ ਬੰਦੇ, ਧਾੜਵੀ ਸੁਭਾਅ ਵਾਲੇ ਬੰਦੇ ਤੋਂ ਫਿਰ ਇੱਕ ਸ਼ਾਂਤ ਚਿੱਤ ਮਹਾਤਮਾ ਵਾਂਗੂ ਬਣ ਗਿਆ। ਉਸਦਾ ਸੁਭਾਅ ਮਿੱਠਾ ਹੋ ਗਿਆ, ਸਭ ਨਾਲ ਮਿੱਠਾ ਬੋਲਦਾ ਹੈ। ਐਦਾਂ ਦੀ ਖੇਡ ਬਦਲ ਗਈ, ਉਹਦੇ ਸੁਭਾਅ ਵਿੱਚ ਤਬਦੀਲੀ ਆ ਗਈ। ਬਹੁਤ ਇੰਪੋਰਟੈਂਟ ਹੈ 5ਵਾਂ ਪ੍ਰਸ਼ਨ ਵੀ, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਕਿਉਂ ਮਾਫ ਕਰ ਦਿੱਤੀ? ਜਦੋਂ ਰੋਹਤਾਸ ਦੇ ਕਿਲੇ ਵਿੱਚ ਰਾਤੀ ਬਿਮਾਰ ਪੈ ਗਏ ਨਾ, ਅਰਦਾਸਾਂ ਕੀਤੀਆਂ, ਦਵਾਈਆਂ ਖਾਧੀਆਂ, ਕੋਈ ਫਰਕ ਨਹੀਂ ਪਿਆ, ਦਵਾ ਦਾਰੂ ਕੀਤੀ ਗਈ, ਫਰਕ ਨਹੀਂ ਪਿਆ। ਫਿਰ ਅਰਦਾਸ ਕੀਤੀ, ਨੀਂਦ ਆ ਗਈ। ਫਿਰ ਉਹਨਾਂ ਨੇ ਸਵੇਰੇ ਉੱਠ ਕੇ ਧੰਨਵਾਦ ਵਜੋਂ ਪ੍ਰਮਾਤਮਾ ਨੂੰ ਧੰਨਵਾਦ ਕਰਨ ਦੇ ਤੌਰ ਤੇ ਸੋਚਿਆ ਵੀ ਇੱਕ ਵੱਡੇ ਕੈਦੀ ਨੂੰ ਰੋਹਤਾਸ ਦੇ ਕਿਲੇ ਵਿੱਚ ਛੱਡਾਂਗਾ। ਸਭ ਤੋਂ ਵੱਡਾ ਕੈਦੀ ਧਾੜਵੀ ਸਰਦਾਰ ਸੀ, ਜਿਹੜਾ ਬਹੁਤ ਗੁੱਸੇ ਵਾਲਾ ਸੀ। ਹੁਣ ਗੁਰਬਾਣੀ ਦੀ ਮਿਹਰ ਕਰਕੇ ਉਹ ਇੱਕ ਚੰਗਾ ਸ਼ਾਂਤ ਮਹਾਤਮਾ ਬਣ ਗਿਆ ਸੀ। ਉਸ ਨੂੰ ਛੱਡ ਦਿੱਤਾ, ਉਸ ਨੂੰ ਮੁਆਫ ਕਰ ਦਿੱਤਾ। ਅੱਗੇ ਫਿਰ ਜਿਹੜਾ ਪ੍ਰਸ਼ਨ ਆ ਉਹ ਕਿਤਾਬ ਵਿੱਚੋਂ ਹੀ ਹੈ ਵੀ ਰਿਹਾਈ ਸਮੇਂ ਮਹਾਰਾਜੇ ਨੂੰ ਉਸ ਧਾੜਵੀ ਕੈਦੀ ਨੇ ਕੀ ਕਿਹਾ? ਉਹਨੂੰ ਪੁੱਛਿਆ ਵੀ ਤੂੰ ਅਜੇ ਸਿੱਧਾ ਹੋਇਆ ਕਿ ਨਹੀਂ? ਉਹਨੇ ਕਿਹਾ ਗੁਰੂ ਦੀ ਕਿਰਪਾ ਕਰਕੇ, ਬਾਣੀ ਦੀ ਕਿਰਪਾ ਕਰਕੇ, ਆਪ ਦੀ ਕਿਰਪਾ ਨਾਲ ਮੈਂ ਧਾੜਵੀ ਤੋਂ ਸਰਦਾਰ ਬਣਿਆ।
फिर इस कैद विच पिया, इत्थे मैनूं पिता परमेश्वर के प्यार तो जानकारी हुई, सच्ची खुशी प्राप्त हुई, मेरा मन वाहिगुरू प्रेम विच लीन है, इस विच मैं बेअंत मेहर हुई है, उस छुटकारा मिले मैनूं कैद तो, इस संसार के भवजल तो भी मैनूं परमेश्वर का नाम छुड़ावेगा। इस तरह की असीं गल करके इत्थे समाप्ति कर देनी है। हुण लास्ट साडा प्रश्न, लास्ट साडा चैप्टर रह गया और समय भी थोड़ा रह गया। लक्की भाजी कहते हैं भी चैप्टर के क्वेश्चन आंसर सेंड करो। पहले मैं दसता है भी थोड़ी देर बाद दोनों किताबों के क्वेश्चन आंसर मैं सेंड करांगा, उसनूं तुसीं जरूर नोट कर लेना, डाउनलोड कर लेना, हो सकता प्रिंट करा लेना, नहीं तो तुसीं है मेरी गल सुनते जाओ, जिहड़े LPO चैप्टर है तुसीं वो देखते जाओ, तुहाडा उस नाल ही जिहड़ा तुहानूं आंसर रट जाणगे। परंतु सब तो मुख्य शर्त है साडी भी तुसीं इस सारे कार्य नूं लिख के करना है। ऐसे घट्टो घट 10 ऐसे लिखो, लैटर घट्टो घट 10 लैटर लिखो, प्रश्न उत्तर बार बार लिख के करो, जो वड्डे आंसर मैं जो इंपोर्टेंट दस रहा उसनूं बार बार लिख के करो। जेकर लिख के नहीं करोगे चंगे नंबर नहीं आएंगे। पहले तुसीं टिक मार्क करके पास हो गए हो। टर्म 1 विच जिहड़ा सी सारा MCQ सी, बहु विकल्पी सी, इस समय लिखना पेगा। जे लिखोगे गलतियां होणगियां, गलतियां होणगियां करैक्शन करोगे, करैक्शन करोगे तुहाडी पेपरां 'च गलती नहीं होएगी। इस करके मेरी बेनती है भी तुसीं जो भी करना उसनूं लिख के करो। एक हुण साडा मेरे वड्डे वडेरे बहुत इंपोर्टेंट है, बहुत मजाकिया, बहुत बहुत मन नूं खुश करने वाला चैप्टर है साडा मेरे वड्डे वडेरे। रोमा पटेल थैंक यू बेटा। इत्थे पहला प्रश्न स्क्रीन ते ज्ञानी गुरदीप सिंह का जन्म कदों होया? असीं इत्थे देखांगे भी ज्ञानी गुरदीप सिंह का जन्म होया 1923, पहला ऑप्शन है ऊड़ा। दूसरा है ज्ञानी गुरदीप सिंह का जन्म कित्थे होया? पिंड मिठेवाल विच होया, ईड़ी। देहांत कदों होया? एड़ा 17 जनवरी 2007, यानी लेटेस्ट, ज़्यादा पुरानी गल नहीं है। पिता का नाम सरदार हीरा सिंह। यह सारिया गल्लां जिहड़ियां ने यह तुहाडे इंट्रोडक्शन च ने, परंतु असीं आने हुण चैप्टर वाले प्रश्न ते। मेरा पिंड किस दी किताब है? सानूं पता है भी ज्ञानी गुरदीप सिंह की गल सानूं याद होनी चाहिए है, डॉक्टर बलबीर सिंह, भाई गुरदास जी और नाल है गुरु अर्जन देव। इन्हां 4 ਸਾਹਿਤਕਾਰਾਂ ਦੇ ਨਾਂ ਤੁਹਾਨੂੰ याद होने चाहिए है। और जो ਅਸੀਂ पिंड की गल करते हैं फिर ज्ञानी गुरदीप सिंह की गल करांगे। लेखक के दादे किन्ने भरा सी? लेखक के दादे 4 भरा सी, उन्हां दे नाम हुणी आउणगे, ਉਹ ਤੁਸੀਂ नोट कर लेना। 4 भरा सी। हुण एक गल आंदी है भी लेखक के ਵੱਡੇ ਵਡੇਰਿਆਂ ਦਾ छापे पिंड च खून का रिश्ता सी। उन्होंने विआह रखिया, जो विआह रखिया तो उन्होंने सारे रिश्तेदार लई गुड़ का कड़ाया भर के, गुड़ का हलवा बना के कड़ाया भर के रखिया। हुण चारों भरा उन्होंने बुलाया और चारों भरा जिहड़े सी ना, दास सी, पुन्नू सी, राम दिता सी, साहब सिंह सी, उन्होंने सारे ने सिर्फ 4 बंदे ने वड्डा सारा कड़ाया इक्को वार च खत्म करता। जिहड़े घर वाले सी छापे पिंड वाले, उन्होंने गुस्सा आ गया, नमोशी हुई, उन्होंने इंसल्ट हुई, इस करके उन्होंने उस खानदान का रिश्ता तोड़ दिया, क्योंकि बहुत वड्डे शरीर वाले बड़े बल वाले सी और उन्होंने करके सारा कड़ाह खादा गया सी। इस करके छापे पिंड की गल है। इस विच लेखक दे बाबे ने काहदा कड़ाह समेट छड्डिया सी? इत्थे लिखांगे गुड़ दे कड़ाह दा कड़ाहा। इत्थे कड़ाह हलवे नूं कहंदे हैं और कड़ाहा उस बर्तन नूं कहंदे जिस विच वो हलवा बनाया जाता है। लेखक दे पिंड दे चौधरी का नाम बहुत इंपोर्टेंट है, चौधरी चढ़त सिंह। 15वां प्रश्न है साडा। चढ़त सिंह ने पिंड आए पहलवान का मुकाबला करने लिए किसनूं मनाया? इत्थे इंपोर्टेंट है भी जो कुश्ती की, जो घोल किया ना, बाबे पुन्नू ने किया। फिर क्या क्यों बेचारे गरीब कबीलदार बंदे नूं मरवाउण लगे? यह किसने किया? यह पहलवान ने किया, जिहड़ा जांगली पहलवान सी, जांगली इलाके विच आया सी, अपने नाल बड़े सारे मुंडे कुंडे मुंडीर लई फिरदा सी। पिछले सारे पिंडां तो उसने चैलेंज कर करके पहलवानों नूं हराया सी। उन्हां पिंडां तो जितना भी राशन मिलिया, कपड़े मिले, वो सारा अपने गड्डे ते लद्दिया सी, नाल मुंडे शोर पाउंदे, नाल उसने झंडा फड़िया होया सी। वो झंडा उसने लिया के इस पिंड दे विच गड्ड दिता और चैलेंज किया भी जां तां कोई पहलवान कड्डो जो मेरे नाल घुले, नहीं तो हार मान के मेरे हवाले पक्की रसद करो। पक्की रसद का मतलब बहुत सारा घ्यो, बहुत सारे मेवे, बहुत सारे कपड़े। वो कहते भी उस समय इन्ना काल पिया सी भी खान नूं अन्न नहीं सी। और उदों इस पहलवान ने आके शोर पा दिता। फिर जो चढ़त सिंह चौधरी सी वो गया बाबे पुन्नू दे कोल, उसनूं बेनतियां कीतियां और यह क्या कि साडे पिंड की इज्जत बचा लो। तो फिर बाबे पुन्नू ने उसनूं हरा दिता। किस तरह हराया? इस बारे वड्डा आंसर आएगा। खुशबू, आशरा, रमनदीप,
ਟ੍ਰੈਂਡਿੰਗ ਕਲੋਥਸ ਹੈ, ਪਤਾ ਨਹੀਂ ਬੱਚੇ ਦਾ ਕੀ ਨਾਮ ਹੈ। ਇਹ ਬੱਚੇ ਜੁੜੇ ਹੋਏ ਨੇ, ਥੈਂਕ ਯੂ ਬੇਟਾ, ਬਹੁਤ ਵਧੀਆ। ਉਸ ਤੋਂ ਬਾਅਦ ਗੱਲ ਹੈ 18ਵਾਂ, ਕਿਹੜਾ ਰੁੱਖ ਹਨੇਰੀ ਨਾਲ ਡਿੱਗ ਪਿਆ ਸੀ ਸ਼ਹਿਤੂਤ ਦਾ ਦਰਖਤ। ਫਿਰ ਇੱਕ ਹੋਰ ਗੱਲ ਹੈ ਵੀ ਲੇਖਕ ਹੋਰਾਂ ਦੇ ਘਰ ਵਿੱਚ ਕਿਸ ਦਰਖਤ ਦੀ ਲਟੈਣ ਚੜੀ ਸੀ, ਉਹ ਕਿੱਕਰ ਦੀ ਲਟੈਣ ਹੈ। ਵੀ ਕਿਸੇ ਸਮੇਂ ਜੋ ਬਾਬਾ ਦਾਸ ਸੀ ਉਹ ਜੰਗਲ 'ਚ ਗਿਆ, ਉੱਥੇ ਕਿਸੇ ਨੇ ਕਿੱਕਰ ਵੱਢ ਕੇ ਸੁੱਟੀ ਸੀ, ਔਰ ਜੋ ਕਿੱਕਰ ਸੀ ਬਹੁਤ ਭਾਰੀ ਸੀ, ਉਹ ਇਕੱਲਾ ਹੀ ਬਾਬਾ ਚੁੱਕ ਕੇ ਘਰ ਲੈ ਆਇਆ, ਉਸਨੂੰ ਸ਼ਤੀਰ ਬਣਾ ਕੇ ਛੱਤ ਤੇ ਲਗਾਇਆ। ਕਿਤਨੇ ਸਾਲ ਉਹ ਸੜ ਗਈ, ਮੁੜ ਗਈ, ਤੁੜ ਗਈ। ਉਸ ਤੋਂ ਬਾਅਦ ਜਦੋਂ ਉਸਨੂੰ ਉਤਾਰ ਕੇ ਨਵਾਂ ਸ਼ਤੀਰ ਚੜਾਉਣਾ ਸੀ ਤੇ ਪਿੰਡ ਦੇ 94 ਗੱਭਰੂ ਬੁਲਾਏ, ਉਹਨਾਂ ਕੋਲ ਵੀ ਉਹ ਸ਼ਤੀਰ ਉਤਰਦਾ ਨਹੀਂ ਸੀ, ਔਰ ਬਾਬੇ ਦਾਸ ਨੇ ਉਸਨੂੰ ਇਕੱਲੇ ਹੀ ਚੜਾ ਦਿੱਤਾ ਸੀ। ਫਿਰ ਬਾਬੇ ਦਾਸ ਦੀ ਗੱਲ ਆਉਂਦੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਜੋ ਢੱਠਾ ਸੀ ਯਾਨੀ ਬਲਦ ਨੂੰ ਕਿਸ ਤਰ੍ਹਾਂ ਜਿਹੜਾ ਮਾਰਖੰਡਾ ਬਲਦ ਸੀ ਜਿਸ ਨੇ ਪੂਰੇ ਪਿੰਡ ਵਿੱਚ ਆਤੰਕ ਮਚਾਇਆ ਸੀ, ਲੋਕੀ ਡਰਦੇ ਮਾਰੇ ਘਰਾਂ ਦੇ ਅੰਦਰ ਛੱਤਾਂ ਤੇ ਚੜ੍ਹ ਜਾਂਦੇ ਸੀ, ਜਿਹਨੂੰ ਦੇਖਦੇ ਸਿੰਘ ਮਾਰ ਦਿੰਦਾ ਸੀ, ਕਈ ਬੰਦੇ ਮਾਰਤੇ। ਪਰੰਤੂ ਬਾਬੇ ਦਾਸ ਨੇ ਬੜੀ ਬੇਫਿਕਰੀ ਨਾਲ ਉਸਦਾ ਇੱਕ ਹਲ ਦੇ ਮੁੰਨੇ ਨਾਲ ਨਾ ਉਸਨੂੰ ਮਾਰ ਕੇ ਉਸਦਾ ਸਿੰਘ ਝਾੜ ਦਿੱਤਾ। ਮੁੜ ਕੇ ਉਹ ਜਿਹੜਾ ਢੱਠਾ ਸੀ ਉਹ ਭੱਜ ਜਾਂਦਾ ਸੀ ਬਾਬੇ ਨੂੰ ਦੇਖ ਕੇ। ਲਓ ਜੀ, ਅਸੀਂ ਗੱਲ ਕਰਦੇ ਹਾਂ, ਹੁਣ ਅਸੀਂ ਆਨੇ ਆ 21 ਨੰਬਰ ਕੁਐਸਚਨ ਤੇ, ਬਹੁਤ ਇੰਪੋਰਟੈਂਟ ਹੈ। ਕਿੱਕਰ ਦੀ ਗੇਲੀ ਕੌਣ ਚੁੱਕ ਕੇ ਲਿਆ ਸੀ? ਬਾਬਾ ਦਾਸ। ਹੁਣ ਇੱਕ ਬਾਬੇ ਦੀ ਭੈਣ ਦੀ ਗੱਲ ਆਉਂਦੀ ਹੈ, ਦੋ ਭੈਣਾਂ ਦੀ ਗੱਲ ਆਉਂਦੀ ਹੈ ਵੀ ਬਾਬਿਆਂ ਦੀ ਭੈਣ ਇੱਕ ਸੀ, ਉਹ ਆਪਣੇ ਘਰਦਿਆਂ ਨੂੰ ਰੋਟੀ ਦੇਣ ਖੇਤ ਗਈ, ਔਰ ਜਿਹੜੇ ਉਹਨਾਂ ਨੇ ਭਰੇ ਸੀ ਨਾ ਪੰਡ, ਵੱਡੀ ਸਾਰੀ ਭਰੀ ਸੀ, ਉਹ ਪੰਡ ਸਿੱਧੀ ਚੱਕ ਕੇ ਘਰੇ ਲਿਆਈ, ਕਿਤਨੇ ਕਿਲੋਮੀਟਰ ਚੱਕ ਕੇ ਘਰ ਲੈ ਕੇ ਆਈ, ਔਰ ਉੱਪਰ ਉਸਨੇ ਆਪਣਾ ਬੱਚਾ, ਜੋ ਤਗੜਾ ਬੱਚਾ ਸੀ ਉਹ ਵੀ ਬਿਠਾਇਆ ਸੀ। ਜਦੋਂ ਉਸ ਜੋ ਜਵਾਰ ਸੀ ਉਸਨੂੰ ਘਰ ਲਿਆਂਦਾ, ਉਸਦਾ ਲਕਾ ਤੁਕਾ ਸਾਰਾ ਹਟਾਇਆ ਗਿਆ, ਉਹ ਜੋ ਦਾਣੇ ਕੱਢੇ ਗਏ, ਔਰ ਫਿਰ ਉਹ ਬਣੇ 5 ਮਣ ਪੱਕੇ। 5 ਮਣ ਪੱਕੇ ਦਾ ਮਤਲਬ 200 ਕਿਲੋ, ਯਾਨੀ 200 ਕਿਲੋ ਦਾ ਭਾਰ ਉੱਤੇ ਭਾਰਾ ਜਿਹਾ ਮੁੰਡਾ ਬਿਠਾ ਕੇ ਜਿਹੜੀ ਭੈਣ ਸੀ ਉਹ ਘਰ ਪਹੁੰਚ ਗਈ ਸੀ। 23ਵਾਂ ਪ੍ਰਸ਼ਨ ਹੈ, ਬਾਬੇ ਦੀ ਭੈਣ ਕਿਸ ਪਿੰਡ ਵਿਆਹੀ ਸੀ? ਇੱਥੇ ਲਿਖਿਆ ਚੜਿੱਕ ਪਿੰਡ ਵਿਆਹੀ ਸੀ। ਚੜਿੱਕ ਪਿੰਡ ਦਾ ਜਿਹੜਾ ਵਰਤਾਂਤ ਅਲੱਗ ਹੈ ਵੀ ਚੜਿੱਕ ਪਿੰਡ ਵਿਆਹੀ ਸੀ, ਉਹ ਕਿਤੇ ਬਾਹਰ ਸ਼ਾਮੀ ਚੱਲੀਆਂ ਸੱਸ ਨੂੰ, ਔਰ ਰਸਤੇ ਵਿੱਚ ਪਹਿਲਵਾਨ ਦਾ ਮੁਗਦਰ ਪਿਆ ਸੀ ਜਾਨੀ ਵਰਜਿਸ਼ ਕਰਨ ਵਾਲਾ, ਉਹਨੇ ਦੇਖਿਆ ਵੀ ਰਸਤੇ 'ਚ ਵਿਆਹ, ਉਹਨੇ ਚੱਕ ਕੇ ਸਹਿਜ ਨੂੰ ਸੁੱਟ ਦਿੱਤਾ। ਜਦੋਂ ਅਗਲੇ ਦਿਨ ਦੇਖਿਆ ਪਹਿਲਵਾਨ ਨੇ, ਮੁੰਡਿਆਂ ਨੇ, ਵੀ ਇਹ ਤਾਂ ਕਿਤੇ ਹੋਰ ਪਿਆ, ਤੇ ਇੰਨਾ ਭਾਰਾ ਸੀ ਵੀ ਉਸਨੂੰ ਰੇੜ ਕੇ 4-5 ਜਣੇ ਵਾਪਸ ਲੈ ਕੇ ਆਏ। ਉਸ ਭੈਣ ਨੇ, ਬਾਬੇ ਦੀ ਭੈਣ ਨੇ ਸਹਿਸਵਾ ਚੁੱਕ ਕੇ ਦੂਜੇ ਦਿਨ ਸੁੱਟਿਆ ਤਾਂ ਇੱਕ ਮਕਾਨ ਦੀ ਕੰਧ ਟਹਿ ਗਈ। ਜਦੋਂ ਉਸ ਪਹਿਲਵਾਨ ਨੂੰ ਪਤਾ ਲੱਗਾ, ਬੜੀ ਸ਼ਰਮਿੰਦਗੀ ਹੋਈ ਵੀ ਇਸ ਪਿੰਡ ਦੀਆਂ ਔਰਤਾਂ ਵੀ ਮੇਰੇ ਤੋਂ ਜ਼ਿਆਦਾ ਪਹਿਲਵਾਨ ਨੇ। ਉਸਨੇ ਪਹਿਲਵਾਨੀ ਛੱਡ ਦਿੱਤੀ, ਬਾਬਿਆਂ ਦੀ ਭੈਣ ਨੂੰ ਆਪਣੀ ਭੈਣ ਮੰਨਿਆ। 101 ਰੁਪਇਆ ਔਰ ਤਿਓਰ ਦਾ ਮਤਲਬ ਹੈ ਇੱਕ ਕਮੀਜ਼, ਇੱਕ ਸਲਵਾਰ, ਇੱਕ ਚੁੰਨੀ, 3 ਕੱਪੜਿਆਂ ਦਾ ਸੈੱਟ ਉਸਨੂੰ ਤਿਓਰ ਕਹਿੰਦੇ ਆ। ਸੁੱਚੇ ਤਿੱਲੇ ਦਾ ਕੱਢਿਆ ਰੇਸ਼ਮੀ ਕੱਪੜਾ, ਉਸਦਾ ਤਿਓਰ ਉਸਨੂੰ ਭੇਟਾ ਕੀਤਾ, ਔਰ ਹਰ ਸਾਲ ਉਸਨੂੰ ਆਪਣੀ ਭੈਣ ਮੰਨ ਕੇ ਨਜ਼ਰਾਨੇ ਭੇਟ ਕਰਦੇ ਰਹੇ। ਇਸ ਦਾ ਵੀ ਜ਼ਿਕਰ ਆਉਂਦਾ। ਉਸ ਤੋਂ ਬਾਅਦ ਇੱਕ ਮੰਗਲ ਸਿੰਘ ਉਹਨਾਂ ਭੈਣ ਦਾ ਇੱਕ ਬੱਚਾ ਸੀ ਮੰਗਲ, ਉਹ ਬਹੁਤ ਨਾਮੀ ਪਹਿਲਵਾਨ ਬਣਿਆ। ਜਿਹੜਾ ਦਾਦਾ ਸੀ ਉਸ ਨੂੰ ਦੇਖਣ ਗਿਆ, ਉਸ ਨੂੰ ਚਾਂਦੀ ਦਾ, ਇਹ 29ਵਾਂ ਕੁਐਸਚਨ ਕਰ ਰਹੇ ਹਾਂ, ਚਾਂਦੀ ਦਾ ਡਬਲ ਰੁਪਈਆ, ਮੋਟਾ ਰੁਪਈਆ ਦਿੱਤਾ। ਧੜੀ ਯਾਨੀ 5 ਕਿਲੋ ਘਿਓ ਦਿੱਤਾ। ਐਸੇ ਧੜੀ ਦਾ ਮਤਲਬ ਹੈ 5 ਕਿਲੋ। ਉਸ ਤੋਂ ਬਾਅਦ ਉਹ ਜਿਹੜੀਆਂ ਮੂੰਗਲੀਆਂ ਸੀ ਮੰਗਲ ਸਿੰਘ ਪਹਿਲਵਾਨ ਦੀਆਂ, ਜਿਹੜੀਆਂ ਬਹੁਤ ਭਾਰੀਆਂ ਸੀ, ਸਾਧਾਂ ਦੇ ਡੇਰੇ ਵਿੱਚ ਪਈਆਂ ਹੋਈਆਂ। ਹੁਣ ਅਗਲਾ ਪੇਜ 110 ਪੇਜ ਦੇ ਥੱਲੇ ਦੇਖੋ, ਇਹ ਲਾਸਟ ਵਿੱਚ ਲਿਖਿਆ ਹੈ, ਪਿੰਡ ਦੇ ਪੁਰਾਣੇ ਲੋਕ ਲੇਖਕ ਨੂੰ ਕਿਹੜਾ ਪਹਿਲਵਾਨ ਕਹਿੰਦੇ ਸੀ? ਉਹਨੂੰ ਕਾਗਜੀ ਪਹਿਲਵਾਨ ਕਹਿੰਦੇ ਸੀ। ਉਹ ਕਹਿੰਦੇ ਵੀ ਇਸ ਬਾਬਿਆਂ ਦੇ ਖਾਨਦਾਨ ਨੂੰ ਲੀਕ ਲਾਉਣਾ, ਯਾਨੀ ਬਦਨਾਮ ਕਰਨ ਵਾਲਾ, ਕਲੰਕਿਤ ਕਰਨ ਵਾਲਾ ਇਹ ਲੇਖਕ ਜੰਮ ਪਿਆ, ਬਿਲਕੁਲ ਕਾਂਗੜੀ ਪਹਿਲਵਾਨ ਹੈ, ਕਾਗਜੀ ਪਹਿਲਵਾਨ ਹੈ। ਇਹਨਾਂ ਦੇ ਖਾਨਦਾਨ ਦੇ ਬਾਬੇ ਤਾਂ ਬਹੁਤ ਤਾਕਤਵਰ ਸੀ। ਫਿਰ ਇੱਥੇ ਅਗਲੇ ਪੇਜ ਤੇ ਅਸੀਂ ਦੇਖਦੇ ਹਾਂ ਬਈ ਖੂਨ ਦਾ ਰਿਸ਼ਤਾ ਕਿਸ ਪਿੰਡ ਵਿੱਚ ਸੀ? ਉਹ ਸੀ ਛਾਪੇ ਪਿੰਡ ਵਿੱਚ। ਹੁਣ ਇੱਥੇ ਲਿਖਿਆ ਚੌਥਾ ਪ੍ਰਸ਼ਨ ਹੈ, ਲੇਖਕ ਦੇ ਚਾਰੇ ਬਾਬੇ ਜਿਸ ਖੇਤ ਵਿੱਚੋਂ ਲੰਘਦੇ ਸੀ ਨਾ, ਇੱਕ ਦੇ ਇੱਕ ਪਿੱਛੇ ਲੰਘਦੇ ਸੀ, ਉੱਥੇ ਡੰਡੀ ਪੈ ਨੇ। ਡੰਡੀ ਦਾ ਮਤਲਬ ਕੀ ਹੁੰਦਾ ਹੈ? ਬਈ ਉਹ ਕੱਚੇ ਰਸਤੇ, ਜਦੋਂ ਬੰਦੇ ਤੁਰਦੇ ਜਾਂਦੇ ਪੱਕੇ ਹੋ ਜਾਂਦੇ, ਉੱਥੇ ਫਸਲ ਨਹੀਂ ਉਗਦੀ, ਉਹ ਫਿਰ ਸਦਾ ਲਈ ਉਸ ਜਗ੍ਹਾ ਤੇ ਲੋਕੀ ਤੁਰਨਾ, ਉਹ ਲੋਕਾਂ ਦਾ ਰਸਤਾ ਬਣ ਜਾਂਦਾ, ਉਸਨੂੰ ਕਹਿੰਦੇ ਡੰਡੀ ਪੈ ਜਾਣਾ, ਪੱਗ ਡੰਡੀ ਬਣ ਜਾਣਾ। ਤੇ ਜਿਸ ਖੇਤ ਵਿੱਚੋਂ ਚਾਰੋਂ ਬਾਬੇ ਇੰਨੇ ਤਗੜੇ ਸੀ, ਇੰਨੇ ਭਾਰੇ ਸੀ ਵੀ ਚਾਰੋਂ ਜਣੇ ਲਾਈਨ ਬਣਾ ਕੇ ਲੰਘਦੇ ਸੀ, ਤਾਂ ਉੱਥੇ ਡੰਡੀ ਪੈ ਜਾਂਦੀ ਸੀ। ਚੜ੍ਹਤ ਸਿੰਘ ਦਾ ਨਾਂ ਸਾਨੂੰ ਪਤਾ ਲੱਗ ਗਿਆ। 7ਵਾਂ ਪ੍ਰਸ਼ਨ ਹੈ ਬਈ ਕਿਸ ਨੂੰ ਬਾਬੇ ਪੁੰਨੂ ਦੀ ਤਾਕਤ ਦਾ ਪਤਾ ਸੀ? ਚੌਧਰੀ ਚੜ੍ਹਤ ਸਿੰਘ ਨੂੰ ਪਤਾ ਸੀ। ਉਸ ਤੋਂ ਬਾਅਦ ਬਾਬੇ ਪੁੰਨੂ ਨੂੰ ਦੇਖ ਕੇ ਕੌਣ ਖਿੜਖਿੜਾ ਕੇ? 9ਵਾਂ ਪ੍ਰਸ਼ਨ ਹੈ ਪਹਿਲਵਾਨ, ਜੰਗਲੀ ਪਹਿਲਵਾਨ। ਠੀਕ ਹੈ। ਤੇ 12ਵਾਂ ਪ੍ਰਸ਼ਨ ਹੈ ਬਾਬਿਆਂ ਦੇ ਪਿੰਡ ਚੜਿੱਕ ਵਿਆਹੀ ਹੋਈ ਭੈਣ ਨੇ ਕੀ ਚੁੱਕ ਕੇ ਖੋਲੇ ਵਿੱਚ ਵਗਾ ਸੁੱਟਿਆ? ਖੋਲਾ ਕਹਿੰਦੇ ਆ ਵੀ ਜਿਹੜਾ ਖੁੱਲਾ ਜਿਹਾ ਮਕਾਨ ਬਣਿਆ ਹੁੰਦਾ ਜਿਸ ਦਾ ਕੋਈ ਦਰਵਾਜ਼ਾ ਖਿੜਕੀ ਨਹੀਂ ਹੈ, ਜੇ ਬਣ ਰਿਹਾ ਹੁੰਦਾ। ਖੋਲਾ ਯਾਨੀ ਖੰਡਰ,
ਇਹਨੇ ਖੰਡਰ ਜਦੋਂ ਉਹਨੇ ਚੁੱਕ ਕੇ ਵਗਾ ਕੇ ਸੁੱਟਿਆ ਤਾਂ ਉਹ ਢਹਿ ਗਿਆ। ਵਾਪਸ 5-6 ਜਣੇ ਰੇੜ ਕੇ ਲੈ ਕੇ ਆਏ। ਇਹ ਸਾਰੇ ਜੋ ਪ੍ਰਸ਼ਨ ਨੇ ਇਹ ਸਾਰੇ ਤੁਸੀਂ ਕਰਨੇ ਹੈ। ਇਸ ਵਿੱਚ ਅਸੀਂ ਵੱਡੇ ਪ੍ਰਸ਼ਨ ਵੀ ਦੇਖ ਰਹੇ ਹਾਂ ਸਕਰੀਨ ਤੇ ਵੀ ਲੇਖਕ ਨੂੰ ਪਿੰਡ ਦੇ ਲੋਕ ਕਾਗਜੀ ਪਹਿਲਵਾਨ ਕਿਉਂ ਕਹਿੰਦੇ ਸਨ। ਇਸ ਸਮੇਂ ਸਾਡੇ ਕੋਲ 6 ਮਿੰਟ ਬਾਕੀ ਨੇ। 6 ਮਿੰਟਾਂ 'ਚ ਅਸੀਂ ਰਿਵਾਈਜ਼ ਕਰਦੇ ਹਾਂ ਬਈ ਉਹ ਪੁਰਾਣੇ ਪੰਜਾਬ ਦੇ ਨਮੂਨੇ ਪੁਰਖੇ ਸਨ, ਯਾਨੀ ਇੱਕ ਐਗਜ਼ਾਮਪਲ ਸਨ। ਔਰ ਜੋ ਲੇਖਕ ਸੀ ਉਹ ਪਾਈਓ ਘੋੜੀਆਂ ਦਾ ਬੜਾ ਕਮਜ਼ੋਰ ਜਿਹਾ ਬੰਦਾ ਸੀਗਾ। ਉਸ ਪਿੰਡ ਦੇ ਪੁਰਾਣੇ ਲੋਕ ਕਹਿੰਦੇ ਸੀ ਵੀ ਇਹ ਦੇਖੋ ਇਹਨਾਂ ਮਹਾਨ ਤਾਕਤਵਰ ਦਲੇਰ ਬਾਬਿਆਂ ਦੇ ਘਰ ਉਸ ਕੁਲ ਨੂੰ ਕਲੰਕ ਲਾਉਣ ਵਾਲਾ ਕਾਗਜੀ ਪਹਿਲਵਾਨ ਯਾਨੀ ਕਮਜ਼ੋਰ ਪੁੱਤਰ ਪੈਦਾ ਹੋ ਗਿਆ। ਫਿਰ ਬਾਬਾ ਸ਼ਹਿਤੂਤ ਦੇ ਡਿੱਗੇ ਦਰਖਤ ਨੂੰ ਖਿੱਚ ਕੇ ਘਰ ਲੈ ਗਿਆ। ਇਸ ਦਾ ਜ਼ਿਕਰ ਕਰਨਾ ਵੀ ਇੱਕ ਵਾਰ ਸ਼ਹਿਤੂਤ ਦਾ ਜਿਹੜਾ ਰੁੱਖ ਸੀ ਨਾ ਸੜਕ ਨੂੰ ਰੋਕ ਕੇ ਪਿਆ ਸੀ। ਲੋਕੀ ਖੜੇ ਸੀ ਕਿਸ ਪਾਸੋਂ ਕੱਟੀਏ ਕਿਸ ਪਾਸੋਂ ਛਾਂਟੀਏ। ਤੇ ਬਾਬੇ ਨੇ ਆ ਕੇ ਪੁੱਛਿਆ ਵੀ ਕੀ ਦੇਖਦੇ ਹੋ। ਕਹਿੰਦੇ ਕਿਹਦਾ? ਉਹ ਕਹਿੰਦਾ ਜਿਹੜਾ ਲੈ ਜਾਏ ਉਹਦਾ। ਤੇ ਉਹ ਬਾਬੇ ਨੇ ਇਕੱਲੇ ਨੇ ਉਸ ਦਰਖਤ ਨੂੰ ਇਕੱਲੇ ਹੀ ਘਸੀਟ ਕੇ ਆਪਣੇ ਘਰ ਲੈ ਆਇਆ ਔਰ ਆਪਣੇ ਅੰਦਰ ਵਾੜ ਕੇ ਸਾਹ ਲਿਆ। ਹੁਣ ਇਹ ਕਿੱਕਰ ਦੀ ਗੇਲੀ ਕਿਸੇ ਨੇ ਚੋਰੀ ਕਿਤੇ ਸੁੱਟੀ ਹੋਈ ਸੀ, ਕੋਈ ਚੁੱਕਣ ਵਾਲਾ ਨਹੀਂ ਸੀ। ਤੇ ਬਾਬਾ ਜਦੋਂ ਆਪਣੇ ਪਸ਼ੂ ਚਰਾਣ ਗਿਆ ਤੇ ਉੱਥੇ ਦੇਖਿਆ ਕਿੱਕਰ ਦੀ ਗੇਲੀ ਪਈ ਹੈ। ਉਹਨੇ ਕਿਹਾ ਵੀ ਇਹ ਟੰਬਾ ਕਿਸ ਦਾ? ਟੰਬਾ ਦਾ ਮਤਲਬ ਵੀ ਡੰਡਾ ਜਿਹਾ ਕਿਸ ਦਾ? ਵੀ ਐਡਾ ਵੱਡਾ ਦਰਖਤ ਹੈ ਕਿੱਕਰ ਦਾ, ਭਾਰਾ, ਉਹਨੂੰ ਟੰਬਾ ਹੀ ਨਹੀਂ, ਲੱਕੜ ਕਹਿ ਰਿਹਾ, ਡੰਡਾ ਕਹਿ ਰਿਹਾ। ਉਹਨੇ ਕਿਹਾ ਜਿਹਦਾ ਹੈ ਉਹ ਲੈ ਜਾਵੇ। ਤੇ ਬਾਬੇ ਨੇ ਫਟਾਫਟ ਮੋਢਾ ਲਾਇਆ, ਉਸ ਪੂਰੀ ਦੀ ਪੂਰੀ ਗੇਲੀ ਨੂੰ ਸ਼ਤੀਰ ਨੂੰ ਚੱਕ ਕੇ ਘਰ ਲੈ ਆਇਆ। ਠੀਕ ਹੈ, ਇਸ ਦੇ ਨਾਲ ਅਸੀਂ ਚੌਥਾ ਪ੍ਰਸ਼ਨ ਦੇਖ ਰਹੇ ਹਾਂ ਵੀ ਬਾਬਿਆਂ ਦੀ ਚੜਿਕ ਜਿਹੜੀ ਭੈਣ ਵਿਆਹੀ, ਚੜਿਕ ਪਿੰਡ ਵਿੱਚ ਭੈਣ ਵਿਆਹੀ ਸੀ, ਉਸ ਦੀ ਕਿੰਨੀ ਤਾਕਤ ਸੀ। ਪਹਿਲਵਾਨ ਨੇ ਉਸ ਦੀ ਤਾਕਤ ਕਿੱਦਾਂ ਮੰਨੀ ਵੀ ਪਹਿਲਵਾਨ ਦਾ ਜੋ ਮੁਗਦਰ ਸੀ ਕਸਰਤ ਕਰਨ ਵਾਲਾ, ਜੋ ਜਿਸਨੂੰ 4-5 ਮੁੰਡੇ ਮਸਾਂ ਹੀ ਹਿਲਾਉਂਦੇ ਸੀ, ਉਸ ਨੂੰ ਬਾਬਿਆਂ ਦੀ ਭੈਣ ਨੇ ਸਹਿ ਸਵੈ ਚੁੱਕ ਕੇ 2 ਵਾਰ ਪਾਸੇ ਕਰ ਦਿੱਤਾ। ਇੱਕ ਵਾਰ ਤਾਂ ਇੱਕ ਖੋਲੇ ਦੀ ਖੰਡਰ ਦੀ ਕੰਧ ਟਹਿ ਗਈ। ਉਹ ਜਦੋਂ ਪਹਿਲਵਾਨ ਨੂੰ ਪਤਾ ਲੱਗਾ ਉਸ ਨੂੰ ਬੜੀ ਨਮੋਸ਼ੀ ਬੜੀ ਸ਼ਰਮਿੰਦਗੀ ਹੋਈ। ਉਹ ਘਬਰਾਇਆ ਉਹ ਤੇ ਅਗਲੇ ਦਿਨ ਉਹ ਉਸ ਬਾਬਿਆਂ ਦੀ ਭੈਣ ਲਈ 101 ਰੁਪਇਆ ਨਗਦ ਔਰ ਇੱਕ ਸੁੱਚਾ ਯਾਨੀ ਤਿੱਲੇ ਦਾ ਕੱਢਿਆ ਹੋਇਆ ਰੇਸ਼ਮੀ ਵਸਤਰ, ਉਸਦਾ ਤਿਉਰ ਲੈ ਕੇ, ਤਿਉਰ ਹੁਣੀ ਦੱਸਿਆ ਤਿਉਰ ਦਾ ਮਤਲਬ ਹੈ 3 ਕੱਪੜੇ, ਤਿਉਰ ਦਾ ਮਤਲਬ ਹੈ ਸਲਵਾਰ ਕਮੀਜ਼ ਤੇ ਚੁੰਨੀ, ਇਹ ਲੈ ਕੇ ਆਇਆ, ਭੇਟਾ ਕੀਤਾ ਔਰ ਕਿਹਾ ਚਾਚੀ ਤੋਂ ਮੇਰੀ ਧਰਮ ਦੀ ਭੈਣ ਹੋਈ। ਔਰ ਹਰ ਸਾਲ ਉਸ ਨੂੰ ਨਜ਼ਰਾਨਾ ਭੇਟ ਕਰਦਾ ਰਿਹਾ। ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਸ਼ਨ ਨੇ, ਅਸੀਂ ਉਹ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਾਂਗੇ, ਤੁਸੀਂ ਉਸ ਨੂੰ ਸਾਡੇ ਨਾਲ ਰਹਿਣਾ। ਅੱਗੇ ਇੱਕ ਵੰਨਗੀ ਦਾ ਦੂਸਰੀ ਕਿਤਾਬ ਹੈ ਅੰਗ ਸੰਗ। ਅੰਗ ਸੰਗ ਜਿਹੜਾ ਹੈ ਬਹੁਤ ਇੰਪੋਰਟੈਂਟ ਸਾਡਾ ਚੈਪਟਰ ਹੈ। ਅੰਗ ਸੰਗ ਦਾ ਮਤਲਬ ਹੈ ਵੀ ਜਿਹੜਾ ਮਾੜਾ ਬੰਦਾ ਹੈ ਨਾ, ਕਿਸ ਤਰ੍ਹਾਂ ਉਹਦੇ ਅੰਗ ਸੰਗ ਮੁਸੀਬਤਾਂ ਰਹਿੰਦੀਆਂ ਨੇ। ਇੱਥੇ ਅਸੀਂ ਗੱਲ ਕਰਾਂਗੇ ਕਰਤਾਰ ਸਿੰਘ ਦੀ। ਉਸਦਾ ਮੁੰਡਾ ਅਮਰੀਕ ਸਿੰਘ, ਇੱਕ ਹੋਰ ਮੁੰਡਾ ਉਹਦਾ ਨਾਮ ਮਹਿੰਦਰ। ਇਸ ਤਰ੍ਹਾਂ ਉਸ ਪਰਿਵਾਰ ਵਿੱਚ ਬਹੁਤ ਭਾਣਾ ਵਰਤ ਗਿਆ ਕਿ ਜੋ ਕਰਤਾਰ ਸਿੰਘ ਹੈ ਉਹ ਚੜ੍ਹਾਈ ਕਰ ਗਿਆ। ਕਿਉਂ? ਕਿਉਂਕਿ ਬਹੁਤ ਨਸ਼ੇਬਾਜ਼ ਸੀ। ਉਹਨੇ ਕੀ ਕੁਛ ਕੀਤਾ ਇਸ ਬਾਰੇ ਅਸੀਂ ਹੁਣੀ ਗੱਲ ਕਰਦੇ ਹਾਂ। 8ਵਾਂ ਪ੍ਰਸ਼ਨ ਹੈ ਅਮਰੀਕ ਦਾ ਪੇਸ਼ਾ ਕੀ ਸੀ? ਵੀ ਉਹ ਸਰਕਾਰੀ ਨੌਕਰੀ ਕਰਦਾ ਸੀ, ਈੜੀ। 9ਵਾਂ ਪ੍ਰਸ਼ਨ ਹੈ ਕਰਤਾਰ ਸਿੰਘ ਦੀ ਵੱਡੀ ਕੁੜੀ ਦਾ ਨਾਂ, ਯਾਨੀ ਇੱਥੇ ਲਿਖਣਾ ਅਮਰੀਕ ਦੀ ਭੈਣ ਦਾ ਜਾਂ ਮਹਿੰਦਰ ਦੀ ਭੈਣ ਦਾ ਕੀ ਨਾਂ ਸੀ? ਅਸੀਂ ਲਿਖਾਂਗੇ ਬੰਸੋ। ਇੱਥੇ ਇੱਕ ਔਰ ਗਾਸੋ ਨਾਮ ਵੀ ਆਏਗਾ ਮੇਰੇ ਖਿਆਲ, ਤੁਸੀਂ ਉਹਦਾ ਵੀ ਧਿਆਨ ਰੱਖਣਾ ਹੈ, ਉਹ ਬਾਅਦ ਚ ਆਏਗਾ। ਇੱਥੇ ਅਸੀਂ ਲਿਖਾਂਗੇ ਕਰਤਾਰ ਸਿੰਘ ਦੀ ਵੱਡੀ ਕੁੜੀ ਯਾਨੀ ਅਮਰੀਕ ਦੀ ਔਰ ਮਹਿੰਦਰ ਦੀ ਭੈਣ ਦਾ ਨਾਂ ਸੀ ਬੰਸੋ। ਔਰ ਸੁਸਾਇਟੀ ਦਾ ਜੋ ਇੰਸਪੈਕਟਰ ਸੀ ਜਿਸ ਨੇ ਕਿ ਇਹਨਾਂ ਜਿਸ ਕੋਲੋਂ ਕਿ ਕਰਤਾਰ ਸਿੰਘ ਨੇ ਕਾਫੀ ਸਾਰਾ ਉਧਾਰੀ ਯਾਨੀ 1650 ਰੁਪਏ ਖਾਦ ਦੇ ਲਏ ਹੋਏ ਸੀਗੇ, ਉਹ 8ਵੇਂ ਦਿਨ ਉਹਨਾਂ ਦੇ ਘਰ ਆਇਆ ਸੀ ਆਪਣੇ ਪੈਸੇ ਮੰਗਣ। ਕਿੰਨਾ ਕਰਜ਼ਾ ਸੀ ਜ਼ਰੂਰ ਨੋਟ ਕਰਨਾ। 11ਵਾਂ ਪ੍ਰਸ਼ਨ ਹੈ 1650 ਦਾ ਮਤਲਬ 1650, ਇੱਦਾਂ ਵੀ ਲਿਖ ਸਕਦੇ ਹੋ ਤੁਸੀਂ। 12ਵਾਂ ਪ੍ਰਸ਼ਨ ਹੈ ਵੀ ਇੰਸਪੈਕਟਰ ਕਹਿੰਦਾ ਵੀ ਜਦੋਂ ਕੋਈ ਬੰਦਾ ਮਰ ਜਾਂਦਾ ਨਾ, ਜਿਹੜਾ ਉਹਨੇ ਸਰਕਾਰ ਤੋਂ ਕਰਜ਼ਾ ਲਿਆ ਹੁੰਦਾ ਹੈ, ਉਸ ਨੂੰ ਇੱਕੋ ਮੁਸ਼ਤ ਕਹਿੰਦੇ ਇੱਕੋ ਕਿਸ਼ਤ ਵਿੱਚ ਵਾਪਸ ਕਰਨਾ ਹੁੰਦਾ ਹੈ। ਪਰ ਤੁਸੀਂ ਚੰਗੇ ਬੰਦੇ ਹੋ, ਤੁਸੀਂ 2 ਕਿਸ਼ਤਾਂ ਵਿੱਚ ਮੋੜ ਦੇਣਾ। ਤੁਸੀਂ ਸਾਡੇ ਸਾਥੀ ਹੋ, ਕਿਉਂਕਿ ਇੰਸਪੈਕਟਰ ਵੀ ਸਰਕਾਰੀ ਬੰਦਾ ਹੈ ਔਰ ਅਮਰੀਕ ਵੀ ਸਰਕਾਰੀ ਮੁਲਾਜ਼ਮ, ਇਸ ਕਰਕੇ ਉਹਨੇ ਰਿਆਇਤ ਕੀਤੀ, 2 ਕਿਸ਼ਤਾਂ ਵਿੱਚ ਵਾਪਸ ਕਰਨ ਦੀ ਗੱਲ ਕੀਤੀ। ਅਮਰੀਕ ਦੇ ਛੋਟੇ ਭਰਾ ਦਾ ਕੀ ਨਾਮ? ਮਹਿੰਦਰ। ਯਾਨੀ ਜੋ ਕਰਤਾਰ ਸਿੰਘ ਦੇ ਛੋਟੇ ਮੁੰਡੇ, ਯਾਨੀ ਇੱਥੇ ਅਸੀਂ 3 ਨਾਮ ਦੇਖ ਰਹੇ ਹਾਂ। ਇੱਕ ਤੇ ਕਰਤਾਰ ਸਿੰਘ ਜਿਸ ਦਾ ਕਿ ਇੱਥੇ ਭੋਗ ਪੈ ਰਿਹਾ। ਹੁਣ ਕਰਤਾਰ ਸਿੰਘ ਦੇ 3 ਬੱਚਿਆਂ ਦੇ ਨਾਮ ਆਏ। ਇੱਕ ਤੇ ਅਮਰੀਕ ਹੈ ਵੱਡਾ ਮੁੰਡਾ, ਛੋਟਾ ਮਹਿੰਦਰ ਸਿੰਘ ਹੈ, ਔਰ ਇੱਕ ਭੈਣ ਹੈ ਜਿਸ ਦਾ ਨਾਮ ਅਸੀਂ ਦੇਖਿਆ ਬੰਸੋ ਹੈ।
ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ 15ਵੇਂ ਪ੍ਰਸ਼ਨ ਦੀ। ਮਹਿੰਦਰ ਤੋਂ ਛੋਟੀ ਕੁੜੀ ਕਿਹੜੀ ਕਲਾਸ 'ਚ ਪੜ੍ਹਦੀ? ਇਹਦਾ ਮਤਲਬ ਇੱਕ ਹੋਰ ਬੱਚਾ ਉਹਨਾਂ ਦਾ, ਉਹ 7ਵੀਂ ਜਮਾਤ 'ਚ ਪੜ੍ਹਦੀ, ਬਹੁਤ ਛੋਟੀ ਹੈ। ਅਮਰੀਕ ਆਪਣੀ ਮਾਂ ਨੂੰ ਕਿੰਨੀ ਤਨਖਾਹ ਦਿੰਦਾ? ਕਹਿੰਦੇ ਅੱਧੀ ਤਨਖਾਹ ਦਿੰਦਾ ਹੈ। ਅਮਰੀਕ ਨੂੰ ਆਪਣੇ ਪਿਓ ਤੋਂ ਕਿਸ ਕਰਕੇ ਚਿੜ ਸੀ? ਕਿਉਂਕਿ ਸ਼ਰਾਬ ਪੀਂਦਾ ਸੀ, ਅਫੀਮ ਖਾਂਦਾ ਸੀ, ਔਰ ਇਸੇ ਕਰਕੇ ਉਹ 50 ਸਾਲ ਤੋਂ ਪਹਿਲੇ ਮਰ ਗਿਆ ਸੀ, ਔਰ ਉਹਦੇ ਜਿੰਨੇ ਵੀ ਕਰਜ਼ੇ ਸੀ ਸਭ ਅਮਰੀਕ ਤੇ ਪੈ ਗਏ ਸੀ। ਔਰ ਸਭ ਤੋਂ ਦੁੱਖ ਦੀ ਗੱਲ ਇਹ ਸੀ ਵੀ ਜਿਹੜਾ ਉਸ ਦੇ ਫਜ਼ੂਲ ਖਰਚੀ ਸੀ, ਜਿਹੜਾ ਕਰਜ਼ਾ ਸੀ, ਹੁਣ ਉਹ ਅਮਰੀਕ ਦੇ ਅੰਗ ਸੰਗ ਹੋ ਗਿਆ ਸੀ, ਉਸ ਨੂੰ ਦੇਣਾ ਪੈ ਰਿਹਾ ਸੀ। 18ਵਾਂ ਪ੍ਰਸ਼ਨ ਹੈ, ਅਮਰੀਕ ਕਿੰਨੇ ਸਾਲਾਂ ਤੋਂ ਆਪਣੇ ਪਿਓ ਨਾਲ ਘੁੱਟਿਆ ਨਹੀਂ, ਨਾਰਾਜ਼ ਰਹਿੰਦਾ ਸੀ, ਚੁੱਪ ਬੋਲਦਾ ਨਹੀਂ ਸੀ, ਚੁੱਪ ਰਹਿੰਦਾ ਸੀ? ਇਹ ਲਿਖਿਆ ਕਈ ਸਾਲਾਂ ਤੋਂ। ਬਹੁਤ ਇੰਪੋਰਟੈਂਟ ਹੈ। 19ਵਾਂ ਪ੍ਰਸ਼ਨ ਹੈ ਸਾਡਾ ਵੀ ਮਰਨ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ? ਇੱਥੇ ਅਸੀਂ ਲਿਖਾਂਗੇ 45 ਸਾਲ ਦੀ। 50 ਨਹੀਂ ਕਰਨੀ, ਇਹਨੂੰ 45 ਲਿਖਣਾ, ਯਾਨੀ 5 ਘੱਟ ਕਰ ਦੇਣਾ। 20ਵਾਂ ਪ੍ਰਸ਼ਨ ਹੈ ਵੀ ਅਮਰੀਕ ਦਾ ਪਿਓ ਉਸਨੂੰ ਜਦੋਂ ਪਹਿਲੀ ਜਮਾਤ ਵਿੱਚ, ਯਾਨੀ ਕਰਤਾਰ ਸਿੰਘ ਪਹਿਲੀ ਜਮਾਤ ਵਿੱਚ ਉਸਨੂੰ ਪਾਣ ਗਿਆ ਸੀ ਨਾ, ਮਾਸਟਰ ਕੋਲ ਗਿਆ। ਉਹ ਮਾਸਟਰ ਦਾ ਨਾਮ ਹੈ ਮਾਸਟਰ ਮੁਲਕ ਰਾਜ। ਹੁਣ ਅਮਰੀਕ ਦਾ ਜੋ ਦਾਦਾ ਸੀ, ਘਰ 'ਚ ਬੜੀ ਗਰੀਬੀ ਸੀ, ਬੜੀ ਕਿੱਲਤ ਸੀ, ਬੜੀ ਤੰਗੀ ਸੀ। ਹੁਣ ਘਰ ਦੀ ਜੋ ਜ਼ਮੀਨ ਸੀ ਸਾਰੀ ਗਹਿਣੇ ਯਾਨੀ ਗਿਰਵੀ ਪਈ ਸੀ। ਹੁਣ ਉਸ ਗਰੀਬੀ ਤੋਂ ਤੰਗ ਆ ਕੇ ਜੋ ਦਾਦਾ ਸੀ ਨਾ, ਉਹ ਚਲਾ ਗਿਆ ਸਿੰਗਾਪੁਰ ਜਾ ਕੇ ਉਸਨੇ ਬਹੁਤ ਮਿਹਨਤ ਕੀਤੀ, ਆਪਣੀ ਪੈਲੀ ਛਡਾਈ, ਘਰ ਬਣਾਇਆ। ਹੁਣ ਬਹੁਤ ਪੈਸੇ ਭੇਜਦਾ ਸੀ। ਉਹ 4-5 ਸਾਲ ਬਾਅਦ ਆਂਦਾ ਸੀ। ਜਦੋਂ ਆਂਦਾ ਸੀ ਔਰ ਦਾਦੇ ਦੇ ਪੈਸੇ ਤੇ ਕਰਤਾਰ ਸਿੰਘ ਐਸ਼ ਕਰਦੇ, ਦਿਨ ਰਾਤ ਸ਼ਰਾਬ 'ਚ ਮਸਤ ਰਹਿੰਦਾ ਸੀ। ਦਾਦਾ ਆਂਦਾ ਸੀ, ਨਿਰਾਸ਼ ਹੋ ਜਾਂਦਾ ਸੀ, ਕਿਉਂਕਿ ਉਹ ਕਦੇ ਸੋਫੀ, ਕਦੇ ਬਿਨਾਂ ਨਸ਼ੇ ਦੇ ਹੁੰਦਾ ਹੀ ਨਹੀਂ ਸੀ। ਇਸ ਕਰਕੇ ਦਾਦਾ ਨਿਰਾਸ਼ ਸੀ। ਹੁਣ ਕਰਤਾਰ ਸਿੰਘ ਕਿਉਂਕਿ ਉਹਦੇ ਕੋਲ ਪੈਸਾ ਬੜਾ ਸੀ, ਕਿਉਂਕਿ ਪਿਓ ਬੜਾ ਚੰਗਾ ਪੈਸਾ ਭੇਜਦਾ ਸੀ, ਇਸ ਕਰਕੇ ਉਹ 2 ਘੋੜਾ ਬੋਸਕੀ, ਉਸ ਸਮੇਂ ਬ੍ਰਾਂਡ ਹੁੰਦਾ ਸੀ ਬੋਸਕੀ ਦਾ, ਚਿੱਟੇ ਰੰਗ ਦਾ ਕੱਪੜਾ, ਮੋਟਾ ਹੁੰਦਾ ਹੈ, ਬੜਾ ਸੌਫਟ ਹੁੰਦਾ ਹੈ, ਉਸ ਦੀ ਉਹ ਬੜੀ ਮਹਿੰਗੀ ਕਮੀਜ਼ ਪਾਉਂਦਾ ਸੀ। ਹੁਣ ਜਦੋਂ ਦਾਦਾ ਸਿੰਗਾਪੁਰ ਤੋਂ ਪੈਸੇ ਭੇਜਦਾ ਸੀ, ਉਹਨੂੰ ਕਿੱਦਾਂ ਉਡਾਉਂਦਾ ਸੀ ਕਰਤਾਰ ਸਿੰਘ? ਇੱਥੇ ਕਿ ਗੁਲਛਰਿਆਂ ਵਿੱਚ। 23 ਨੰਬਰ ਪ੍ਰਸ਼ਨ ਹੈ, ਗੁਲਛਰਿਆਂ ਵਿੱਚ ਉਡਾਉਂਦਾ ਸੀ। 25ਵਾਂ ਹੈ, ਅਮਰੀਕ ਦਾ ਦਾਦਾ ਸਿੰਗਾਪੁਰ ਤੋਂ ਕਿੰਨੇ ਸਾਲ ਬਾਅਦ ਆਉਂਦਾ ਸੀ? 2-4 ਸਾਲ ਬਾਅਦ ਆਉਂਦਾ ਸੀ। ਠੀਕ ਹੈ। ਹੁਣ ਛੁੱਟੀ ਕੱਢ ਕੇ ਜਾਣ ਤੋਂ ਕਿੰਨੇ ਦਿਨ ਮਗਰੋਂ ਕਰਤਾਰ ਸਿੰਘ ਦੇ ਪਿਓ ਦੀ ਮੌਤ ਹੋ ਗਈ, ਕਿਉਂਕਿ ਉਦਾਸ ਸੀ, ਕਿਉਂਕਿ ਨਿਰਾਸ਼ ਸੀ। ਜਿੰਨਾ ਉਹ ਪੈਸਾ ਭੇਜਦਾ ਸੀ ਸਾਰਾ ਕਰਤਾਰ ਸਿੰਘ ਉਡਾ ਦਿੰਦਾ ਸੀ। ਫਿਰ ਇਸ ਤਰ੍ਹਾਂ ਜਦੋਂ ਵਾਪਸ ਗਿਆ ਸਿੰਗਾਪੁਰ, 3-4 ਮਹੀਨੇ ਉਹ ਮਰ ਗਿਆ ਉੱਥੇ ਜਾ ਕੇ। ਹੁਣ ਜੋ ਅਮਰੀਕ ਦਾ ਪਿਓ ਸੀ ਯਾਨੀ ਕਰਤਾਰ ਸਿੰਘ ਸੀ, ਔਰ ਜੋ ਅਮਰੀਕ ਦਾ ਮਾਮਾ ਸੀ, ਉਹਦਾ ਨਾਮ ਨਹੀਂ ਹੈ, ਉਹ ਬੀਕਾਨੌਰ ਤੋਂ ਬਹੁਤ ਵਧੀਆ ਚਿੱਟੇ ਬਲਦਾਂ ਦੀ ਜੋੜੀ ਖਰੀਦ ਕੇ ਲੈ। ਠੀਕ ਹੈ। ਹੁਣ ਤੁਸੀਂ ਇਹਦੇ ਸਾਰੇ ਪ੍ਰਸ਼ਨ ਤੁਸੀਂ ਧਿਆਨ ਨਾਲ ਕਰਨੇ। ਜਿਹਦਾ ਹੁਣ 32ਵਾਂ ਪ੍ਰਸ਼ਨ ਹੈ, ਇੰਪੋਰਟੈਂਟ ਹੈ। 32ਵਾਂ ਪ੍ਰਸ਼ਨ ਉਹ ਹੈ, ਨਿਆਈਆਂ ਵਾਲੇ ਖੂਹ ਵਿੱਚ ਕੌਣ ਡੁੱਬ ਕੇ ਮਰਿਆ ਸੀ? ਉਥੇ ਮਾਈ ਗਾਬੋ ਡੁੱਬ ਕੇ ਮਰੀ ਸੀ। ਧਿਆਨ ਰੱਖਣਾ। ਜਗੀਰ ਕੌਰ ਨੇ ਕਿੱਥੇ ਡੁੱਬ ਕੇ ਮਰਨ ਲਈ ਕਿਹਾ ਸੀ? ਜੋ ਆਪਣੇ ਪਤੀ ਤੋਂ, ਮਹਿੰਦਰ ਸਿੰਘ ਤੋਂ, ਮਹਿੰਦਰ ਨਹੀਂ ਕਰਤਾਰ ਸਿੰਘ ਤੋਂ ਪਰੇਸ਼ਾਨ ਹੋ ਗਈ, ਕਹਿੰਦੇ ਮੈਂ ਮਰ ਜਾਵਾਂਗੀ। ਕਿੱਥੇ ਜਾ ਕੇ ਮਰਾਂਗੀ? ਹਰੀਕੇ ਪਤਨ ਜਿਹੜਾ ਹੈ ਨਾ ਪੰਜਾਬ 'ਚ, ਉੱਥੇ ਜਾ ਕੇ ਮਰਾਂਗੀ, ਇੱਦਾਂ ਉਸਨੇ ਧਮਕੀ ਦਿੱਤੀ ਸੀ। ਹੁਣ ਹੌਲੀ ਹੌਲੀ ਜਿੰਨੀ ਜ਼ਮੀਨ ਉਹਦੇ ਦਾਦੇ ਨੇ ਬਣਾਈ ਸੀ, ਕਰਤਾਰ ਸਿੰਘ ਜਿਹੜਾ ਸੀ ਵੈਲੀ ਸੀਗਾ, ਨਸ਼ੇ ਕਰਦਾ ਸੀ, ਅਫੀਮ ਖਾਂਦਾ ਸੀ, ਹੌਲੀ ਹੌਲੀ ਥੋੜੀ ਕਰਕੇ ਸਾਰੀ ਜ਼ਮੀਨ ਗਹਿਣੇ ਯਾਨੀ ਗਿਰਵੀ ਧਰ ਦਿੱਤੀ। ਭੈਣ ਦੀਆਂ ਕੁੜੀਆਂ ਦੇ ਵਿਆਹ ਦਾ ਸੱਦਾ ਆ ਗਿਆ ਵੀ ਮੇਰਾ ਪਿਤਾ ਨਹੀਂ ਹੈਗਾ। ਭੈਣ ਨੇ ਖਤ ਲਿਖਿਆ, ਕਿਹੜੀ ਭੈਣ ਦਾ? ਉਹਦਾ ਨਾਮ ਸੀ ਬੰਸੋ ਨੇ ਲੈਟਰ ਲਿਖਿਆ ਵੀ ਤੂੰ ਮੇਰੇ ਪਿਓ ਦੀ ਜਗ੍ਹਾ ਸਾਰੇ ਕੰਮ ਕਰਨੇ ਆ। ਉਹਨੇ ਫਿਰ 2 ਕਿੱਲੇ ਜ਼ਮੀਨ ਗਹਿਣੇ ਧਰ ਦਿੱਤੀ ਸੇਠ ਦੇ ਕੋਲ, ਯਾਨੀ ਉਹ ਵੀ ਚਲੀ ਗਈ ਜ਼ਮੀਨ। ਕਿੰਨੇ ਪੈਸੇ ਫੜੇ? 500। ਹੁਣ ਜ਼ਮੀਨ ਕਿਹਦੇ ਕੋਲ ਧਰੀ? ਜ਼ਮੀਨ ਧਰੀ ਉਸਨੇ ਮੱਖਣ ਸਿੰਘ ਕੋਲ। 34ਵਾਂ ਪ੍ਰਸ਼ਨ ਹੈ, ਮੱਖਣ ਸਿੰਘ ਦੇ ਕੁਐਸਚਨ 'ਚ ਲਿਖਿਆ ਹੈ ਕਰਤਾਰ ਸਿੰਘ ਨੇ ਮੱਖਣ ਸਿੰਘ ਤੋਂ ਕਿੰਨੇ ਰੁਪਏ ਵਿਆਜੀ ਫੜੇ ਸੀ? 500 ਰੁਪਏ। ਇਹ ਸਾਰੇ ਪ੍ਰਸ਼ਨ ਤੁਸੀਂ ਕਰੋਗੇ। ਫਿਰ ਉਸ ਤੋਂ ਬਾਅਦ ਸਾਡੇ ਸ਼ਾਰਟ ਆਨਸਰ ਆ ਜਾਂਦੇ ਆ ਨੈਕਸਟ ਪੇਜ ਤੇ। ਇਹ ਸਾਰੇ ਅਸੀਂ ਹੁਣੀ ਕਰ ਚੁੱਕੇ ਹਾਂ। ਤੁਸੀਂ ਇਸ ਨੂੰ ਇੱਕ ਵਾਰ ਦੇਖ ਲਓ, ਸਕਰੀਨ ਸ਼ਾਟ ਖਿੱਚ ਸਕਦੇ ਹੋ। ਕਰਤਾਰ ਸਿੰਘ ਦੇ ਵੱਡੇ ਮੁੰਡੇ ਦਾ ਨਾਮ ਹੈ ਅਮਰੀਕ ਸਿੰਘ, ਛੋਟੇ ਦਾ ਨਾਮ ਹੈ ਮਹਿੰਦਰ ਸਿੰਘ, ਪਤਨੀ ਦਾ ਨਾਮ ਹੈ ਜਗੀਰ ਕੌਰ, ਬੇਟੀ ਦਾ ਨਾਮ ਹੈ, ਵੱਡੀ ਬੇਟੀ ਦਾ ਬੰਸੋ ਹੈ। ਜ਼ਿੰਮੇਵਾਰੀ, ਫਰਜ਼, ਅਹਿਸਾਸ ਅਮਰੀਕ ਕਿਸ ਤਰ੍ਹਾਂ ਵੱਲ ਪਾ ਲਿਆ ਸੀ, ਘੇਰ ਲਿਆ ਸੀ ਨਾਗ ਵਾਂਗੂ। ਅੱਧੀ ਤਨਖਾਹ ਕਿਸ ਦੇ ਹੱਥੇ ਰੱਖਦਾ ਸੀ? ਆਪਣੀ ਮਾਂ ਦੇ ਹੱਥੇ ਰੱਖਦਾ ਸੀ। ਕਿਸ ਥਾਂ ਤੋਂ ਪੈਸੇ ਭੇਜਦਾ ਸੀ ਕਰਤਾਰ ਦਾ ਪਿਓ? ਸਿੰਗਾਪੁਰ ਤੋਂ। ਕਿਸ ਦੇ ਸਿਰ ਤੇ ਐਸ਼ ਕਰਦਾ ਸੀ? ਆਪਣੇ ਪਿਓ, ਸਿੰਗਾਪੁਰ ਬੈਠੇ ਪਿਓ ਦੇ ਸਿਰ ਤੇ ਐਸ਼ ਕਰਦਾ ਸੀ। ਪਿਓ ਲਈ ਭੇਜੇ ਪੈਸੇ ਨੂੰ ਗੁਲਛਰਿਆਂ ਵਿੱਚ ਕੌਣ ਉਡਾਉਂਦਾ ਸੀ? ਕਰਤਾਰ ਸਿੰਘ। ਕਰਤਾਰ ਸਿੰਘ ਨੇ ਆਪਣੀ ਪਤਨੀ ਨੂੰ ਕਿਸ ਨਾਲ ਕੁੱਟਿਆ? ਥਾਪੀ ਨਾਲ ਕੁੱਟਿਆ। ਠੀਕ ਹੈ। ਕੌਣ ਡੁੱਬ ਕੇ ਮਰਨ ਬਾਰੇ ਕਹਿੰਦਾ ਹੈ? ਜਗੀਰ ਕੌਰ। ਕਿੱਥੇ ਮਰਨ ਬਾਰੇ ਕਹਿੰਦੀ ਹੈ?
ਉਹ ਹਰੀਕੇ ਪੱਤਨ ਤੇ, ਪਰ ਨਿਆਈਆਂ ਵਾਲੇ ਖੂਹ ਵਿੱਚ ਕੌਣ ਡੁੱਬ ਕੇ ਮਰਿਆ ਸੀ, ਮਾਈਕ ਗਾਬੋ। ਇਸ ਤਰ੍ਹਾਂ ਸਾਰੇ ਜੇ ਪ੍ਰਸ਼ਨ ਨੇ ਤੁਸੀਂ ਇਸ ਨੂੰ ਆਪਣੀ ਪੁਸਤਕ ਵਿੱਚੋਂ ਕਰੋਗੇ। ਇਸ ਦੇ ਨਾਲ ਹੀ ਹੋਰ ਪ੍ਰਸ਼ਨ ਵੀ ਅੱਜ ਮੈਂ ਭੇਜ ਰਿਹਾ, ਜਿਸ ਤਰ੍ਹਾਂ ਤੁਸੀਂ ਇੱਥੇ ਦੇਖੋਗੇ ਕਰਤਾਰ ਸਿੰਘ ਕੌਣ ਹੈ, ਸੰਖੇਪ ਜਾਣਕਾਰੀ। ਕਰਤਾਰ ਸਿੰਘ ਚੌਥਾ ਪ੍ਰਸ਼ਨ ਹੈ, ਜਦੋਂ ਦੁਨੀਆ ਤੋਂ ਚਲਾ ਗਿਆ ਘਰ ਦੇ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਹੈ। ਜੋ ਅਮਰੀਕ ਹੈ ਉਦਾਸ ਹੈ, ਲੇਟਾ, ਉਹਨੂੰ ਪਤਾ ਲੱਗਦਾ ਸਿਰ ਤੇ ਕਿੰਨਾ ਕਰਜ਼ਾ ਹੈ, ਕੀ ਸੋਚ ਰਿਹਾ ਹੈ। ਉਸ ਤੋਂ ਬਾਅਦ ਅਮਰੀਕ ਨੂੰ ਆਪਣੇ ਪਿਓ ਦੇ ਬਿਮਾਰ ਹੋਣ ਦੀ ਜਾਣਕਾਰੀ ਕਿਵੇਂ ਮਿਲੀ, ਉਸ ਨੂੰ ਛੋਟੇ ਭਰਾ ਮਹਿੰਦਰ ਤੋਂ ਜਾਣਕਾਰੀ ਮਿਲੀ। ਠੀਕ ਹੈ, ਪਿੰਡ ਦੇ ਡਾਕਟਰ ਨੇ ਜਵਾਬ ਦਿੱਤਾ ਸਵੇਰ ਦਾ ਬੇਹੋਸ਼ ਪਿਆ ਹੈ। ਕਿੱਥੇ ਲੈ ਕੇ ਗਏ, ਟੈਕਸੀ ਕਰਕੇ ਸ਼ਹਿਰ ਦੇ ਹਸਪਤਾਲ ਲੈ ਕੇ, ਦੂਜੇ ਦਿਨ ਲਾਸ਼ ਵਾਪਸ ਲੈ ਕੇ ਆਂਦੀ। ਜਦੋਂ ਫਿਰ ਪਿੰਡ ਤੇ ਕੀ ਬੀਤੀ, ਸਾਰਾ ਪਰਿਵਾਰ ਧਾਂ ਮਾਰ ਕੇ ਰੋਂਦਾ, ਲੋਕ ਇਕੱਠੇ ਹੋ ਗਏ, ਸਾਰੀ ਰਾਤ ਰੋਂਦੇ ਰਹੇ। ਇਹ ਜੋ ਸਾਰੇ ਪ੍ਰਸ਼ਨ ਹੈ ਤੁਸੀਂ ਆਪੇ ਕਰੋਗੇ। ਉਸ ਤੋਂ ਬਾਅਦ ਹੈ ਦੂਜਾ ਵਿਆਹ। ਇਹ ਲਾਸਟ ਸਾਡਾ ਇਕਾਂਗੀ ਹੈ, यानी उन्होंने इकांगियों में एक इकांगी इस चैप्टर इस सिलेबस विच है, वो है दूजा विआह। और इसका जो इकांगीकार ने, जो नाटककार ने, वो ने संत सिंह सैखों। संत सिंह सैखों इस संत सिंह सैखों वाले जो साडा दूजा विआह है, इसनूं असीं आपां अज नहीं करते, इसनूं असीं जो अगली साडी क्लास उस विच करांगे। हाँ, मेरी बेनती है कि यह जो तुसीं क्लास अटेंड की है, तुहाडा शुक्रगुजार हाँ, क्योंकि इस विच 1 घंटे विच असीं काफ़ी सारा काम कर रहे हैं। बस इकांगी साडा रह गया, उस इकांगी दे विच असीं बाद च गल करांगे। यह जो सुपर फास्ट रिवीजन है, इस विच असीं सैंपल पेपर करांगे, उन्हां दे संभावित उत्तर करांगे। उदों तक तुसीं अपने बाकी पेपरां दी तैयारी करो और नाल नाल पंजाबी नूं विशेष समा दे के लिखती तैयारी करो। लिखती तैयारी करना बहुत जरूरी है। सिर्फ सुन के कथा वांगू सुन के तुसीं पेपरां नूं विच चंगे नंबर नहीं लिया सकते। मेरी बेनती है तुसीं सारा काम लिखती तौर पर, जिद्दां मैं पहले बेनती की है, 10 घट्टो घट्ट पहले ऐसे अपनी किताब दे लिख के करो, 10 जिहड़े पत्तर लिख के करो। इस तो अलावा जितने भी तुहाडे इंपोर्टेंट क्वेश्चन मैं हुणे दस्से ने और अगे भी दसांगा दूजा विआह वाली इकांगी दे, वो भी तुसी घरों पूरे लिख के करने ने, तां तुहाडे पेपरां विच चंगे नंबर आउणगे। पेपर सबजैक्टिव है और तुसी लिख के करने, इस करके मेरी बेनती जरूर मान लेना। तुहाडे चंगे नंबरां नाल मैनूं बहुत खुशी होएगी। इस समय इजाजत दिओ, असीं फिर मिलांगे। इस बार असीं मिलांगे यूट्यूब ते और नाल ही फेसबुक ते मिलांगे। तुसी साडे नाल जुड़े रहना और अच्छे नंबरां लई बहुत मेहनत करना। ਤੁਹਾਨੂੰ बहुत सारिया असीसां सतगुरु वालों और मैनू तुसी असीसां दिंदे रहना कि इस तरह माँ बोली पंजाबी की सेवा करते रहिए। इजाजत दिओ। वाहिगुरू जी का खालसा, वाहिगुरू जी की फतेह। नवीं वीडियो समय सिर प्राप्त करने ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।